ਹਾਲੇਲੂਇਆ। ਪ੍ਰਭੂ ਦਾ ਬਹੁਤ ਧੰਨਵਾਦ ਕਿ ਅੱਜ ਇੱਕ ਵਾਰ ਫਿਰ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਇਕੱਠਾ ਕੀਤਾ। ਆਓ ਆਪਾਂ ਪਰਮੇਸ਼ਵਰ ਦੇ ਵਚਨ ਨੂੰ ਚੱਲਾਂਗੇ ਔਰ ਆਪਾਂ ਦੇਖਾਂਗੇ ਨਵੇਂ ਨਿਯਮ ਦੇ ਵਿੱਚ ਲੂਕਾ ਉਹਦਾ 21 ਅਧਿਆਇ। ਨਵੇਂ ਨਿਯਮ ਦੇ ਵਿੱਚ ਲੂਕਾ ਉਹਦਾ 21 ਅਧਿਆਇ ਆਪਾਂ ਪੜਾਂਗੇ 1 ਤੋਂ ਲੈ ਕੇ ਉਹਦੇ 4 ਤੱਕ। ਔਰ ਪੜ੍ਹਨਾ ਗਾ ਉੱਚੀ ਆਵਾਜ਼ ਦੇ ਵਿੱਚ। ਉਸਨੇ ਅੱਖੀਆਂ ਚੁੱਕ ਕੇ ਧਨਵਾਨਾਂ ਨੂੰ ਆਪਣੇ ਚੰਗੇ ਖਜ਼ਾਨੇ ਵਿੱਚ ਪਾਉਂਦਿਆਂ ਦਿੱਤਾ। ਪਰ ਉਸ ਨੇ ਇੱਕ ਕੰਗਾਲ ਵਿਧਵਾ ਨੂੰ 2 ਦਮੜੀਆਂ ਉੱਥੇ ਪਾਉਂਦਿਆਂ ਵੇਖਿਆ ਤਾਂ ਉਸ ਨੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਭਾਈ ਇਸ ਕੰਗਾਲ ਵਿਧਵਾ ਨੇ ਉਹਨਾਂ ਸਭਨਾਂ ਨਾਲੋਂ ਬਹੁਤ ਪਾ ਦਿੱਤਾ ਹੈ, ਕਿਉਂ ਜੋ ਉਹਨਾਂ ਸਭਨਾਂ ਨੇ ਆਪਣੇ ਵਾਫਰ ਮਾਲ ਤੋਂ ਕੁਝ ਦਾਨ ਪਾਇਆ, ਪਰ ਇਹਨੇ ਆਪਣੀ ਥੋੜੇ ਵਿੱਚੋਂ ਸਾਰੀ ਪੂੰਜੀ ਜੋ ਇਹਦੀ ਸੀ ਪਾ ਦਿੱਤੀ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਇਹ ਪਰਮੇਸ਼ਵਰ ਦਾ ਵਚਨ ਹੈ ਔਰ ਪਰਮੇਸ਼ਵਰ ਦਾ ਵਚਨ ਪਰਮੇਸ਼ਵਰ ਦੇ ਆਤਮਾ ਦੁਆਰਾ ਲਿਖਾਇਆ ਗਿਆ ਹੈ। ਔਰ ਪ੍ਰਭੂ ਯਿਸੂ ਮਸੀਹ ਨੇ ਕਿਹਾ, ਆਕਾਸ਼ ਧਰਤੀ ਟਲ ਜਾਏਗਾ ਪਰ ਮੇਰਾ ਵਚਨ ਕਦੇ ਨਹੀਂ ਟਲੇਗਾ। ਸੋ ਪਰਮੇਸ਼ਵਰ ਦੇ ਵਚਨ ਨੂੰ ਬਹੁਤ ਧਿਆਨ ਨਾਲ ਸੁਣਨਾਗਾ, ਕਿਉਂਕਿ ਜਿੰਨਾ ਚਿਰ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਸੁਣਦੇ ਨਹੀਂ ਉਹਨਾਂ ਚਿਰ ਅਸੀਂ ਪਰਮੇਸ਼ਵਰ ਦੇ ਉੱਪਰ ਸਹੀ ਤਰ੍ਹਾਂ ਵਿਸ਼ਵਾਸ ਨਹੀਂ ਕਰ ਸਕਦੇ। ਅਗਰ ਸਹੀ ਤਰ੍ਹਾਂ ਇਨਸਾਨ ਪਰਮੇਸ਼ਵਰ ਦੇ ਵਚਨ ਦੇ ਉੱਪਰ ਵਿਸ਼ਵਾਸ ਨਹੀਂ ਕਰਦਾ ਤਾਂ ਫਿਰ ਇਨਸਾਨ ਸਹੀ ਤਰ੍ਹਾਂ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਵੀ ਨਹੀਂ ਕਰ ਸਕਦਾ, ਕਿਉਂਕਿ ਜੋ ਪਰਮੇਸ਼ਵਰ ਦਾ ਵਚਨ ਹੈ ਉਹਦਾ ਇਨਸਾਨ ਨੂੰ ਫਾਇਦਾ ਉਦੋਂ ਹੀ ਹੈ ਕਿ ਜਦੋਂ ਇਨਸਾਨ ਪਰਮੇਸ਼ਵਰ ਦੇ ਵਚਨ ਨੂੰ ਪੂਰੀ ਸੱਚਾਈ ਦੇ ਨਾਲ ਸੁਣੇ, ਆਤਮਾ ਨਾਲ ਸੁਣੇ ਔਰ ਉਸ ਤੋਂ ਬਾਅਦ ਆਤਮਾ ਸੱਚਾਈ ਨਾਲ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਕਰੇ। ਉਸ ਦੇ ਵਿੱਚ ਪਰਮੇਸ਼ਵਰ ਕੀ ਹੁੰਦੇ ਨੇ, ਉਹ ਵੀ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ। ਅਗਰ ਆਪਾਂ ਗੱਲ ਕਰੀਏ ਉਸ ਪਰਮੇਸ਼ਵਰ ਦੀ, ਪ੍ਰਭੂ ਯਿਸੂ ਮਸੀਹ ਦੀ, ਅੱਜ ਦੇਖੋ ਇਸ ਸੰਸਾਰ ਦੇ ਵਿੱਚ ਬਹੁਤ ਸਾਰੇ ਲੋਕ ਨੇ ਜੋ ਪ੍ਰਭੂ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕਰਦੇ ਨੇ ਔਰ ਬਹੁਤ ਸਾਰੇ ਲੋਕ ਨੇ ਜੋ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਪਰਮੇਸ਼ਵਰ ਮੰਨਦੇ ਨੇ। ਹੁਣ ਦੇਖੋ ਇਸ ਸੰਸਾਰ ਦੇ ਵਿੱਚ ਚਾਹੇ ਕਰੋਨਾ ਵਾਇਰਸ ਹੈ, ਚਾਹੇ ਜੋ ਵੀ ਹੈ, ਲੇਕਿਨ ਜ਼ਿਆਦਾਤਰ ਲੋਕ ਉਸ ਰੱਬ ਨੂੰ ਯਾਦ ਕਰ ਰਹੇ ਨੇ ਔਰ ਜੋ ਲੋਕ ਮਸੀਹ ਨੂੰ ਮੰਨਦੇ ਨੇ ਉਹ ਪ੍ਰਭੂ ਯਿਸੂ ਮਸੀਹ ਅੱਗੇ ਪ੍ਰਾਰਥਨਾ ਕਰ ਰਹੇ ਨੇ, ਕਿਉਂਕਿ ਉਹ ਲੋਕ ਜਾਣਦੇ ਨੇ ਅਗਰ ਕੋਈ ਬਚਾ ਸਕਦਾ ਗਾ ਤਾਂ ਉਹ ਕੌਣ ਹੈ, ਉਹ ਤਾਂ ਸਿਰਫ ਔਰ ਸਿਰਫ ਪ੍ਰਭੂ ਯਿਸੂ ਮਸੀਹ ਹੈ। ਹੁਣ ਤਾਂ ਡਾਕਟਰ ਲੋਕ ਵੀ ਔਰ ਦੂਜੇ ਲੋਕ ਵੀ ਇਹ ਚੀਜ਼ ਸੋਚਦੇ ਨੇ ਵੀ ਅਗਰ ਕੋਈ ਬਚਾ ਸਕਦਾ ਇਸ ਕਰੋਨਾ ਵਾਇਰਸ ਤੋਂ ਤਾਂ ਉਹ ਕੌਣ ਹੈ, ਉਹ ਤਾਂ ਸਿਰਫ ਕੋਈ ਰੱਬ ਹੈ ਜੋ ਜਿਹਨੂੰ ਲੋਕ ਪਰਮਾਤਮਾ ਕਹਿੰਦੇ ਨੇ ਵੀ ਅਗਰ ਕੋਈ ਬਚਾ ਸਕਦਾ ਗਾ। ਅੱਜ ਦੇਖੋ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਉਹ ਸਾਰੀ ਜਗ੍ਹਾ ਦੇ ਉੱਪਰ ਹੋ ਰਿਹਾ ਗਾ, ਮਤਲਬ ਪੂਰੀ ਦੁਨੀਆ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਹੋ ਰਿਹਾ ਗਾ। ਤੇ ਚਾਹੇ ਤਾਂ ਇੰਟਰਨੈਟ ਖੋਲ ਕੇ ਦੇਖੋ, ਚਾਹੇ ਤਾਂ YouTube ਖੋਲੋ, ਚਾਹੇ Facebook ਖੋਲੋ, ਲੇਕਿਨ ਸਭ ਤੋਂ ਜ਼ਿਆਦਾ ਅਗਰ ਪ੍ਰਚਾਰ ਹੈ ਉਹ ਤਾਂ ਪ੍ਰਭੂ ਯਿਸੂ ਮਸੀਹ ਦਾ ਹੋ ਰਿਹਾ ਗਾ। ਹੁਣ ਦੇਖੋ ਕਿੰਨੇ ਲੋਕ ਨੇ ਜੋ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕਰਦੇ ਨੇ, ਕਿੰਨੇ ਲੋਕ ਨੇ, ਲੇਕਿਨ ਸਹੀ ਦੇ ਵਿੱਚ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕਰਨ ਵਾਲੇ ਤਾਂ ਬਹੁਤ ਲੋਕ ਨੇ, ਲੇਕਿਨ ਯਿਸੂ ਮਸੀਹ ਦੀ ਜੋ ਆਗਿਆਕਾਰੀ ਕਰਨੀ ਹੈ ਉਹ ਆਗਿਆਕਾਰੀ ਕਰਨ ਵਾਲੇ ਬਹੁਤ ਹੀ ਘੱਟ ਲੋਕ ਮਿਲਦੇ ਨੇ। ਬਹੁਤ ਘੱਟ ਲੋਕ ਦਿਖਦੇ ਨੇ ਜੋ ਪਰਮੇਸ਼ਵਰ ਦੀ ਸੱਚਾਈ ਨਾਲ, ਆਤਮਾ ਨਾਲ ਵਚਨਾਂ ਦੀ ਆਗਿਆਕਾਰੀ ਕਰਦੇ ਹੋਣ। ਹੁਣ ਦੇਖੋ ਅਗਰ ਆਪਾਂ ਗੱਲ ਕਰੀਏ ਕਿ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣਾ, ਹਾਂ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣਾ ਇਹ ਹਰ ਇੱਕ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ। ਹਰ ਇੱਕ ਇਨਸਾਨ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਨਹੀਂ ਚੱਲ ਸਕਦਾ। ਹਾਂ ਹੋ ਸਕਦਾ ਇਨਸਾਨ ਦੀ ਕੋਈ ਸਮੱਸਿਆ ਹੋਵੇ, ਕੋਈ ਬਿਮਾਰੀ ਹੋਵੇ, ਕੋਈ ਪਰੇਸ਼ਾਨੀ ਹੋਵੇ, ਕੋਈ ਤਕਲੀਫ ਹੋਵੇ ਤਾਂ ਉਸ ਦੇ ਲਈ ਇਨਸਾਨ ਪ੍ਰਭੂ ਯਿਸੂ ਮਸੀਹ ਦੇ ਕੋਲ ਆ ਸਕਦਾ ਗਾ ਔਰ ਪ੍ਰਭੂ ਯਿਸੂ ਮਸੀਹ ਵੀ ਉਸ ਇਨਸਾਨ ਦੀ ਸਾਰੀ ਸਮੱਸਿਆ ਨੂੰ, ਸਾਰੀ ਬਿਮਾਰੀ ਨੂੰ, ਉਸ ਦੀ ਸਾਰੀ ਤਕਲੀਫ ਨੂੰ ਯਿਸੂ ਮਸੀਹ ਦੂਰ ਕਰ ਸਕਦੇ ਨੇ। ਲੇਕਿਨ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣਾ ਉਹ ਹਰ ਇੱਕ ਇਨਸਾਨ ਦੀ ਮਤਲਬ ਵੱਸ ਦੀ ਗੱਲ ਨਹੀਂ ਹੈ ਔਰ ਜਨਾ ਖਨਾ ਇਨਸਾਨ ਉਹਦਾ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਵੀ ਨਹੀਂ ਚੱਲ ਸਕਦਾ, ਕਿਉਂਕਿ ਯਿਸੂ ਮਸੀਹ ਦੇ ਪਿੱਛੇ ਚੱਲਣਾ ਇਨਸਾਨ ਨੂੰ ਕੀ ਲੱਗਦਾ ਗਾ, ਔਖਾ ਲੱਗਦਾ ਗਾ। ਯਿਸੂ ਮਸੀਹ ਦੇ ਪਿੱਛੇ ਚੱਲਣਾ ਇਨਸਾਨ ਨੂੰ ਕੀ ਲੱਗਦਾ ਗਾ, ਉਹ ਤਾਂ ਬਹੁਤ ਭਾਰੀ ਲੱਗਦਾ ਗਾ ਕਿ ਯਿਸੂ ਮਸੀਹ ਦੀਆਂ ਗੱਲਾਂ ਉਹ ਹਰ ਇੱਕ ਇਨਸਾਨ ਮੰਨ ਨਹੀਂ ਸਕਦਾ। ਯਿਸੂ ਮਸੀਹ ਦੇ ਪਿੱਛੇ ਚੱਲਣਾ ਹਰ ਇੱਕ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਗਾ ਮੱਤੀ ਉਹਦਾ 16 ਅਧਿਆਇ ਉਹਦਾ 24 ਵਚਨ। ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਰੀਰ ਚੁੱਕ ਕੇ ਮੇਰੇ ਪਿੱਛੇ ਚੱਲੇ। ਦੇਖੋ ਪ੍ਰਭੂ ਯਿਸੂ ਮਸੀਹ ਕਿਸੇ ਅੱਗੇ ਵੀ ਬੇਨਤੀ ਨਹੀਂ ਕਰਦੇ। ਪ੍ਰਭੂ ਯਿਸੂ ਮਸੀਹ ਕਿਸੇ ਦੇ ਗਰਜਵਾਨ ਨਹੀਂ, ਜਾਂ ਫਿਰ ਪ੍ਰਭੂ ਯਿਸੂ ਮਸੀਹ ਏਦਾਂ ਨਹੀਂ ਲੱਗਦਾ ਕਿ ਯਿਸੂ ਮਸੀਹ ਇਸ ਦੀ ਮਿੰਨਤ ਕਰਦੇ ਹੋਣ ਜਾਂ ਕਿਸੇ ਨੂੰ ਤਰਲੇ ਕਰਦੇ ਹੋਣ ਵੀ ਭਾਈ ਤੁਸੀਂ ਮੇਰੇ ਪਿੱਛੇ ਆਓ, ਮੇਰੇ ਪਿੱਛੇ ਆਓ, ਮੈਨੂੰ ਤੁਹਾਡੀ ਲੋੜ ਹੈ, ਮੈਨੂੰ ਤੁਹਾਡੀ ਜ਼ਰੂਰਤ ਹੈ। ਮਤਲਬ ਕਿ ਅਗਰ ਅਸੀਂ ਬਾਈਬਲ ਵਿੱਚੋਂ ਪੜ੍ਹਦੇ ਹਾਂ
ਅਗਰ ਬਾਈਬਲ ਦੇ ਵਿੱਚੋਂ ਸੁਣਦੇ ਆ ਤਾਂ ਪ੍ਰਭੂ ਯਿਸੂ ਮਸੀਹ ਕੀ ਕਹਿੰਦੇ ਨੇ? ਜੇ ਕੋਈ ਮਤਲਬ ਜੋ ਕੋਈ ਮੇਰੇ ਪਿੱਛੇ ਆਉਣਾ ਚਾਹੇ, ਜੋ ਕੋਈ ਮਤਲਬ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਮੇਰੇ ਪਿੱਛੇ ਆਓ। ਹਾਂ, ਜੇ ਆਉਣਾਗਾ ਤਾਂ ਉਹਦੇ ਲਈ ਇੱਕ ਸ਼ਰਤ ਹੈ। ਅਗਰ ਮੇਰੇ ਪਿੱਛੇ ਆਉਣਾਗਾ, ਕੀ ਸ਼ਰਤ ਹੈ? ਆਪਣੇ ਆਪ ਦਾ ਇਨਕਾਰ ਕਰੋ। ਆਪਣੇ ਆਪ ਦਾ ਇਨਕਾਰ ਕਰੋ, ਫਿਰ ਆਪਣੀ ਸਲੀਬ ਚੁੱਕੋ, ਮੇਰੇ ਪਿੱਛੇ ਆਓ। ਦੇਖੋ ਪ੍ਰਭੂ ਯਿਸੂ ਮਸੀਹ ਸਾਫ਼ ਹੀ ਕਹਤਾ ਵੀ ਅਗਰ ਮੇਰੇ ਪਿੱਛੇ ਆਉਣਾਗਾ, ਆਪਣੇ ਆਪ ਦਾ ਇਨਕਾਰ ਕਰੋ। ਆਪਣੇ ਆਪ ਦਾ ਇਨਕਾਰ ਕਰਨਾ ਮਤਲਬ ਆਪਣੀ ਇੱਛਾ ਨੂੰ ਮਾਰੋ, ਆਪਣੀ ਸਲੀਬ ਨੂੰ ਚੁੱਕੋ, ਮਤਲਬ ਕਿ ਜੋ ਦੁੱਖ ਮਿਲਣਗੇ ਆਪਣੀ ਮੌਤ ਨੂੰ ਆਪਣੇ ਹੱਥ ਪਰ ਰੱਖ ਕੇ ਮੇਰੇ ਪਿੱਛੇ ਆਓ। ਅਗਰ ਯਿਸੂ ਮਸੀਹ ਚਾਹੁੰਦੇ ਕਿ ਤੁਸੀਂ ਮੇਰੇ ਪਿੱਛੇ ਆਓ ਤਾਂ ਪ੍ਰਭੂ ਯਿਸੂ ਮਸੀਹ ਕਹਿੰਦੇ ਵੀ ਤੁਸੀਂ ਮੇਰੇ ਪਿੱਛੇ ਆਓ ਔਰ ਆਪਣੀ ਮਰਜ਼ੀ ਲੈ ਕੇ ਆਓ, ਆਪਣੀ ਇੱਛਾ ਲੈ ਕੇ ਆਓ। ਲੇਕਿਨ ਪ੍ਰਭੂ ਯਿਸੂ ਮਸੀਹ ਨੇ ਕਿਹਾ ਵੀ ਅਗਰ ਆਉਣਾਗਾ, ਆਉਣਾ ਨਾ ਆਉਣਾ ਉਹ ਇਨਸਾਨ ਦੀ ਮਰਜ਼ੀ ਹੈ। ਜੇ ਮਤਲਬ ਜੋ ਕੋਈ ਮੇਰੇ ਪਿੱਛੇ ਆਉਣਾ ਚਾਹੇ, ਜੋ ਕੋਈ ਆਉਣਾ ਚਾਹੇ ਤਾਂ ਕੀ ਕਰੇ? ਆਪਣੇ ਆਪ ਦਾ ਇਨਕਾਰ ਕਰੇ। ਦੇਖੋ ਪ੍ਰਭੂ ਯਿਸੂ ਮਸੀਹ ਨੇ ਸਾਫ਼ ਹੀ ਗੱਲ ਕਰਦੇ ਹੈ। ਲੇਕਿਨ ਅੱਜ ਕੀ ਹੈ? ਅੱਜ ਲੋਕਾਂ ਨੂੰ ਬਹੁਤ ਔਖਾ ਲੱਗਦਾ ਇਹ ਗੱਲ। ਅੱਜ ਇਨਸਾਨ ਨੂੰ ਕੀ ਹੈ? ਬਹੁਤ ਭਾਰੀ ਗੱਲ ਲੱਗਦੀ ਹੈ। ਕਿਉਂ? ਯਿਸੂ ਮਸੀਹ ਦੇ ਪਿੱਛੇ ਚੱਲਣਾ ਇਨਸਾਨ ਨੂੰ ਕੀ ਲੱਗਦਾਗਾ? ਉਹ ਤਾਂ ਬਹੁਤ ਔਖਾ ਲੱਗਦਾਗਾ। ਅਸੀਂ ਯਿਸੂ ਮਸੀਹ ਦੇ ਕੋਲ ਜਾਵਾਂਗੇ ਕਾਹਦੇ ਲਈ? ਪ੍ਰਾਰਥਨਾ ਲਈ, ਕਿ ਸਾਨੂੰ ਨੌਕਰੀ ਮਿਲ ਜਾਏ, ਸਾਡਾ ਵੀਜ਼ਾ ਲੱਗ ਜਾਏ, ਸਾਡੇ ਬੱਚੇ ਪੜ੍ਹਾਈ ਲਿਖਾਈ ਵਿੱਚ ਵਧੀਆ ਨੰਬਰਾਂ 'ਤੇ ਪਾਸ ਹੋਣ ਲੱਗ ਜਾਣ, ਸਾਡੇ ਬੱਚਿਆਂ ਨੂੰ ਚੰਗੀ ਨੌਕਰੀ ਮਿਲ ਜਾਏ, ਫਿਰ ਚੰਗੇ ਘਰ ਦੇ ਵਿੱਚ ਬਹੂ ਆ ਜਾਏ, ਚੰਗਾ ਘਰ ਮਿਲ ਜਾਏ, ਰੁਪਿਆ ਪੈਸਾ ਹੋ ਜਾਏ। ਇਹ ਸਾਰੀਆਂ ਗੱਲਾਂ ਦੇ ਲਈ ਇਨਸਾਨ ਕੀ ਆ? ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਦਾ ਹੈਗਾ, ਪ੍ਰਭੂ ਯਿਸੂ ਮਸੀਹ ਦੀ ਬੰਦਗੀ ਵਿੱਚ ਜਾਂਦਾ ਹੈਗਾ। ਲੇਕਿਨ ਜਦ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਅਗਰ ਮੇਰੇ ਪਿੱਛੇ ਆਉਣਾਗਾ ਤਾਂ ਫਿਰ ਆਪਣੀ ਇੱਛਾ ਨੂੰ ਮਾਰ ਦਿਓ। ਇਹਦਾ ਮਤਲਬ ਕੀ ਕਿ ਜੇ ਆਪਣੀ ਇੱਛਾ ਮਾਰਨੀ ਹੈ ਤਾਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਨੂੰ ਛੱਡਣਾ ਪਊਗਾ। ਫਿਰ ਤੁਹਾਡੀ ਨੌਕਰੀ ਨਹੀਂ, ਫਿਰ ਕੁਝ ਵੀ ਨਹੀਂ, ਲੇਕਿਨ ਮੇਰੇ ਪਿੱਛੇ ਕੀ ਕਰਨਾਗਾ? ਮੇਰੀ ਮਰਜ਼ੀ ਨੂੰ ਪੂਰਾ ਕਰਨਾਗਾ। ਲੇਕਿਨ ਅੱਜ ਕੀ ਹੈ? ਇਨਸਾਨ ਨੂੰ ਸਭ ਤੋਂ ਜ਼ਿਆਦਾ ਜੋ ਹੈ ਉਹ ਆਪਣੀ ਹੀ ਮਰਜ਼ੀ ਲੈ ਕੇ ਇਨਸਾਨ ਚੱਲਦਾਗਾ ਪ੍ਰਭੂ ਯਿਸੂ ਮਸੀਹ ਦੇ ਪਿੱਛੇ। ਔਰ ਜਿਸ ਕਰਕੇ ਕੀ ਹੈ ਕਿ ਜ਼ਿਆਦਾਤਰ ਲੋਕ ਯਿਸੂ ਮਸੀਹ ਦੇ ਵਿੱਚ ਬਣੇ ਨਹੀਂ ਰਹਿੰਦੇ ਔਰ ਥੋੜੇ ਸਮੇਂ ਤੱਕ ਉਹ ਲੋਕ ਚੱਲਦੇ ਨੇ ਔਰ ਫਿਰ ਜਦ ਦੇਖਦੇ ਨੇ ਕਿ ਯਿਸੂ ਮਸੀਹ ਦੀਆਂ ਗੱਲਾਂ ਬਹੁਤ ਔਖੀਆਂ ਲੱਗਦੀਆਂ ਨੇ, ਯਿਸੂ ਮਸੀਹ ਦੇ ਵਚਨ ਨੇ ਉਹ ਤਾਂ ਬਹੁਤ ਭਾਰੀ ਲੱਗਦੇ ਨੇ, ਤਾਂ ਇਨਸਾਨ ਕੀ ਹੈ? ਯਿਸੂ ਮਸੀਹ ਤੋਂ ਪਿੱਛੇ ਹੋਣਾ ਸ਼ੁਰੂ ਹੋ ਜਾਂਦਾਗਾ। ਸਾਰੇ ਬੋਲੋ ਹਾਲੇਲੂਇਆ। ਆਪਣਾ ਧਿਆਨ ਬਣਾ ਕੇ ਰੱਖਿਓ, ਧਿਆਨ ਬਣਾ ਕੇ ਰੱਖਿਓ, ਕਿਉਂਕਿ ਸਾਡੇ ਪਰਮੇਸ਼ਵਰ ਅੱਜ ਸਾਡੇ ਨਾਲ ਕੁਝ ਗੱਲਬਾਤ ਕਰਨ ਜਾ ਰਹੇ ਨੇ। ਕਾਰਨ ਕੀ? ਕਿ ਯਿਸੂ ਮਸੀਹ ਦਾ ਜੋ ਰਸਤਾ ਹੈਗਾ, ਯਿਸੂ ਮਸੀਹ ਦੇ ਜੋ ਵਚਨ ਨੇ ਇਹ ਔਖੇ ਨਹੀਂ ਹੈਗੇ, ਲੇਕਿਨ ਇਨਸਾਨ ਨੂੰ ਔਖੇ ਲੱਗਦੇ ਨੇ। ਇਨਸਾਨ ਨੂੰ ਔਖੇ ਕਿਉਂ ਲੱਗਦੇ ਨੇ? ਕਿਉਂਕਿ ਇਨਸਾਨ ਇਹਨਾਂ ਨੂੰ ਪੂਰਾ ਨਹੀਂ ਕਰਨਾ ਚਾਹੁੰਦਾ। ਕਿਉਂਕਿ ਪਰਮੇਸ਼ਵਰ ਨੇ ਜਿੰਨੀ ਵੀ ਆਗਿਆਵਾਂ ਦਿੱਤੀਆਂ ਨੇ, ਹਾਂ, ਉਹ ਸਾਰੀਆਂ ਆਗਿਆਵਾਂ ਦੇ ਵਿੱਚ ਇੱਕ ਵੀ ਅਗਰ ਔਖੀ ਆਗਿਆ ਗਈ ਤਾਂ ਇਨਸਾਨ ਦੱਸੇ ਕਿ ਮੇਰੇ ਲਈ ਔਖੀ ਹੈ। ਪਰਮੇਸ਼ਵਰ ਨੇ ਕੀ ਕਿਹਾ? ਕਿ ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ। ਕੀ ਕਰਤਾ ਪਰਮੇਸ਼ਵਰ ਨੇ? ਕਿੰਨਾ ਸੌਖਾ ਕਰਤਾ। ਅਗਰ ਪਰਮੇਸ਼ਵਰ ਨੇ ਕਿਹਾ ਹੁੰਦਾ, ਪ੍ਰਭੂ ਯਿਸੂ ਮਸੀਹ ਨੇ ਕਿਹਾ ਹੁੰਦਾ ਕਿ ਮੇਰੇ 12 ਚੇਲੇ ਨੇ, ਉਹਨਾਂ ਦਾ ਨਾਮ ਲੈ ਕੇ ਤੁਸੀਂ ਪ੍ਰਾਰਥਨਾ ਕਰਨੀ ਹੈ, ਔਰ ਜ਼ਿਆਦਾ ਨਹੀਂ ਤਾਂ ਇੱਕ ਚੇਲੇ ਦੇ ਲਈ 10 ਮਿੰਟ ਪ੍ਰਾਰਥਨਾ ਕਰਨੀ ਹੈ, ਤਾਂ ਕਿੰਨਾ ਟਾਈਮ ਜਾਂਦਾ ਸੀਗਾ? 2 ਘੰਟੇ ਹੋ ਗਏ ਚੇਲਿਆਂ ਦੇ ਲਈ। ਫਿਰ ਯਿਸੂ ਮਸੀਹ ਦੇ ਵਾਸਤੇ ਅੱਗੇ ਪ੍ਰਾਰਥਨਾ ਕਰਨੀ ਹੈ। ਫਿਰ 70 ਚੇਲੇ ਯਿਸੂ ਮਸੀਹ ਦੇ ਹੋਰ ਵੀ ਸੀਗੇ, ਉਹਨਾਂ ਦਾ ਨਾਮ ਤਾਂ ਬਾਈਬਲ ਵਿੱਚ ਹੈ ਹੀ ਨਹੀਂ, ਫਿਰ ਉਹਨਾਂ ਦੇ ਨਾਮ ਦੀ ਪ੍ਰਾਰਥਨਾ ਕਰਨੀ ਹੈ। ਫਿਰ ਉਹਨਾਂ ਦਾ ਨਾਮ ਇਨਸਾਨ ਨੂੰ ਲੱਭਣਾ ਪੈਂਦਾ ਸੀਗਾ। ਅਗਰ ਨਾਮ ਮਿਲ ਵੀ ਜਾਂਦਾ, ਜੇ 10-10 ਮਿੰਟ ਉਹਨਾਂ ਦੇ ਲਈ ਪ੍ਰਾਰਥਨਾ ਕਰੋ, ਫਿਰ ਮਤਲਬ ਕਿੰਨਾ ਟਾਈਮ ਚਲਾ ਜਾਂਦਾ। ਲੇਕਿਨ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ? ਉਸ ਪਰਮੇਸ਼ਵਰ ਨੇ ਬਾਈਬਲ ਵਿੱਚ ਕੀ ਲਿਖ ਕੇ ਦਿੱਤਾਗਾ? ਕਿ ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ। ਮਤਲਬ ਕਿੰਨਾ ਆਸਾਨ ਕਰਤਾ ਪ੍ਰਭੂ ਯਿਸੂ ਮਸੀਹ ਨੇ, ਕਿੰਨਾ ਆਸਾਨ ਕਰਤਾ ਪ੍ਰਭੂ ਯਿਸੂ ਮਸੀਹ ਨੇ। ਫਿਰ ਕੀ ਲਿਖਿਆ ਬਾਈਬਲ ਦੇ ਵਿੱਚ? ਕਿ ਤੂੰ ਆਪਣੇ ਮਾਂ-ਬਾਪ ਦਾ ਕੀ ਕਰ? ਆਦਰ ਕਰ। ਅਗਰ ਪਰਮੇਸ਼ਵਰ ਨੇ ਲਿਖ ਕੇ ਦਿੱਤਾ ਹੁੰਦਾ ਕਿ ਤੁਸੀਂ ਆਪਣੇ ਮਾਂ-ਬਾਪ ਦੀ ਬੇਇੱਜ਼ਤੀ ਕਰੋ, ਉਹਨਾਂ ਨੂੰ ਮਾੜਾ ਬੋਲੋ, ਉਹਨਾਂ ਨੂੰ ਗਾਲਾਂ ਕੱਢੋ, ਉਹਨਾਂ ਦੀ ਮਾਰ ਕਟਾਈ ਕਰੋ, ਇਹ ਸੌਖਾ ਸੀਗਾ? ਉਸ ਤੋਂ ਬਾਅਦ ਜੋ ਇਹ ਕੰਮ ਕਰਦਾ, ਅੱਗੇ ਜਾ ਕੇ ਉਹ ਵੀ ਤਾਂ ਮਾਂ-ਬਾਪ ਬਣਨ ਵਾਲਾ ਸੀਗਾ, ਤੇ ਉਹਦੇ ਬੱਚੇ ਕੀ ਕਰਦੇ? ਉਹਦੇ ਨਾਲ ਵੀ ਇਹੀ ਕੰਮ ਕਰਦੇ। ਜਦ ਉਹਦੇ ਬੱਚੇ ਉਹਦੇ ਨਾਲ ਉਹ ਕੰਮ ਕਰਦੇ, ਅੱਗੇ ਜਾ ਕੇ ਜਦ ਉਹ ਬੱਚੇ ਜਵਾਨ ਹੁੰਦੇ, ਜਦ ਉਹਨਾਂ ਦੇ ਉੱਪਰ ਇਹ ਸਮਾਂ ਹੁੰਦਾ ਕਿ ਉਹ ਵੀ ਮਾਂ-ਬਾਪ ਬਣ ਜਾਂਦੇ, ਫਿਰ ਉਹਨਾਂ ਦੇ ਬੱਚੇ ਕੀ ਕਰਦੇ? ਉਹ ਵੀ ਤਾਂ ਇਹ ਕੰਮ ਕਰਦੇ। ਇਸ ਕਰਕੇ ਪਰਮੇਸ਼ਵਰ ਨੇ ਕਿਹਾ ਵੀ ਤੁਸੀਂ ਐਸਾ ਕੰਮ ਨਾ ਕਰੋ। ਕੀ ਕਰੋ? ਆਪਣੇ ਮਾਂ-ਬਾਪ ਦਾ ਆਦਰ ਕਰੋ। ਅਗਰ ਤੁਸੀਂ ਆਪਣੇ ਮਾਂ-ਬਾਪ ਦਾ ਆਦਰ ਕਰੋਗੇ ਤਾਂ ਫਿਰ ਤੁਹਾਡੇ ਬੱਚੇ ਤੁਹਾਡਾ ਆਦਰ ਕਰਨਗੇ, ਫਿਰ ਉਹਨਾਂ ਦੇ ਬੱਚੇ ਉਹਨਾਂ ਦਾ ਆਦਰ ਕਰਨਗੇ। ਇਹਦਾ ਮਤਲਬ ਕਿ ਪਰਮੇਸ਼ਵਰ ਨੇ ਕੋਈ ਵੀ ਆਗਿਆ ਇਨਸਾਨ ਨੂੰ ਔਖੀ ਦਿੱਤੀ ਹੀ ਨਹੀਂ।
ਮਤਲਬ ਜਿੰਨੀਆਂ ਵੀ ਆਗਿਆਵਾਂ ਨੇ ਉਹ ਕੀ ਨੇ? ਉਹ ਤਾਂ ਸੌਖੀਆਂ ਨੇ। ਪੜੋ ਮੇਰੇ ਨਾਲ ਬਚਨ। ਪਹਿਲਾ ਯਹੂਨਾ ਉਹਦਾ 5 ਅਧਿਆਇ, ਪਹਿਲਾ ਯਹੂਨਾ ਉਹਦਾ 5 ਅਧਿਆਇ, ਉਹਦਾ 3 ਵਚਨ। ਕਿਉਂ ਜੋ ਪਰਮੇਸ਼ਵਰ ਦਾ ਪ੍ਰੇਮ ਇਹ ਹੈ ਭਾਈ ਅਸੀਂ ਉਹਦੇ ਹੁਕਮਾਂ ਦੀ ਪਾਲਣਾ ਕਰੀਏ ਅਤੇ ਉਹਦੇ ਹੁਕਮ ਔਖੇ ਨਹੀਂ ਹਨ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਕੀ ਲਿਖਿਆ ਬਾਈਬਲ ਦੇ ਵਿੱਚ ਕਿ ਪਰਮੇਸ਼ਵਰ ਦਾ ਕੀ ਹੈ? ਪਰਮੇਸ਼ਵਰ ਦਾ ਪ੍ਰੇਮ ਪਰਮੇਸ਼ਵਰ ਦਾ ਪ੍ਰੇਮ ਹੈ। ਕੀ ਹੈ? ਕਿ ਅਸੀਂ ਉਹਦੇ ਹੁਕਮਾਂ ਦੀ ਕੀ ਕਰੀਏ? ਪਾਲਣਾ ਕਰੀਏ। ਕਿਉਂਕਿ ਪਰਮੇਸ਼ਵਰ ਦੇ ਹੁਕਮ ਔਖੇ ਨਹੀਂ। ਲੇਕਿਨ ਅੱਜ ਕੀ ਹੈ? ਇਨਸਾਨ ਨੂੰ ਪਰਮੇਸ਼ਵਰ ਦੇ ਵਚਨ ਹੀ ਔਖੇ ਲੱਗਦੇ ਨੇ। ਪਰਮੇਸ਼ਵਰ ਦੇ ਵਚਨ ਔਖੇ ਲੱਗਦੇ ਨੇ। ਅੱਜ ਇਨਸਾਨ ਨੂੰ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣਾ ਬੜਾ ਔਖਾ ਲੱਗਦਾਗਾ। ਹਰ ਕਿਵੇਂ? ਆਪਣੀ ਇੱਛਾ ਨੂੰ ਮਾਰ ਕੇ। ਹੁਣ ਦੇਖੋ ਯਿਸੂ ਮਸੀਹ ਦੇ ਪਿੱਛੇ ਚੱਲਣ ਦੇ ਲਈ ਸਾਰੇ ਤਿਆਰ ਨੇ, ਲੇਕਿਨ ਆਪਣੀ ਇੱਛਾ ਮਾਰੀਏ ਤਾਂ ਫਿਰ ਫਾਇਦਾ ਕੀ? ਅੱਜ ਇਨਸਾਨ ਆਪਣੀ ਇੱਛਾ ਨੂੰ ਮਾਰਨਾ ਨਹੀਂ ਚਾਹੁੰਦਾ, ਪਰ ਆਪਣੀ ਇੱਛਾ ਨਹੀਂ ਮਾਰਨਾ ਚਾਹੁੰਦਾ, ਔਰ ਚੱਲਣਾ ਕਿਹਦੇ ਪਿੱਛੇ ਚੱਲਦਾਗਾ? ਯਿਸੂ ਮਸੀਹ ਦੇ ਪਿੱਛੇ ਜਾਣਾ ਚਾਹੁੰਦਾਗਾ, ਔਰ ਯਿਸੂ ਮਸੀਹ ਦੀ ਆਗਿਆਕਾਰੀ ਕਰਨਾ ਚਾਹੁੰਦਾਗਾ। ਹੁਣ ਜਿਹੜਾ ਇਨਸਾਨ ਆਪਣੀ ਇੱਛਾ ਲੈ ਕੇ ਚੱਲਦਾਗਾ, ਆਪਣੀ ਮਰਜ਼ੀ ਲੈ ਕੇ ਚੱਲਦਾਗਾ, ਉਹ ਇਨਸਾਨ ਪ੍ਰਭੂ ਯਿਸੂ ਮਸੀਹ ਦੀ ਇੱਛਾ ਨੂੰ ਕਦੇ ਪੂਰਾ ਨਹੀਂ ਕਰ ਸਕਦਾ। ਉਹ ਇਨਸਾਨ ਪ੍ਰਭੂ ਯਿਸੂ ਮਸੀਹ ਦੀ ਮਰਜ਼ੀ ਨੂੰ ਕਦੇ ਪੂਰਾ ਕਰ ਹੀ ਨਹੀਂ ਸਕਦਾ। ਇਸੇ ਲਈ ਪ੍ਰਭੂ ਯਿਸੂ ਮਸੀਹ ਨੇ ਦੇਖਿਆ ਕਿ ਜੋ ਇਨਸਾਨ ਹੈ, ਅਗਰ ਉਹ ਆਪਣੀ ਮਰਜ਼ੀ ਲੈ ਕੇ ਆਊ, ਆਪਣੀ ਇੱਛਾ ਲੈ ਕੇ ਆਊ, ਤਾਂ ਫਿਰ ਉਹ ਇਨਸਾਨ ਮੇਰੇ ਪਿੱਛੇ ਨਹੀਂ ਚੱਲ ਸਕਦਾ। ਇਸ ਲਈ ਪ੍ਰਭੂ ਯਿਸੂ ਮਸੀਹ ਨੇ ਕਿਹਾ, ਜੋ ਕੋਈ ਮੇਰੇ ਪਿੱਛੇ ਆਉਣਾ ਚਾਹੇ, ਜੋ ਕੋਈ ਮੇਰੇ ਪਿੱਛੇ ਆਉਣਾ ਚਾਹੇ, ਤਾਂ ਉਹ ਕੀ ਕਰੇ? ਸਭ ਤੋਂ ਪਹਿਲਾਂ ਆਪਣੀ ਇੱਛਾ ਨੂੰ ਛੱਡ ਦੇਵੇ, ਆਪਣੀ ਮਰਜ਼ੀ ਨੂੰ ਛੱਡ ਦੇਵੇ, ਫਿਰ ਮੇਰੇ ਪਿੱਛੇ ਆਵੇ। ਕਿਉਂਕਿ ਮੇਰੇ ਪਿੱਛੇ ਆਓਗੇ ਤਾਂ ਕੀ ਕਰੋਗੇ? ਮੇਰੇ ਪਿੱਛੇ ਆਓਗੇ ਤਾਂ ਮੇਰੀ ਮਰਜ਼ੀ ਪੂਰੀ ਕਰੋਗੇ, ਮੇਰੀ ਮਰਜ਼ੀ ਨੂੰ ਜਾਣੋਗੇ, ਤਦੇ ਮੇਰੀ ਮਰਜ਼ੀ ਪੂਰੀ ਕਰ ਸਕਦੇ ਹੋ। ਤੇ ਲੇਕਿਨ ਅੱਜ ਲੋਕਾਂ ਨੂੰ ਕੀ ਹੈ? ਅੱਜ ਲੋਕਾਂ ਨੂੰ ਪਰਮੇਸ਼ਵਰ ਦੇ ਵਚਨ ਬਹੁਤ ਔਖੇ ਲੱਗਦੇ ਨੇ। ਅੱਜ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣਾ ਇਨਸਾਨ ਨੂੰ ਬਹੁਤ ਹੀ ਔਖਾ ਲੱਗਦਾਗਾ। ਪਰ ਸਹੀ ਦੇ ਵਿੱਚ ਇੱਕ ਗੱਲ ਕਹਿਣਾ ਚਾਹੁੰਦਾਗਾ ਕਿ ਯਿਸੂ ਮਸੀਹ ਦੇ ਪਿੱਛੇ ਚੱਲਣਾ ਇਹ ਕੋਈ ਆਮ ਐਰੇ ਗੈਰੇ ਬੰਦੇ ਦਾ ਕੰਮ ਨਹੀਂ ਹੈ। ਐਰੇ ਗੈਰੇ ਬੰਦੇ ਦਾ ਕੰਮ ਨਹੀਂ ਹੈ। ਔਰ ਯਿਸੂ ਮਸੀਹ ਦੇ ਪਿੱਛੇ ਚੱਲਣਾ ਕਿਹਦੀ ਕੰਮ ਹੈ? ਇੱਕ ਮਰਦ ਦਾ ਕੰਮ ਹੈ, ਜਿਹਨੂੰ ਮਰਦ ਕਹਿੰਦੇ ਨੇ ਲੋਕ। ਮਰਦ ਮਤਲਬ ਜਿਹਦੇ ਮੂੰਹ ਦੇ ਉੱਪਰ ਦਾੜੀ ਮੁੱਛ ਹੈ, ਉਹ ਮਰਦ ਨਹੀਂ। ਜਿਹੜਾ ਮਤਲਬ ਜਿਹਨੂੰ ਜੈਂਟਸ ਕਹਿੰਦੇ ਨੇ, ਜਿਹਨੂੰ ਆਦਮੀ ਕਹਿੰਦੇ ਨੇ, ਉਹ ਮਰਦ ਨਹੀਂ। ਮਰਦ ਕਿਹਨੂੰ ਕਹਿ ਸਕਦੇ ਆਪਾਂ? ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਗਾ, ਮੱਤੀ ਨਵੇਂ ਨਿਯਮ ਦੇ ਵਿੱਚ ਮੱਤੀ ਉਹਦਾ ਪੜੋ ਤੁਸੀਂ 28 ਦੇ ਬੱਚੇ ਨੂੰ ਬਹੁਤ ਧਿਆਨ ਨਾਲ ਸੁਣਿਓ। 28 ਦੀ ਸ਼ੁਰੂਆਤ ਤੋਂ ਪੜੋ। ਜਦ ਸਬਤ ਦਾ ਦਿਨ ਬੀਤ ਗਿਆ ਹਾਂ। ਤਾਂ ਹਫ਼ਤੇ ਦੇ ਪਹਿਲੇ ਦਿਨ ਪੈਰ ਫੁੱਟਣ ਦੇ ਵੇਲੇ ਮਰੀਮ ਮਗਦਲੀਨੀ ਅਤੇ ਦੂਈ ਮਰੀਮ ਕਬਰ ਨੂੰ ਵੇਖਣ ਆਈਆਂ। ਇਹ ਦੇਖੋ ਉੱਥੇ ਤੋਂ ਗੱਲ ਹੋ ਰਹੀ ਹੈ ਕਿ ਜਦ ਪ੍ਰਭੂ ਯਿਸੂ ਮਸੀਹ ਨੂੰ ਲੋਕਾਂ ਨੇ ਸਲੀਬ ਦੇ ਉੱਪਰ ਚਾੜ ਕੇ ਮਾਰ ਦਿੱਤਾ ਸੀਗਾ, ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਨੂੰ ਇੱਕ ਕਬਰ ਦੇ ਵਿੱਚ ਰੱਖਿਆ ਗਿਆ ਸੀਗਾ। ਪਰ ਲਿਖਿਆ ਜਦ ਸਬਤ ਦਾ ਦਿਨ ਬੀਤ ਗਿਆ ਸੀਗਾ ਤਾਂ ਉੱਥੇ ਕੁਝ ਔਰਤਾਂ ਆਈਆਂ। ਹਾਂ, ਕਿਹੜੀ ਸੀ? ਮਰੀਮ ਮਗਦਲੀਨੀ, ਇੱਕ ਮਰੀਮ ਸੀ, ਉਹ ਔਰਤਾਂ ਉੱਥੇ ਆਈਆਂ। ਕਾਹਦੇ ਲਈ ਆਈ ਸੀ ਉਹ? ਕੋਈ ਦੱਸ ਸਕਦਾ ਹੈਗਾ? ਕਾਹਦੇ ਲਈ ਉਹ ਉੱਥੇ ਆਏ ਸੀਗੇ? ਸੁਗੰਧਾ ਲੈ ਕੇ ਆਏ ਸੀਗੇ, ਮਸਾਲੇ ਲੈ ਕੇ ਆਏ ਸੀਗੇ, ਤਾਂ ਕਿ ਪ੍ਰਭੂ ਯਿਸੂ ਮਸੀਹ ਦੇ ਸਰੀਰ ਉੱਪਰ ਉਹ ਲਗਾ ਸਕਣ। ਔਰ ਜਿਹਦੇ ਨਾਲ ਕਰਕੇ ਕੀ ਹੈ, ਜੋ ਸਰੀਰ ਹੈ, ਡੈਡ ਬੋਡੀ ਹੈ, ਜੋ ਉਹ ਕੁਝ ਸਮਾਂ ਉੱਥੇ ਕੱਢ ਜਾਏ। ਫਿਰ ਅੱਗੇ ਔਰ ਵੇਖੋ ਇੱਕ ਵੱਡਾ ਭੁਚਾਲ ਆਇਆ। ਇਸ ਲਈ ਜੋ ਪ੍ਰਭੂ ਦਾ ਦੂਤ ਆਕਾਸ਼ੋਂ ਉਤਰਿਆ ਔਰ ਨੇੜੇ ਆਣ ਕੇ ਉਸ ਪੱਥਰ ਨੂੰ ਰੇੜ ਕੇ ਲਾਂਭੇ ਕਰ ਦਿੱਤਾ। ਹੁਣ ਦੇਖੋ ਜਦੋਂ ਉੱਥੇ ਸੀਗਾ ਕਿ ਜਦ ਮਰੀਮ ਸੀ, ਮਤਲਬ ਜੋ ਔਰਤਾਂ ਸੀ ਜੋ ਉਸ ਜਗ੍ਹਾ ਆਈਆਂ ਸੀਗੀਆਂ, ਔਰ ਉੱਥੇ ਸੀ ਕੀ ਸੀਗੀ? ਕਬਰ। ਔਰ ਕਬਰ ਦੇ ਉੱਪਰ ਕੀ ਸੀਗਾ? ਇੱਕ ਬਹੁਤ ਵੱਡਾ ਭਾਰੀ ਪੱਥਰ ਸੀਗਾ। ਔਰ ਪੱਥਰ ਤਾਂ ਹੈਗਾ ਸੀਗਾ, ਪੱਥਰ ਦੇ ਉੱਪਰ ਇੱਕ ਮੋਹਰ ਲੱਗੀ ਹੋਈ ਸੀਗੀ। ਮੋਹਰ ਲੱਗੀ ਸੀਗੀ ਮਤਲਬ ਉਹਦੇ ਉੱਪਰ ਕੀ ਸੀਗੀ? ਰਾਖੀ ਹੋ ਰਹੀ ਸੀ ਪੱਥਰ ਦੀ। ਔਰ ਜਦ ਰਾਖੀ ਹੋ ਰਹੀ ਸੀ ਤਾਂ ਕੀ ਹੋਇਆ? ਉੱਥੇ ਇੱਕ ਦੂਤ ਆਇਆ। ਫਿਰ ਉਸ ਦੂਤ ਨੇ ਕੀ ਕੀਤਾ? ਉਸ ਪੱਥਰ ਨੂੰ ਰੇੜ ਕੇ ਸਾਈਡ ਤੇ ਕਰਤਾ। ਜਦ ਕਿ ਉਹ ਔਰਤਾਂ ਇਹ ਸੋਚ ਰਹੀਆਂ ਸੀਗੀਆਂ ਵੀ ਹੁਣ ਕਬਰ ਦੇ ਉੱਪਰ ਜਾਤ ਰਹੀਆਂ ਨੇ, ਲੇਕਿਨ ਪੱਥਰ ਕੀ ਉਹ ਬਹੁਤ ਭਾਰਾ ਗਾ। ਹੁਣ ਅਸੀਂ ਕੀ ਆ? ਅਸੀਂ ਤਾਂ ਉਸ ਪੱਥਰ ਨੂੰ ਸਾਈਡ ਤੇ ਨਹੀਂ ਕਰ ਸਕਦੇ ਆ, ਕਿਉਂਕਿ ਅਸੀਂ ਕੀ ਆ? ਅਸੀਂ ਤਾਂ ਸਰੀਰ ਦੇ ਵਿੱਚ ਕਮਜ਼ੋਰ ਆ। ਫਿਰ ਕੀ ਹੋਇਆ? ਔਰ ਉਸ ਉੱਤੇ ਬਹਿ ਗਿਆ। ਉਹਦਾ ਰੂਪ ਬਿਜਲੀ ਵਰਗਾ ਔਰ ਉਹਦਾ ਬਸਤਰ ਬਰਫ਼ ਜਿਹਾ ਚਿੱਟਾ ਸੀ। ਹਾਂ, ਦੇਖੋ ਉਹਨਾਂ ਦਾ ਜੋ ਕੰਮ ਸੀਗਾ, ਉਹਨਾਂ ਦਾ ਕੰਮ ਆਸਾਨ ਕਰਤਾ। ਕਿਹਨੇ? ਇੱਕ ਸਵਰਗਦੂਤ ਆਇਆ, ਉਹਨੇ ਪੱਥਰ ਨੂੰ ਕੀ ਕੀਤਾ? ਧੱਕਾ ਲਾਇਆ ਜਾਂ ਸਾਈਡ ਤੇ ਕਰਤਾ, ਔਰ ਉਹਦੇ ਉੱਪਰ ਜਾ ਕੇ ਉਹ ਬੈਠ ਗਿਆ। ਫਿਰ ਕੀ ਹੋਇਆ? ਅਤੇ ਉਹਦੇ ਪੈਰ ਦੇ ਮਾਰੇ ਰੱਖ ਕੇ ਕੰਬ ਉੱਠੇ।
ਅਤੇ ਮੁਰਦਿਆਂ ਵਾਂਗੂ ਹੋ ਗਏ। ਦੇਖੋ ਹੁਣ ਜਿਹੜੇ ਉੱਥੇ ਰਾਖੇ ਸੀਗੇ, ਜੋ ਉੱਥੇ ਪਹਿਰੇਦਾਰੀ ਕਰਦੇ ਸੀਗੇ, ਉਹ ਕੌਣ ਸੀਗੇ? ਸਿਪਾਹੀ। ਮਤਲਬ ਉਹ ਤਾਂ ਮਰਦ ਸੀਗੇ। ਉਹ ਕੌਣ ਸੀਗੇ? ਉਹ ਤਾਂ ਮਤਲਬ ਜਿਹਨੂੰ ਜੈਂਟਸ ਕਹਿੰਦੇ ਨੇ, ਮਰਦ ਸੀਗੇ। ਉਹਨਾਂ ਕੀ ਕੀਤਾ ਕਿ ਜਦ ਸਵਰਗਦੂਤ ਉੱਥੇ ਆਇਆ ਤਾਂ ਉਹ ਕੀ ਹੋ ਗਏ? ਉਹ ਤਾਂ ਡਰ ਗਏ। ਆ ਡਰ ਦੇ ਮਾਰੇ ਕੀ ਹੋ ਗਏ? ਉਹ ਲੋਕ ਮੁਰਦਿਆਂ ਵਾਂਗੂ ਉੱਥੇ ਡਿੱਗ ਗਏ, ਜ਼ਮੀਨ ਦੇ ਉੱਪਰ ਡਿੱਗ ਗਏ। ਤਾਂ ਫਿਰ ਕੀ ਹੋਇਆ? ਪਰ ਦੂਤ ਨੇ ਅੱਗੋਂ ਤੀਵੀਆਂ ਨੂੰ ਕਿਹਾ, ਤੁਸੀਂ ਨਾ ਡਰੋ, ਕਿਉਂਕਿ ਮੈਂ ਜਾਣਦਾ ਹਾਂ ਜੋ ਤੁਸੀਂ ਯੀਸ਼ੂ ਨੂੰ ਜਿਹੜਾ ਸਲੀਬ ਉੱਤੇ ਚੜਾਇਆ ਗਿਆ ਸੀ ਭਾਲਦੀਆਂ ਹੋ। ਦੇਖੋ ਜਿਹੜੇ ਬੰਦੇ ਸੀਗੇ, ਹਾਂ ਜਿਹੜੇ ਮਰਦ, ਉਹ ਕੀ ਹੋ ਗਏ? ਉਹ ਤਾਂ ਉੱਥੇ ਡਿੱਗ ਕੇ ਢੇਰੀ ਹੋ ਗਏ। ਔਰ ਹੋ ਵੀ ਕੈਸੇ ਗਏ? ਜਿਵੇਂ ਮੁਰਦਾ ਹੁੰਦਾਗਾ, ਮਤਲਬ ਉਹਨਾਂ ਵਿੱਚ ਕੋਈ ਜਾਨ ਨਹੀਂ ਰਹੀ। ਦੇਖੋ ਬੰਦੇ ਜੋ ਮਰਦ, ਉਹ ਕੀ ਹੋ ਗਏ? ਉਹ ਤਾਂ ਡਿੱਗ ਗਏ ਉੱਥੇ। ਲੇਕਿਨ ਜਿਹੜੀਆਂ ਉੱਥੇ ਆਪਣੇ ਕਬਰ ਦੇ ਉੱਪਰ ਔਰਤਾਂ ਗਈਆਂ ਸੀਗੀਆਂ, ਤੇ ਦੂਤ ਉਹਨਾਂ ਨਾਲ ਕੀ ਕਰ ਰਿਹਾਗਾ? ਗੱਲਾਂ ਕਰ ਰਿਹਾਗਾ। ਅਸਲ ਦੇ ਵਿੱਚ ਕਮਜ਼ੋਰ ਕੌਣ ਹੈ? ਕਮਜ਼ੋਰ ਤਾਂ ਔਰਤ ਹੈ। ਕਮਜ਼ੋਰ ਔਰਤ ਹੈ। ਲੇਕਿਨ ਇੱਥੇ ਦੇਖੋ, ਇੱਥੇ ਕਮਜ਼ੋਰ ਕੌਣ ਹੈ? ਇੱਥੇ ਤਾਂ ਮਰਦ ਕਮਜ਼ੋਰ ਪੈ ਗਿਆ। ਇੱਥੇ ਤਾਂ ਇਨਸਾਨ ਸੀ ਜੋ ਉਹ ਕਮਜ਼ੋਰ ਪੈ ਗਿਆ। ਲੇਕਿਨ ਪਰਮੇਸ਼ਵਰ ਦੇ ਪਿੱਛੇ ਚੱਲਣਾ, ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣਾ, ਉਹ ਕਿਸੇ ਐਰੇ ਗੈਰੇ ਬੰਦੇ ਦਾ ਕੰਮ ਨਹੀਂ ਹੈ। ਉਹ ਕਿਸੇ ਆਮ ਇਨਸਾਨ ਦਾ ਕੰਮ ਨਹੀਂ ਹੈ। ਉਹਦੇ ਲਈ ਕੀ ਹੈ? ਉਹਦੇ ਲਈ ਤਾਂ ਇਨਸਾਨ ਮਰਦ ਚਾਹੀਦਾਗਾ। ਮਰਦ ਮਤਲਬ ਕਿਹੜਾ? ਕਿ ਜਿਹੜਾ ਪਰਮੇਸ਼ਵਰ ਦੀ ਆਗਿਆਕਾਰੀ ਕਰ ਸਕੇ। ਹੁਣ ਦੇਖੋ ਇਹ ਲੋਕ ਸੀਗੇ ਜਿਹੜੇ ਪਹਿਰੇਦਾਰ ਸੀਗੇ, ਜਿਹੜੇ ਸਿਪਾਹੀ ਸੀਗੇ, ਔਰ ਇਹਨਾਂ ਦੇ ਕੋਲ ਸੀਗੀ ਵਰਦੀ ਸੀਗੀ, ਇਹਨਾਂ ਦੇ ਕੋਲ ਕੀ ਸੀਗਾ? ਇਹਨਾਂ ਕੋਲ ਤਾਂ ਹਥਿਆਰ ਵੀ ਸੀਗੇ। ਲੇਕਿਨ ਜਦ ਸਵਰਗਦੂਤ ਆਇਆ, ਇਹ ਤਾਂ ਡਰ ਗਏ। ਸਵਰਗਦੂਤ ਦਾ ਰੂਪ ਕੈਸਾ ਸੀਗਾ? ਬਿਜਲੀ ਵਰਗਾ। ਉਹ ਦੇਖ ਕੇ ਉੱਥੇ ਡਰ ਗਏ। ਉਹ ਤਾਂ ਇਸ ਤਰ੍ਹਾਂ ਡਿੱਗ ਗਏ ਜ਼ਮੀਨ ਦੇ ਉੱਪਰ ਵੀ ਜਿਸ ਤਰ੍ਹਾਂ ਉਹਨਾਂ ਵਿੱਚ ਜਾਨ ਨਹੀਂ ਹੈ। ਉਹ ਤਾਂ ਮੁਰਦਿਆਂ ਵਾਂਗੂ ਹੋ ਗਏ। ਲੇਕਿਨ ਜੋ ਔਰਤਾਂ ਸੀ ਉੱਥੇ, ਮਰੀਮ, ਉਹ ਤਾਂ ਆਪਣੇ ਬਿਨਾਂ ਡਰ ਤੋਂ, ਬਿਨਾਂ ਖੌਫ ਤੋਂ ਦੂਤ ਨਾਲ ਗੱਲਾਂ ਕਰ ਰਹੀਆਂ ਨੇ। ਦੂਤ ਉਹਨਾਂ ਨਾਲ ਗੱਲ ਕਰ ਰਿਹਾਗਾ। ਹੁਣ ਦੇਖੋ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣਾ ਕਿਸੇ ਐਰੇ ਗੇਰੇ ਦਾ ਕੰਮ ਨਹੀਂ ਹੈ। ਉਹ ਲੋਕ ਤਾਂ ਯਿਸੂ ਮਸੀਹ ਦੀ ਮਤਲਬ ਜੋ ਡੈੱਡ ਬੋਡੀ ਸੀ, ਜੋ ਪ੍ਰਭੂ ਯਿਸੂ ਮਸੀਹ ਦਾ ਮੁਰਦਾ ਸਰੀਰ ਸੀਗਾ, ਉਹਦੀ ਰਾਖੀ ਕਰ ਰਹੇ ਸੀਗੇ। ਹੁਣ ਦੇਖੋ ਜਿਆਦਾ ਸਿਪਾਹੀਆਂ ਨੇ ਉਹਨੇ ਡਿਊਟੀ ਲਾਈ ਹੋਊਗੀ, ਤਾਂ ਜਦੋਂ ਡਿਊਟੀ ਲਾਈ ਹੋਊਗੀ ਔਰ ਕੋਈ ਆਮ ਇਨਸਾਨ ਨਹੀਂ ਹੋਣੇ, ਉਹ ਤਾਂ ਪੂਰੀ ਫੌਜ ਦੇ ਵਿੱਚੋਂ, ਪੂਰੀ ਸੈਨਾ ਦੇ ਵਿੱਚੋਂ ਤਾਕਤਵਰ ਹੋਣਗੇ, ਚੁਣਵੇਂ ਲੋਕ ਹੋਣਗੇ ਜਿਹੜੇ ਉੱਥੇ ਪੈਰੇ ਦੇ ਉੱਪਰ ਖੜੇ ਸੀਗੇ। ਹੁਣ ਮਾੜਾ ਮੋਟਾ ਤਾਂ ਪੈਰੇ ਦੇ ਉੱਪਰ ਕੋਈ ਖੜ ਵੀ ਨਹੀਂ ਸਕਦਾ। ਲੇਕਿਨ ਉਹ ਵਧੀਆ ਲੋਕ ਸੀਗੇ, ਤਾਕਤਵਰ ਲੋਕ ਸੀਗੇ, ਸਰੀਰ ਦੇ ਵਿੱਚ ਦੇਖਣ ਨੂੰ ਵਧੀਆ ਹੋਣਗੇ, ਖਾਣ ਪੀਣ ਦੇ ਵਿੱਚ ਵਧੀਆ ਹੋਣਗੇ। ਲੇਕਿਨ ਜਦ ਸਵਰਗਦੂਤ ਆਇਆ ਤਾਂ ਉਹ ਤਾਂ ਜ਼ਮੀਨ ਦੇ ਉੱਪਰ ਡਿੱਗ ਗਏ। ਔਰ ਇਸ ਤਰ੍ਹਾਂ ਡਿੱਗੇ ਕਿ ਉਹਨਾਂ ਵਿੱਚ ਕੋਈ ਜਾਨ ਹੀ ਨਹੀਂ ਹੈ, ਉਹਨਾਂ ਦੇ ਵਿੱਚ ਕੋਈ ਪ੍ਰਾਣ ਨਹੀਂ ਹੈ। ਲੇਕਿਨ ਦੇਖੋ ਉੱਥੇ ਔਰਤਾਂ ਬੜੀ ਹਿੰਮਤ ਨਾਲ, ਬੜੀ ਦਲੇਰੀ ਨਾਲ ਉੱਥੇ ਖੜੀਆਂ ਨੇ, ਔਰ ਸਵਰਗਦੂਤ ਉਹਨਾਂ ਨਾਲ ਗੱਲਾਂ ਵੀ ਕਰ ਰਿਹਾ ਹੈਗਾ। ਕਹਿਣ ਦਾ ਮਤਲਬ ਕਿ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣਾ ਉਹ ਆਮ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ। ਹਾਂ, ਇਨਸਾਨ ਬੰਦਗੀ ਵਿੱਚ ਜਾ ਸਕਦਾ ਹੈਗਾ, ਇਨਸਾਨ ਪ੍ਰਾਰਥਨਾ ਵੀ ਕਰ ਸਕਦਾ ਹੈਗਾ, ਇਨਸਾਨ ਬਾਈਬਲ ਵੀ ਪੜ੍ਹ ਸਕਦਾ ਹੈਗਾ, ਰੱਬ ਦੇ ਦਾਸ ਲੋਕਾਂ ਨੂੰ ਘਰੇ ਬੁਲਾ ਕੇ ਖਾਣਾ ਵੀ ਖਵਾ ਸਕਦਾ ਹੈਗਾ, ਉਹਨਾਂ ਦਾ ਮਾਨ ਸਨਮਾਨ ਵੀ ਕਰ ਸਕਦਾ ਹੈਗਾ, ਉਹਨਾਂ ਨੂੰ ਕੱਪੜੇ ਵੀ ਦੇ ਸਕਦਾ ਹੈਗਾ। ਲੇਕਿਨ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣਾ ਉਹ ਹਰ ਇੱਕ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ। ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣਾ ਉਹ ਕਿਸੇ ਐਰੇ ਗੈਰੇ ਇਨਸਾਨ ਦੀ ਗੱਲ ਨਹੀਂ ਹੈ। ਉਹਦੇ ਲਈ ਕੀ ਚਾਹੀਦਾ ਹੈਗਾ? ਉਹਦੇ ਲਈ ਤਾਂ ਇਨਸਾਨ ਮਰਦ ਚਾਹੀਦਾ ਹੈਗਾ। ਮਰਦ ਕੈਸਾ? ਇੱਕ ਵਾਰ ਆਪਾਂ ਨੇ ਅਬਰਾਹਮ ਬਾਰੇ ਕਈ ਵਾਰ ਸੁਣਿਆਗਾ, ਕਈ ਵਾਰ ਪੜ੍ਹਿਆ ਵੀ ਹੈ ਬਾਈਬਲ ਦੇ ਵਿੱਚੋਂ ਕਿ ਅਬਰਾਹਮ, ਜਿਸ ਨੂੰ ਕਿੰਨੇ ਸਾਲ ਦੀ ਉਮਰ ਦੇ ਵਿੱਚ ਬੇਟਾ ਹੋਇਆ ਸੀਗਾ? ਅਬਰਾਹਮ ਦੀ ਉਮਰ 100 ਸਾਲ ਦੀ ਹੋ ਚੁੱਕੀ ਸੀ। ਅਬਰਾਹਮ ਦੀ ਉਮਰ 100 ਸਾਲ ਦੀ ਹੋ ਚੁੱਕੀ ਸੀ ਕਿ ਜਦ ਉਸਨੂੰ ਪਰਮੇਸ਼ਵਰ ਨੇ ਇੱਕ ਬੇਟਾ ਦਿੱਤਾ। ਹੁਣ ਦੇਖੋ 100 ਸਾਲ ਦਾ ਇਨਸਾਨ ਹੈ ਜੋ, ਉਹ ਕੈਸਾ ਹੋਊਗਾ? ਆਪਾਂ ਹੁਣ ਤੱਕ ਮੈਂ ਤਾਂ ਨਹੀਂ ਵੈਸੇ ਕੋਈ 100 ਸਾਲ ਦਾ ਇਨਸਾਨ ਨਹੀਂ ਦੇਖਿਆ। ਅਗਰ ਜੇ ਕਦੇ ਦੇਖਿਆ ਹੋਊਗਾ ਤਾਂ ਉਹ ਕੈਸਾ ਹੋਊਗਾ? ਉਹ ਤਾਂ ਬਿਸਤਰ ਦੇ ਉੱਪਰ, ਮੰਜੇ ਦੇ ਉੱਪਰ ਪਿਆ ਹੋਊਗਾ। ਅੱਖਾਂ ਕੰਮ ਨਹੀਂ ਕਰਦੀਆਂ, ਕੰਨ ਕੰਮ ਨਹੀਂ ਕਰਦੇ, ਹੁਣ ਤਾਂ ਜ਼ੁਬਾਨ ਵੀ ਕੰਮ ਨਹੀਂ ਕਰਦੀ। ਹੁਣ ਪਰਿਵਾਰ ਦੇ ਲੋਕ ਵੀ ਕੀ ਚਾਹੁੰਦੇ ਨੇ ਕਿ ਹੁਣ ਇਹ ਬਸ ਅੱਗੇ ਚਲਾ ਜਾਏ। ਹੁਣ ਕੀ ਹੈ? ਹੁਣ ਇਹਦੀ ਮੁਕਤੀ ਹੋ ਜਾਏ। ਪਰਿਵਾਰ ਦੇ ਲੋਕ ਤਾਂ ਇਹ ਕਹਿੰਦੇ ਨੇ, ਕਿਉਂ? ਬਸ ਬਹੁਤ ਹੋ ਗਿਆ ਹੁਣ ਇਹਦੇ ਲਈ। ਹੁਣ ਨਾ ਤੇ ਖਾਂਦਾਗਾ, ਨਾ ਇਹ ਪੀਂਦਾ, ਨਾ ਉੱਠਦਾ, ਨਾ ਬੈਠਦਾ, ਨਾ ਬੋਲਦਾ, ਨਾ ਦੇਖਦਾ। ਇਨਸਾਨ ਹੈ ਜੋ। ਹੁਣ ਉਹਦੇ ਜੇ ਪਰਿਵਾਰ ਦੇ ਲੋਕ ਨੂੰ ਕਹਿੰਦੇ ਨੇ ਬਾਜੀ ਹੁਣ ਕੀ ਹੈ? ਹੁਣ ਇਹ ਅੱਗੇ ਚਲਾ ਜਾਏ। ਮਤਲਬ ਕਹਿਣ ਦਾ ਭਾਵ ਕੀ, ਚਾਹੇ 100 ਸਾਲ ਦੀ ਉਮਰ ਉਹਦੀ ਨਹੀਂ ਵੀ ਹੈ, ਅਗਰ ਘੱਟ ਵੀ ਹੈ, ਅਗਰ ਕੋਈ ਐਸਾ ਇਨਸਾਨ ਹੈ ਤਾਂ ਉਹਦੇ ਲਈ ਕੀ ਕਹਿੰਦੇ ਨੇ? ਇਹ ਅੱਗੇ ਚਲਾ ਜਾਏ। ਲੇਕਿਨ ਸਹੀ ਦੇ ਵਿੱਚ ਜੋ ਅਬਰਾਹਮ ਹੈ 100 ਸਾਲ ਦੀ ਉਮਰ ਦੇ ਵਿੱਚ ਉਹਨੂੰ ਤਾਂ ਪਰਮੇਸ਼ਵਰ ਨੇ ਬੇਟਾ ਦਿੱਤਾ। ਹੁਣ ਦੇਖੋ 100 ਸਾਲ ਦੀ ਉਮਰ ਦੇ ਵਿੱਚ ਅਬਰਾਹਮ ਵੀ ਕਾਫੀ ਬੁੜਾ ਹੋ ਗਿਆ ਸੀਗਾ। ਔਰ ਇਸ ਤੋਂ ਬਾਅਦ ਕੁਝ ਸਮਾਂ ਲੰਘਿਆ ਤਾਂ ਪਰਮੇਸ਼ਵਰ ਨੇ ਇੱਕ ਵਾਰ ਗੱਲ ਕਰੀ ਅਬਰਾਹਮ ਦੇ ਨਾਲ, ਅਬਰਾਹਮ
ਤੇ ਅਬਰਾਹਮ ਨੇ ਗੱਲ ਕਰੀ, ਹਾਂ ਪਰਮੇਸ਼ਵਰ ਮੈਂ ਹਾਜ਼ਰ ਹਾਂ। ਤਾਂ ਪਰਮੇਸ਼ਵਰ ਨੇ ਕਿਹਾ, ਇਦਾਂ ਕਰ, ਜੋ ਤੇਰਾ ਬੇਟਾ ਇਸਹਾਕ ਹੈ ਇਹਨੂੰ ਕੀ ਕਰ, ਇਹਨੂੰ ਬਲੀ ਕਰ ਦੇ। ਤਾਂ ਅਬਰਾਹਮ ਕੀ ਹੋ ਗਿਆ, ਅਬਰਾਹਮ ਤਿਆਰ ਹੋ ਗਿਆ। ਹੁਣ ਉਹਦਾ ਜੋ ਬੇਟਾ ਸੀਗਾ ਉਹ ਤਕਰੀਬਨ 33 ਜਾਂ 34 ਸਾਲ ਦੇ ਵਿੱਚ ਸੀਗਾ। ਉਹਦਾ ਬੇਟਾ ਇਸਹਾਕ 33 34 ਸਾਲ ਦੇ ਵਿੱਚ ਸੀਗਾ। ਅਬਰਾਹਮ ਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ ਫਿਰ? 133 ਸਾਲ ਜਾਂ 134 ਸਾਲ ਦੇ ਵਿੱਚ, ਇੰਨੀ ਉਮਰ ਉਹਦੀ ਹੋਣੀ ਚਾਹੀਦੀ ਹੈ। ਹੁਣ ਦੇਖੋ ਉਹ ਤਾਂ ਕਾਫੀ ਬੁੜਾ ਹੋ ਗਿਆ, ਹੁਣ ਬੇਟਾ ਉਹਦਾ ਕਾਫੀ ਜਵਾਨ ਹੈ। ਲੇਕਿਨ ਅਬਰਾਹਮ ਨੇ ਕਿਹਾ, ਠੀਕ ਹੈ ਪਰਮੇਸ਼ਵਰ, ਤੁਸੀਂ ਕਹਿ ਰਹੇ ਹੋ ਤਾਂ ਮੈਂ ਆਪਣੇ ਬੇਟੇ ਨੂੰ ਬਲੀ ਕਰ ਦਿੰਦਾਗਾ। ਔਰ ਬਲੀ ਕਰਨ ਦੇ ਲਈ ਅਬਰਾਹਮ ਆਪਣੇ ਬੇਟੇ ਨੂੰ ਨਾਲ ਲੈ ਕੇ ਚਲਾ ਗਿਆ। ਔਰ ਆਪਾਂ ਨੂੰ ਪਤਾ ਹੈ ਕਿ 3 ਦਿਨ ਦਾ ਸਫ਼ਰ ਕੀਤਾ। ਸਫ਼ਰ ਕਰਨ ਤੋਂ ਬਾਅਦ ਉਸਨੇ ਇੱਕ ਕੀ ਬਣਾਈ, ਜਗਵੇਦੀ ਬਣਾਈ, ਔਰ ਆਪਣੇ ਬੇਟੇ ਨੂੰ ਉਹਦੇ ਉੱਪਰ ਲਿਟਾ ਦਿੱਤਾ, ਉੱਪਰ ਬੰਨ੍ਹ ਦਿੱਤਾ। ਔਰ ਆਪਣੇ ਬੇਟੇ ਨੂੰ ਕੀ ਕਰਨ ਲੱਗਿਆ, ਉਹ ਕੁਰਬਾਨ ਕਰਨ ਲੱਗਿਆ। ਔਰ ਜਦ ਛੁਰੀ ਉਹਦੇ ਉੱਪਰ ਲੈ ਕੇ ਹੀ ਆਇਆਗਾ ਤਾਂ ਪਰਮੇਸ਼ਵਰ ਨੇ ਜਦੋਂ ਹੀ ਕਹਿਤਾ, ਅਬਰਾਹਮ ਠਹਿਰ ਜਾ, ਮੈਂ ਜਾਣ ਗਿਆ ਕਿ ਤੂੰ ਕੀ ਕਰਦਾਂਗਾ, ਤੂੰ ਮੇਰਾ ਭੈ ਰੱਖਦਾਂਗਾ, ਤੂੰ ਮੇਰਾ ਡਰ ਰੱਖਦਾਂਗਾ। ਦੇਖੋ ਉਸ ਤੋਂ ਬਾਅਦ ਪਰਮੇਸ਼ਵਰ ਨੇ ਅਬਰਾਹਮ ਨੂੰ ਕੀ ਕਿਹਾ ਕਿ ਤੂੰ ਕੀ ਹੈ, ਤੂੰ ਵਿਸ਼ਵਾਸੀਆਂ ਦਾ ਬਾਪ ਹੈ। ਦੇਖੋ ਇਹਨੂੰ ਕਹਿੰਦੇ ਨੇ ਮਰਦ। ਇਹਨੂੰ ਕੀ ਕਹਿੰਦੇ ਨੇ, ਇਹਨੂੰ ਮਰਦ ਕਹਿੰਦੇ ਨੇ। ਮਰਦ ਕਿਹਨੂੰ ਕਹਿੰਦੇ ਨੇ, ਕਿ ਜੋ ਇਨਸਾਨ ਪਰਮੇਸ਼ਵਰ ਦੇ ਪਿੱਛੇ ਚੱਲਦਾ ਹੈਗਾ, ਜੋ ਇਨਸਾਨ ਪਰਮੇਸ਼ਵਰ ਦੇ ਪਿੱਛੇ ਆਗਿਆਕਾਰੀ ਕਰਨ ਦੇ ਲਈ ਚੱਲਦਾ ਹੈਗਾ। ਚਾਹੇ ਇਨਸਾਨ ਦਾੜੀ ਮੁੱਛ ਰੱਖਦਾ ਗਾ, ਉਹਨੂੰ ਪਰਮੇਸ਼ਵਰ ਮਰਦ ਨਹੀਂ ਕਹਿੰਦਾ ਅਗਰ ਉਹ ਆਗਿਆਕਾਰੀ ਨਾ ਕਰੇ। ਅਗਰ ਔਰਤ ਆਗਿਆਕਾਰੀ ਕਰਦੀ ਹੈ, ਔਰਤ ਮਸੀਹ ਦੇ ਵਿੱਚ ਚੱਲਦੀ ਹੈ, ਤਾਂ ਉਹ ਕੀ ਹੈ, ਉਹ ਜਿਗਰੇ ਵਾਲੇ ਨੇ। ਉਹ ਕੀ ਕਹਿੰਦੇ ਨੇ, ਉਸ ਨੂੰ ਮਰਦ ਕਿਹਾ ਜਾਂਦਾ। ਕਿ ਵੀ ਹਾਂ ਦੇਖੋ ਮਰੀਅਮ ਲੋਕ ਜਦ ਉੱਥੇ ਗਏ ਤਾਂ ਉੱਥੇ ਕੀ ਕਿਹਾ ਕਿ ਜੋ ਇਨਸਾਨ ਸੀਗਾ, ਜੋ ਮਰਦ ਸੀਗਾ, ਉਹ ਕੀ ਪੈ ਗਿਆ ਉੱਥੇ, ਉਹ ਤਾਂ ਕਮਜ਼ੋਰ ਪੈ ਗਿਆ। ਕਮਜ਼ੋਰ ਪੈਣ ਦੇ ਨਾਲ ਉਹ ਤਾਂ ਇਸ ਤਰ੍ਹਾਂ ਡਿੱਗ ਗਿਆ ਜਿਸ ਤਰ੍ਹਾਂ ਇੱਕ ਮੁਰਦਾ ਹੁੰਦਾਗਾ। ਲੇਕਿਨ ਉੱਥੇ ਔਰਤਾਂ ਸੀ ਜੋ ਯਿਸੂ ਮਸੀਹ ਦੇ ਪਿੱਛੇ ਚੱਲਦੀਆਂ ਸੀ, ਜੋ ਯਿਸੂ ਮਸੀਹ ਨੂੰ ਪਿਆਰ ਕਰਦੇ ਸੀਗੇ, ਉਹ ਤਾਂ ਬੜੀ ਮਤਲਬ ਹਿੰਮਤ ਨਾਲ ਉੱਥੇ ਖੜੇ ਰਹੇ ਔਰ ਦੂਤ ਨਾਲ ਗੱਲਾਂ ਬਾਤਾਂ ਕਰ ਰਹੀਆਂ ਨੇ। ਹੁਣ ਅਬਰਾਹਮ ਦੇਖੋ, ਉਹ ਆਪਣੇ ਬੇਟੇ ਨੂੰ ਕੁਰਬਾਨ ਕਰਨ ਦੇ ਲਈ ਤਿਆਰ ਹੋ ਗਿਆ। ਮਤਲਬ ਕਿ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣਾ, ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣਾ ਉਹ ਐਰੇ ਗੈਰੇ ਇਨਸਾਨ ਦਾ ਕੰਮ ਨਹੀਂ ਹੈ। ਐਰੇ ਗੈਰੇ ਇਨਸਾਨ ਦਾ ਕੰਮ ਨਹੀਂ ਹੈ। ਕਿਉਂ? ਅਬਰਾਹਮ ਨੇ ਇੱਕ ਵਾਰ ਸਵਾਲ ਨਹੀਂ ਕੀਤਾ, ਪਰਮੇਸ਼ਵਰ ਇਸ ਉਮਰ ਦੇ ਵਿੱਚ ਆ ਕੇ ਮੈਂ ਆਪਣੇ ਬੇਟੇ ਨੂੰ ਕੁਰਬਾਨ ਕੀਤਾ ਤਾਂ ਕੀ ਬਣੇਗਾ ਮੇਰਾ? ਅਬ ਪਰਮੇਸ਼ਵਰ ਮੈਂ ਤਾਂ ਬਹੁਤ ਬੁੱਢਾ ਹੋ ਚੁੱਕਿਆਗਾ, ਮੇਰਾ ਬੇਟਾ ਤਾਂ ਬਹੁਤ ਜਵਾਨ ਹੈ, ਕਿਤੇ ਮੇਰਾ ਬੇਟਾ ਮੇਰੀ ਬਲੀ ਨਾ ਕਰ ਦੇਵੇ। ਉਹਦੇ ਮਨ ਦੇ ਵਿੱਚ ਡਰ ਨਹੀਂ ਆਇਆ। ਅਬਰਾਹਮ ਦੇ ਜੀਵਨ ਦੇ ਵਿੱਚ ਰੱਤੀ ਪਰ ਵੀ ਡਰ ਨਹੀਂ ਆਇਆ। ਇਹਦਾ ਮਤਲਬ ਕਿ ਉਹਦੇ ਜੀਵਨ ਦੇ ਵਿੱਚ ਡਰ ਨਹੀਂ ਸੀਗਾ। ਇਸ ਲਈ ਉਹ ਕੀ ਸੀਗਾ, ਉਸ ਨੂੰ ਪਰਮੇਸ਼ਵਰ ਕੀ ਕਹਿੰਦੇ ਨੇ, ਉਹ ਮਰਦ ਹੈ। ਉਸ ਨੂੰ ਪ੍ਰਭੂ ਯਿਸੂ ਮਸੀਹ ਕੀ ਕਹਿੰਦੇ ਨੇ, ਉਹ ਤਾਂ ਮਰਦ ਹੈ। ਲੇਕਿਨ ਅੱਜ ਮਸੀਹ ਦੇ ਵਿੱਚ ਚੱਲਦੇ ਨੇ ਲੋਕ। ਅੱਜ ਇਨਸਾਨ ਦੇ ਜੀਵਨ ਵਿੱਚ ਕੀ ਹੈ, ਡਰ ਹੈ। ਡਰ ਕਿਹੜੀ ਚੀਜ਼ ਦਾ? ਜ਼ਿਆਦਾਤਰ ਲੋਕਾਂ ਨੂੰ ਡਰ ਲੱਗਦਾ ਹੈਗਾ ਬਪਤਿਸਮਾ ਤੋਂ। ਅਸੀਂ ਬਪਤਿਸਮਾ ਨਹੀਂ ਲੈ ਸਕਦੇ। ਕਿਉਂ? ਅਗਰ ਅਸੀਂ ਬਪਤਿਸਮਾ ਲੈ ਲਿਆ ਤਾਂ ਸਾਨੂੰ ਸਭ ਕੁਝ ਛੱਡਣਾ ਪਊਗਾ। ਸਾਨੂੰ ਬਰਾਦਰੀ ਛੱਡਣੀ ਪਊਗੀ, ਸਾਨੂੰ ਸਮਾਜ ਛੱਡਣਾ ਪਊਗਾ, ਸਾਨੂੰ ਨਸ਼ਾ ਛੱਡਣਾ ਪਊਗਾ, ਸਾਨੂੰ ਗੰਦੇ ਗੀਤਾਂ ਪਰ ਨੱਚਣਾ ਟੱਪਣਾ ਛੱਡਣਾ ਪਊਗਾ, ਸਾਨੂੰ ਇਦਾਂ ਕਰਨਾ ਪਊਗਾ, ਸਾਨੂੰ ਇਦਾਂ ਕਰਨਾ ਪਊਗਾ। ਅਸੀਂ ਬਪਤਿਸਮਾ ਨਹੀਂ ਲੈ ਸਕਦੇ। ਕਿਉਂ? ਇੱਕ ਡਰ ਹੈ ਇਨਸਾਨ ਦੇ ਅੰਦਰ, ਇੱਕ ਡਰ ਹੈ ਇਨਸਾਨ ਦੇ ਅੰਦਰ। ਔਰ ਬਾਈ ਦੀ ਵਿੱਚ ਅਗਰ ਇਨਸਾਨ ਦਾ ਬਪਤਿਸਮਾ ਸਹੀ ਨਹੀਂ ਹੋਇਆ, ਅਗਰ ਉਸ ਇਨਸਾਨ ਦਾ ਬਪਤਿਸਮਾ ਗਲਤ ਹੋਇਆਗਾ, ਜਿਸ ਤਰ੍ਹਾਂ ਬਾਈਬਲ ਦੱਸਦੀ ਹੈ, ਅਗਰ ਉਸਦੇ ਅਨੁਸਾਰ ਬਪਤਿਸਮਾ ਨਹੀਂ ਹੋਇਆ ਤਾਂ ਉਸ ਇਨਸਾਨ ਦੇ ਦਿਮਾਗ ਵਿੱਚ ਕੀ ਬੈਠਾ ਹੋਇਆਗਾ, ਅਗਰ ਬਪਤਿਸਮਾ ਦੁਬਾਰਾ ਲੈ ਲਿਆ ਪਾਪ ਹੀ ਨਾ ਕਰ ਦਈਏ, ਅਗਰ ਬਪਤਿਸਮਾ ਦੁਬਾਰਾ ਲੈ ਲਿਆ ਕਿਤੇ ਗਲਤੀ ਨਾ ਹੋ ਜਾਏ। ਇਨਸਾਨ ਇਸ ਤਰ੍ਹਾਂ ਸੋਚਦਾਗਾ। ਫਿਰ ਜਿਹੜੇ ਲੋਕ ਸੰਸਥਾ ਨਾਲ ਜੁੜੇ ਹੋਏ ਨੇ, ਜਿਹੜੇ ਲੋਕ ਕਿਸੇ ਕਲੀਸਿਆ ਨਾਲ ਜੁੜੇ ਹੋਏ ਨੇ, ਜਾਂ ਫਿਰ ਜਿਹੜੇ ਕਿਸੇ ਪਾਸਟਰ ਨਾਲ ਜੁੜੇ ਹੋਏ ਨੇ, ਫਿਰ ਉਹਨਾਂ ਦੇ ਮਨ ਦੇ ਵਿੱਚ ਕੀ ਹੈ, ਅਗਰ ਅਸੀਂ ਬਪਤਿਸਮਾ ਲੈ ਲਿਆ ਤਾਂ ਸਾਡਾ ਪਾਸਟਰ ਸਾਨੂੰ ਸਵਾਲ ਨਾ ਕਰੇ, ਸਾਡਾ ਪਾਸਟਰ ਕਿਤੇ ਸਾਨੂੰ ਵਾਰ-ਵਾਰ ਪੁੱਛੇ ਹੀ ਨਾ, ਸਾਡਾ ਪਾਸਟਰ ਕਿਤੇ ਸਾਨੂੰ ਸਾਡੀ ਕਲੀਸਿਆ ਵਿੱਚੋਂ ਬਾਹਰ ਨਾ ਕੱਢ ਦੇਵੇ। ਮਤਲਬ ਇਨਸਾਨ ਦੇ ਅੰਦਰ ਕੀ ਹੈ, ਡਰ ਆ ਜਾਂਦਾਗਾ, ਡਰ ਆ ਜਾਂਦਾਗਾ। ਜਦ ਕਿ ਬਾਈਬਲ ਦੇ ਵਿੱਚ ਲਿਖਿਆ ਗਾ, ਰਸੂਲਾਂ ਦੇ ਕਿਤਾਬ ਉਹਦੇ 19 ਦੇ ਉਹਦੇ 1 ਤੋਂ ਲੈ ਕੇ 6 ਤੱਕ, ਉੱਥੇ ਸੰਤ ਪੌਲਸ ਜੀ ਦਾ, ਸੰਤ ਪੌਲਸ ਜਦ ਉਹ ਐਫਸੀਆ ਦੀ ਕਲੀਸਿਆ ਵਿੱਚ ਗਿਆ ਤਾਂ ਉੱਥੇ ਉਸਨੇ ਦੇਖਿਆ ਕੁਝ ਲੋਕ ਸੀਗੇ ਜੋ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਵੀ ਕਰ ਰਹੇ ਸੀਗੇ, ਪ੍ਰਭੂ ਯਿਸੂ ਮਸੀਹ ਦਾ ਕੰਮ ਵੀ ਕਰ ਰਹੇ ਸੀਗੇ। ਔਰ ਪ੍ਰਭੂ ਯਿਸੂ ਮਸੀਹ ਦਾ ਜਦ ਕੰਮ ਕਰ ਰਹੇ ਨੇ, ਜਦ ਪ੍ਰਭੂ ਯਿਸੂ ਮਸੀਹ ਦੇ ਪ੍ਰਚਾਰ ਕਰ ਰਹੇ ਨੇ, ਤਾਂ ਪੌਲਸ ਨੂੰ ਸਵਾਲ ਹੋ ਗਿਆ ਵੀ ਇਹ ਤਾਂ ਵਿਸ਼ਵਾਸੀ ਨੇ, ਔਰ ਵਿਸ਼ਵਾਸੀ ਵੀ ਕੈਸੇ, ਕਿ ਤਾਂ ਲੋਕਾਂ ਨੂੰ ਵਚਨ ਸਿਖਾਉਂਦੇ ਨੇ, ਲੋਕਾਂ ਦੀ ਪ੍ਰਾਰਥਨਾਵਾਂ ਕਰਦੇ ਨੇ। ਤਾਂ ਉਸ ਨੂੰ ਜਦ ਸਵਾਲ ਹੋਇਆ ਤਾਂ ਪੌਲਸ ਨੇ ਉਹਨਾਂ ਨੂੰ ਪੁੱਛਿਆ, ਔਰ ਕੀ ਪੁੱਛਿਆ ਆਪਾਂ ਬਾਈਬਲ ਦੇ ਵਿੱਚ ਪੜਾਂਗੇ, ਰਸੂਲਾਂ ਦੇ ਕਿਤਾਬ
ਉਹਦਾ 19 ਅਧਿਆਏ ਨਵੇਂ ਨਿਯਮ ਦੇ ਵਿੱਚ ਰਸੂਲਾਂ ਦੀ ਕਿਤਾਬ ਉਹਦਾ 19 ਅਧਿਆਏ ਉਹਦਾ 3 ਤੋਂ ਪੜੋ। ਉਹਨਾਂ ਆਖਿਆ ਫਿਰ ਤੁਸੀਂ ਕਾਹਦਾ ਬਪਤਿਸਮਾ ਲਿਆ? ਹਾਂ 2 ਤੋਂ ਪੜੋ। ਅਤੇ ਕਈ ਚੇਲਿਆਂ ਨੂੰ ਲੱਭ ਕੇ ਉਹਨਾਂ ਨੂੰ ਆਖਿਆ, ਜਾਂ ਤੁਸੀਂ ਨਿਸ਼ਚਾ ਕੀਤੀ ਤਾਂ ਕੀ ਤੁਹਾਨੂੰ ਪਵਿੱਤਰ ਆਤਮਾ ਮਿਲਿਆ? ਉਹਨਾਂ ਉਸ ਨੂੰ ਕਿਹਾ, ਅਸਾਂ ਤਾਂ ਇਹ ਸੁਣਿਆ ਵੀ ਨਹੀਂ ਭਾਈ ਪਵਿੱਤਰ ਆਤਮਾ ਹੈਗਾ ਹੈ। ਦੇਖੋ ਇਹ ਲੋਕ ਕੀ ਕਰਦੇ ਸੀਗੇ? ਵਿਸ਼ਵਾਸ ਕਰਦੇ ਸੀਗੇ। ਇਹ ਜਿਹੜੇ ਚੇਲੇ ਸੀਗੇ ਇਹ ਵੀ ਤਾਂ ਵਿਸ਼ਵਾਸ ਕਰਦੇ ਸੀਗੇ। ਜਦ ਵਿਸ਼ਵਾਸ ਕਰਦੇ ਸੀਗੇ ਤਾਂ ਪੌਲਸ ਨੂੰ ਸਵਾਲ ਹੋਇਆ, ਯਾਰ ਇਹ ਕੈਸੇ ਵਿਸ਼ਵਾਸੀ, ਇਹ ਕਹੇ ਜਿਹੇ ਵਿਸ਼ਵਾਸੀ ਨੇ, ਇਹ ਕੈਸੇ ਲੋਕ ਨੇ ਜੋ ਪ੍ਰਭੂ ਯਿਸੂ ਮਸੀਹ ਨੂੰ ਮੰਨਦੇ ਨੇ ਔਰ ਜਿਸ ਤਰ੍ਹਾਂ ਦੇ ਜੀਵਨ ਇਹਨਾਂ ਦਾ ਹੋਣਾ ਚਾਹੀਦਾ ਗਾ ਉਸ ਤਰ੍ਹਾਂ ਦਾ ਜੀਵਨ ਇਹਨਾਂ ਦਾ ਹੈ ਹੀ ਨਹੀਂ। ਔਰ ਜਦ ਪੌਲਸ ਨੂੰ ਸਵਾਲ ਹੋਇਆ ਤਾਂ ਪੌਲਸ ਨੇ ਪੁੱਛਿਆ, ਭਾਈ ਜਦ ਤੁਸੀਂ ਨੇ ਬਪਤਿਸਮਾ ਲਿਆ ਸੀਗਾ ਕੀ ਤੁਹਾਨੂੰ ਪਵਿੱਤਰ ਆਤਮਾ ਮਿਲਿਆ? ਤਾਂ ਉਹਨਾਂ ਲੋਕਾਂ ਨੇ ਕੀ ਕਿਹਾ ਕਿ ਅਸੀਂ ਤਾਂ ਸੁਣਿਆ ਹੀ ਨਹੀਂ ਕਦੇ ਕਿ ਪਵਿੱਤਰ ਆਤਮਾ ਵੀ ਹੈਗਾ। ਤਾਂ ਫਿਰ ਪੌਲਸ ਨੇ ਗੱਲ ਕੀ ਕੀਤੀ? ਉਹਨਾਂ ਆਖਿਆ ਫਿਰ ਤੁਸੀਂ ਕਾਹਦਾ ਬਪਤਿਸਮਾ ਲਿਆ? ਫਿਰ ਪੌਲਸ ਨੇ ਸਿੱਧਾ ਹੀ ਕਹਿਤਾ ਉਹਨਾਂ ਨੂੰ, ਫਿਰ ਭਰਾਵਾ ਜਦ ਤੁਹਾਡੇ ਨੂੰ ਪਵਿੱਤਰ ਆਤਮਾ ਹੀ ਨਹੀਂ ਮਿਲਿਆ ਫਿਰ ਤੁਹਾਡਾ ਬਪਤਿਸਮਾ ਕਾਹਦਾ ਹੋਇਆ? ਪੌਲਸ ਡਰੇ ਨਹੀਂ, ਪੌਲਸ ਨੇ ਸਪਸ਼ਟ ਹੀ ਕਹਿਤਾ ਫਿਰ ਤੁਹਾਡਾ ਬਪਤਿਸਮਾ ਕਾਹਦਾ ਹੋਇਆ? ਫਿਰ ਤੁਸੀਂ ਕਿਹੜੀ ਚੀਜ਼ ਦਾ ਬਪਤਿਸਮਾ ਲਿਆਗਾ? ਫਿਰ ਉਹ ਬੋਲੇ ਯਹੂਨਾ ਦਾ ਬਪਤਿਸਮਾ। ਉਹ ਤਾਂ ਕਹਿੰਦੇ ਭਾਈ ਅਸੀਂ ਤਾਂ ਯਹੂਨਾ ਦਾ ਬਪਤਿਸਮਾ ਲਿਆਗਾ। ਔਰ ਯਹੂਨਾ ਕੌਣ ਸੀਗਾ? ਜੋ ਕਹਿੰਦਾ ਸੀਗਾ ਕਿ ਮੈਂ ਤਾਂ ਸਿਰਫ ਇਸ ਲਈ ਭੇਜਿਆ ਗਿਆਗਾ, ਮੈਂ ਤਾਂ ਰਸਤਾ ਤਿਆਰ ਕਰਨ ਦੇ ਲਈ ਆਇਆਗਾ, ਕਿਉਂਕਿ ਮੇਰੇ ਤੋਂ ਬਾਅਦ ਇੱਕ ਆਉਣ ਵਾਲਾ ਗਾ ਜਿਹਦੀ ਮੈਂ ਪੈਰਾਂ ਦੀ ਜੁੱਤੀ ਖੋਲਣ ਦੇ ਯੋਗ ਵੀ ਨਹੀਂ, ਜਾਂ ਜਿਹਦੀ ਮੈਂ ਪੈਰਾਂ ਦੀ ਜੁੱਤੀ ਚੁੱਕਣ ਦੇ ਯੋਗ ਵੀ ਨਹੀਂ। ਉਹ ਆਏਗਾ, ਉਹ ਆਏਗਾ, ਉਹ ਕੀ ਕਰੇਗਾ? ਉਹ ਤੁਹਾਡੇ ਪਾਪਾਂ ਦੇ ਲਈ ਆਪਣਾ ਲਹੂ ਬਹਾ ਦੇਗਾ। ਉਹ ਕੀ ਕਰੇਗਾ? ਸਾਰੇ ਜਗਤ ਦਾ ਪਾਪ ਚੁੱਕ ਲਵੇਗਾ। ਮਤਲਬ ਉਹ ਕੀ ਹੈ? ਉਹ ਮੇਰੇ ਤੋਂ ਵੱਡਾ ਗਾ। ਤਾਂ ਯਹੂਨਾ ਤਾਂ ਉਹਦਾ ਪ੍ਰਚਾਰ ਕਰਦਾ ਸੀਗਾ, ਲੇਕਿਨ ਇਹ ਲੋਕ ਯਹੂਨਾ ਦਾ ਬਪਤਿਸਮਾ ਲੈ ਕੇ ਬੈਠੇ ਹੋਏ ਨੇ। ਫਿਰ ਅੱਗੇ ਉਪਰੰਤ ਪੌਲਸ ਨੇ ਕਿਹਾ, ਯਹੂਨਾ ਤੋਬਾ ਦਾ ਬਪਤਿਸਮਾ ਦਿੰਦਾ ਅਤੇ ਲੋਕਾਂ ਨੂੰ ਇਹ ਆਖਦਾ ਸੀ, ਭਾਈ ਤੁਸੀਂ ਉਸ ਉੱਤੇ ਜੋ ਮੇਰੇ ਪਿੱਛੇ ਆਉਣ ਵਾਲਾ ਹੈ ਅਰਥਾਤ ਯੀਸ਼ੂ ਉੱਤੇ ਨਿਸ਼ਚਾ ਕਰੋ। ਦੇਖੋ ਮਤਲਬ ਜੋ ਯਹੂਨਾ ਸੀਗਾ ਉਹ ਤਾਂ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਕਰਦਾ ਸੀਗਾ ਵੀ ਉਹਦੇ ਉੱਪਰ ਵਿਸ਼ਵਾਸ ਕਰਨਾਗਾ। ਫਿਰ ਇਹ ਸੁਣ ਕੇ ਉਹਨਾਂ ਨੇ ਪ੍ਰਭੂ ਯੀਸ਼ੂ ਦੇ ਨਾਮ ਵਿੱਚ ਬਪਤਿਸਮਾ ਲਿਆ ਅਤੇ ਜਾਂ ਪੌਲਸ ਨੇ ਉਹਨਾਂ ਉੱਤੇ ਹੱਥ ਧਰੇ ਤਾਂ ਪਵਿੱਤਰ ਆਤਮਾ ਉਹਨਾਂ ਤੇ ਉਤਰਿਆ ਔਰ ਉਹ ਬੋਲੀਆਂ ਬੋਲਣ ਅਤੇ ਗਮ ਵਾਗ ਕਰਨ ਲੱਗੇ। ਉਹ ਸਭ 12 ਕੋ ਪੁਰਖ ਸਨ। ਦੇਖੋ ਕੀ ਲਿਖਿਆ ਬਾਈਬਲ ਦੇ ਵਿੱਚ ਕਿ ਜਦ ਪੌਲਸ ਨੇ ਉਹਨਾਂ ਨਾਲ ਗੱਲਬਾਤ ਕੀਤੀ ਔਰ ਜਦ ਉਹਨਾਂ ਨੂੰ ਕਿਹਾ ਤਾਂ ਉਹਨਾਂ ਲੋਕਾਂ ਨੇ ਕੀ ਕਿਹਾ ਸੀਗਾ? ਅਸੀਂ ਤਾਂ ਯਹੂਨਾ ਦਾ ਬਪਤਿਸਮਾ ਲਿਆਗਾ। ਔਰ ਉਸ ਤੋਂ ਬਾਅਦ ਜਦ ਉਹਨਾਂ ਨੇ ਪੌਲਸ ਦੀ ਗੱਲ ਸੁਣੀ ਤਾਂ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਬਪਤਿਸਮਾ ਲਿਆ। ਮਤਲਬ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ ਬਪਤਿਸਮਾ ਲਿਆ। ਔਰ ਜਦ ਉਹਨਾਂ ਨੇ ਬਪਤਿਸਮਾ ਲਿਆ ਤਾਂ ਕੀ ਲਿਖਿਆਗਾ ਕਿ ਪੌਲਸ ਨੇ ਉਹਨਾਂ ਲਈ ਪ੍ਰਾਰਥਨਾ ਕੀਤੀ, ਉਹਨਾਂ ਦੇ ਉੱਪਰ ਹੱਥ ਰੱਖੇ ਤਾਂ ਕੀ ਹੋਇਆ? ਉਹਨਾਂ ਨੂੰ ਪਵਿੱਤਰ ਆਤਮਾ ਮਿਲ ਗਿਆ। ਉਹਨਾਂ ਨੂੰ ਪਵਿੱਤਰ ਆਤਮਾ ਮਿਲ ਗਿਆ। ਔਰ ਕਿੰਨੇ ਲੋਕ ਸੀਗੇ? ਉਹ ਤਾਂ 12 ਲੋਕ ਸੀਗੇ। ਹੁਣ ਸੋਚਣ ਵਾਲੀ ਗੱਲ ਹੈ, ਅਗਰ ਪੌਲਸ ਨੇ ਉਹਨਾਂ ਨੂੰ ਬਪਤਿਸਮਾ ਗਲਤ ਦਿੱਤਾਗਾ ਤਾਂ ਕੀ ਪਵਿੱਤਰ ਆਤਮਾ ਆ ਜਾਂਦਾ? ਅਗਰ ਐਡਾ ਵੱਡਾ ਦਾਸ ਹੈ ਜੋ, ਹਾਂ ਐਡਾ ਵੱਡਾ ਦਾਸ ਕੀ ਗਲਤੀ ਕਰ ਸਕਦਾਗਾ? ਚਲੋ ਕਿਸੇ ਇਨਸਾਨ ਨੇ ਐਸਾ ਕੰਮ ਕੀਤਾ ਵੀ ਹੈ ਕਿ ਉਹ ਦੁਬਾਰਾ ਬਪਤਿਸਮਾ ਕਿਸੇ ਨੂੰ ਦੇ ਵੀ ਰਿਹਾਗਾ, ਫਿਰ ਪਵਿੱਤਰ ਆਤਮਾ ਗਲਤ ਰੀਤੀ ਨਾਲ ਆ ਸਕਦਾ ਕਿਸੇ ਜੀਵਨ 'ਚ? ਇਹਦਾ ਮਤਲਬ ਕਿ ਪਵਿੱਤਰ ਆਤਮਾ ਆ ਰਿਹਾਗਾ ਇਨਸਾਨ ਦੇ ਜੀਵਨ ਦੇ ਵਿੱਚ, ਉਹ ਬਪਤਿਸਮਾ ਸਹੀ ਹੈ। ਇਹਦਾ ਮਤਲਬ ਕਿ ਪਵਿੱਤਰ ਆਤਮਾ ਇਨਸਾਨ ਦੇ ਜੀਵਨ ਦੇ ਵਿੱਚ ਨਹੀਂ ਆਇਆ ਤਾਂ ਉਹ ਬਪਤਿਸਮਾ ਤਾਂ ਸਹੀ ਨਹੀਂ ਹੋਇਆ। ਲੇਕਿਨ ਅੱਜ ਕੀ ਹੈ? ਅੱਜ ਲੋਕਾਂ ਨੂੰ ਡਰ ਲੱਗਦਾ ਹੈਗਾ, ਅਸੀਂ ਤਾਂ ਫਲਾਣੀ ਕਲੀਸਿਆ ਵਿੱਚ ਜੁੜੇ ਹੋਏ ਹਾਂ, ਅਸੀਂ ਤਾਂ ਫਲਾਣੇ ਪਾਸਟਰ ਕੋਲ ਜਾਂਦੇ ਹਾਂ, ਅਸੀਂ ਤਾਂ ਇਸ ਤਰ੍ਹਾਂ ਸਿੱਖਦੇ ਹਾਂ, ਅਸੀਂ ਤਾਂ ਇਸ ਤਰ੍ਹਾਂ ਮੰਨਦੇ ਹਾਂ, ਲੇਕਿਨ ਤੁਸੀਂ ਤਾਂ ਹੋਰ ਹੀ ਕੁਝ ਦੱਸਦੇ ਹੋ। ਅਸੀਂ ਇਸ ਤਰ੍ਹਾਂ ਕਰਿਆ ਤਾਂ ਸ਼ਾਇਦ ਪਾਪ ਨਾ ਲੱਗ ਜਾਏ, ਸਾਨੂੰ ਇਹ ਪਾਪ ਹੀ ਨਾ ਹੋ ਜਾਏ। ਹੁਣ ਦੇਖੋ ਇਹ ਇਨਸਾਨ ਦੀ ਸੋਚ ਹੋ ਜਾਂਦੀ ਹੈ, ਡਰ ਲੱਗਦਾ ਇਨਸਾਨ ਨੂੰ ਕਿ ਕਿਤੇ ਐਸਾ ਨਾ ਹੋ ਜਾਏ, ਕਿਤੇ ਐਸਾ ਨਾ ਹੋ ਜਾਏ। ਉਸ ਨੂੰ ਇਹ ਸੋਚਣਾ ਚਾਹੀਦਾ ਵੀ ਜਿਹੜਾ ਮੈਂ ਤਾਂ ਅਣਜਾਣ ਹੈ ਚੀਜ਼ ਤੋਂ, ਲੇਕਿਨ ਜਿਹੜਾ ਮੈਨੂੰ ਬਪਤਿਸਮਾ ਦੇ ਰਿਹਾਗਾ, ਜਿਹੜਾ ਮੈਨੂੰ ਸਾਰੀ ਗੱਲ ਬਾਈਬਲ ਦੇ ਵਿੱਚੋਂ ਸਿਖਾ ਕੇ ਮੈਨੂੰ ਬਪਤਿਸਮਾ ਦੇ ਰਿਹਾਗਾ, ਅਗਰ ਉਹ ਮੈਨੂੰ ਬਪਤਿਸਮਾ ਦੇਊਗਾ ਤਾਂ ਦੋਸ਼ੀ ਕੌਣ ਹੋਊਗਾ? ਦੋਸ਼ੀ ਤਾਂ ਉਹੀ ਹੋਣਾ ਚਾਹੀਦਾਗਾ, ਕਿਉਂਕਿ ਉਹ ਤਾਂ ਮੇਰੇ ਤੋਂ ਜ਼ਿਆਦਾ ਜਾਣਦਾਗਾ, ਉਹ ਤਾਂ ਜ਼ਿਆਦਾ ਪਰਮੇਸ਼ਵਰ ਦੇ ਵਚਨ ਦੇ ਗਿਆਨ ਰੱਖਦਾਗਾ, ਲੇਕਿਨ ਮੈਂ ਤਾਂ ਨਾ ਜਾਣਦਾ ਨਹੀਂ। ਅਗਰ ਫਿਰ ਵੀ ਮੇਰੀ ਉਹ ਤਸੱਲੀ ਕਰਾ ਰਿਹਾ ਬਾਈਬਲ ਦੇ ਵਿੱਚੋਂ ਤਾਂ ਕੀ ਕਰਨਾ ਚਾਹੀਦਾ ਇਨਸਾਨ ਨੂੰ? ਉਹਦਾ ਵਚਨ ਦੇ ਅਨੁਸਾਰ ਬਪਤਿਸਮਾ ਲੈਣਾ ਚਾਹੀਦਾਗਾ। ਔਰ ਜਦੋਂ ਉਹ ਪਰਮੇਸ਼ਵਰ ਦਾ ਦਾਸ ਇੰਨੀ ਗੱਲ ਕਹੇ ਕਿ ਜਦ ਤੁਸੀਂ ਬਪਤਿਸਮਾ ਲਓਗੇ ਤੁਹਾਨੂੰ ਪਵਿੱਤਰ ਆਤਮਾ ਪੱਕਾ ਮਿਲੇਗਾ ਹੀ ਮਿਲੇਗਾ, ਤਾਂ ਉਸ ਇਨਸਾਨ ਦਾ ਫਰਜ਼ ਕੀ ਹੈ ਕਿ ਹਾਂ ਅਗਰ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਹੈ ਤਾਂ ਫਿਰ ਮੇਰੇ ਨੂੰ ਪਵਿੱਤਰ ਆਤਮਾ ਚਾਹੀਦਾ ਹੀ ਹੈ, ਮੈਨੂੰ ਪਵਿੱਤਰ ਆਤਮਾ ਚਾਹੀਦਾਗਾ। ਉਹਦੇ ਲਈ ਚਾਹੇ ਮੈਂ ਕੁਝ ਵੀ ਕਰਾਂ, ਲੇਕਿਨ ਇਨਸਾਨ ਨੂੰ ਕੀ ਲੱਗਦਾਗਾ? ਇਨਸਾਨ ਨੂੰ ਡਰ ਲੱਗਦਾਗਾ
ਇਨਸਾਨ ਦੇ ਜੀਵਨ ਦੇ ਅੰਦਰ ਕੀ ਹੈ, ਇੱਕ ਡਰ ਬਣ ਜਾਂਦਾ ਹੈਗਾ। ਫਿਰ ਆ ਗਈ ਗੱਲ ਪ੍ਰਭੂ ਭੋਜ ਦੀ। ਪ੍ਰਭੂ ਭੋਜ ਦੀ ਫਿਰ ਕੀ ਹੁੰਦਾ ਕਿ ਇਨਸਾਨ ਨੂੰ ਜ਼ਿਆਦਾਤਰ ਡਰ ਹੁੰਦਾ ਹੈਗਾ, ਅਗਰ ਪ੍ਰਭੂ ਭੋਜ ਲਿਆ ਕਿਤੇ ਪਾਪ ਹੀ ਨਾ ਹੋ ਜਾਏ, ਅਗਰ ਪ੍ਰਭੂ ਭੋਜ ਲੈ ਲਿਆ ਤਾਂ ਕਿਤੇ ਕੋਈ ਗਲਤੀ ਨਾ ਹੋ ਜਾਏ। ਇਹਦਾ ਮਤਲਬ ਕਿ ਤੁਸੀਂ ਗਲਤੀ ਕਰ ਰਹੇ ਹੋ, ਤੁਸੀਂ ਗਲਤੀ ਛੱਡਣਾ ਨਹੀਂ ਚਾਹੁੰਦੇ, ਤੁਸੀਂ ਪਾਪ ਨਹੀਂ ਛੱਡਣਾ ਚਾਹੁੰਦੇ, ਇਸ ਲਈ ਤਾਂ ਤੁਸੀਂ ਦੁਬਾਰਾ ਮਤਲਬ ਆਪਣੀ ਗਲਤੀ ਨੂੰ ਮੰਨ ਕੇ ਛੱਡਣਾ ਨਹੀਂ ਚਾਹੁੰਦੇ, ਇਸ ਲਈ ਤੁਸੀਂ ਪ੍ਰਭੂ ਭੋਜਨ ਲੈਣਾ ਚਾਹੁੰਦੇ। ਲੇਕਿਨ ਇਨਸਾਨ ਨੂੰ ਕੀ ਲੱਗਦਾ, ਅਗਰ ਯਿਸੂ ਮਸੀਹ ਦਾ ਲਹੂ ਪੀ ਲਿਆ, ਇੱਕ ਵਾਰ ਪ੍ਰਭੂ ਯਿਸੂ ਮਸੀਹ ਦਾ ਮਾਸ ਖਾ ਲਿਆ, ਉਸ ਤੋਂ ਬਾਅਦ ਸਾਨੂੰ ਹਰ ਵਾਰ ਇਹ ਕਰਨਾ ਹੀ ਪਊਗਾ, ਔਰ ਹਰ ਵਾਰ ਕਰਨਾ ਪਏਗਾ, ਉਸ ਤੋਂ ਬਾਅਦ ਸਾਨੂੰ ਕਦੇ ਗਲਤੀ ਨਹੀਂ ਕਰਨੀ ਪਏਗੀ। ਅਗਰ ਅਸੀਂ ਯਿਸੂ ਮਸੀਹ ਦਾ ਲਹੂ ਨਹੀਂ ਪੀਂਦੇ, ਅਗਰ ਮਾਸ ਨਹੀਂ ਖਾਂਦੇ, ਫਿਰ ਤਾਂ ਆਸਾਨੀ ਨਾਲ ਗਲਤੀ ਕਰੋ, ਫਿਰ ਤਾਂ ਆਸਾਨੀ ਨਾਲ ਜੋ ਮਰਜ਼ੀ ਕਰੋ। ਇਹਦਾ ਮਤਲਬ ਤਾਂ ਇਹੀ ਹੋਇਆ। ਫਿਰ ਇਨਸਾਨ ਨੂੰ ਉੱਥੇ ਵੀ ਡਰ ਲੱਗਦਾ ਹੈਗਾ, ਕਿਤੇ ਪ੍ਰਭੂ ਯਿਸੂ ਮਸੀਹ ਦਾ ਮਾਸ ਖਾਣ ਤੋਂ ਬਾਅਦ, ਪ੍ਰਭੂ ਯਿਸੂ ਮਸੀਹ ਦਾ ਲਹੂ ਪੀਣ ਤੋਂ ਬਾਅਦ ਪਾਪ ਨਾ ਕਰ ਲਈਏ, ਗਲਤੀ ਨਾ ਕਰ ਲਈਏ। ਇਸ ਕਰਕੇ ਇਨਸਾਨ ਕੀ ਕਰਦਾ ਹੈਗਾ, ਪ੍ਰਭੂ ਯਿਸੂ ਮਸੀਹ ਦਾ ਮਾਸ ਨਹੀਂ ਖਾਂਦਾ। ਇਸ ਕਰਕੇ ਇਨਸਾਨ ਕੀ ਕਰਦਾ ਹੈਗਾ, ਪ੍ਰਭੂ ਯਿਸੂ ਮਸੀਹ ਦਾ ਲਹੂ ਨਹੀਂ ਪੀਂਦਾ। ਇਨਸਾਨ ਨੂੰ ਇਹ ਡਰ ਲੱਗਦਾ ਹੈਗਾ, ਇਨਸਾਨ ਦੇ ਜੀਵਨ ਦੇ ਵਿੱਚ ਇਹ ਡਰ ਬਣਿਆ ਰਹਿੰਦਾ ਹੈਗਾ। ਅੱਜ ਦੇਖੋ, ਚਾਹੇ ਇਨਸਾਨ ਵਿਸ਼ਵਾਸੀ ਹੈ, ਚਾਹੇ ਇਨਸਾਨ ਜਿੰਨਾ ਵੀ ਮਰਜ਼ੀ ਉਹਦੇ ਜੀਵਨ ਦੇ ਵਿੱਚ ਕੰਮ ਹੋਇਆਗਾ, ਜਿੰਨੀ ਵੀ ਮਰਜ਼ੀ ਉਹ ਗਵਾਹੀ ਦਿੰਦਾਗਾ, ਚਾਹੇ ਉਹ ਬਾਈਬਲ ਪੜ੍ਹਦਾ, ਚਾਹੇ ਜੋ ਵੀ ਕਰਦਾਗਾ, ਲੇਕਿਨ ਜਿਹੜਾ ਇਨਸਾਨ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਕਰਨ ਤੋਂ ਡਰਦਾਗਾ, ਤਾਂ ਉਸ ਨੂੰ ਪਰਮੇਸ਼ਵਰ ਕੀ ਕਹਿੰਦੇ ਨੇ, ਉਹ ਤਾਂ ਡਰਪੋਕ ਹੈ, ਉਹ ਤਾਂ ਡਰਾਕਲ ਹੈ। ਔਰ ਕਈ ਜਗ੍ਹਾ ਤਾਂ ਇਸ ਤਰ੍ਹਾਂ ਦਾ ਹੁੰਦਾਗਾ ਕਿ ਸਿਖਾਉਣ ਵਾਲੇ ਲੋਕ, ਸੇਵਕ ਲੋਕ ਇੱਕ ਤੋਂ ਜ਼ਿਆਦਾ ਪਿਆਲੇ ਕਰ ਲੈਂਦੇ ਨੇ ਪ੍ਰਭੂ ਭੋਜ ਦੇ ਵਿੱਚ, ਕਿਉਂਕਿ ਲਿਖਿਆ ਬਾਈਬਲ ਦੇ ਵਿੱਚ ਇੱਕ ਪਿਆਲਾ ਤੇ ਇੱਕ ਰੋਟੀ। ਲੇਕਿਨ ਸੇਵਕ ਲੋਕਾਂ ਨੂੰ ਡਰ ਕਾਹਦਾ ਕਿ ਅਗਰ ਇੱਕ ਪਿਆਲਾ ਕੀਤਾ ਤਾਂ ਕਿਤੇ ਸੰਗਤ ਦੇ ਲੋਕ ਨਾ ਭੱਜ ਜਾਣ, ਸੰਗਤ ਦੇ ਲੋਕ ਨਾ ਭੱਜ ਜਾਣ। ਅਗਰ ਇੱਕ ਪਿਆਲਾ ਕੀਤਾ, ਇਸ ਲਈ ਉਹ ਦੋ ਪਿਆਲੇ ਕਰ ਦਿੰਦੇ ਨੇ, ਲੇਡੀਜ਼ ਅਲੱਗ, ਜੈਂਟਸ ਅਲੱਗ। ਜਾਂ ਫਿਰ ਉਹਨਾਂ ਇੱਕ ਬਹੁਤ ਵਧੀਆ ਉਹਨਾਂ ਨੇ ਬਹਾਨਾ ਬਣਾਇਆ ਹੋਏਗਾ, ਛੋਟੀ ਛੋਟੀ ਪਿਆਲੀਆਂ, ਉਸ ਪਿਆਲੀ ਆਪਣੀ ਆਪਣੀ ਪਿਆਲੀ ਦੇ ਵਿੱਚ ਪੀ ਲਓ। ਕਿਉਂ? ਕਿਉਂਕਿ ਕਿਸੇ ਦੀ ਬਿਮਾਰੀ ਹੈ, ਕਿਸੇ ਨੂੰ ਟਾਈਫਾਇਡ ਹੈ, ਕਿਸੇ ਨੂੰ ਟੀਬੀ ਹੈ, ਕਿਸੇ ਨੂੰ ਕੋਈ ਬਿਮਾਰੀ ਹੈ, ਉਹਦੀ ਬਿਮਾਰੀ ਦੂਜੇ ਇਨਸਾਨ ਨੂੰ ਆਪਣੇ ਨਾ ਲੱਗ ਜਾਏ। ਇਸ ਕਰਕੇ ਇਨਸਾਨ ਕਈ ਜਗ੍ਹਾ ਦੇ ਉੱਪਰ ਇਹ ਚੀਜ਼ਾਂ ਦਾ ਸਮਝੌਤਾ ਕਰ ਰਿਹਾ ਹੈਗਾ। ਕਿਹੜੀਆਂ ਗੱਲਾਂ ਦਾ? ਹੁਣ ਛੋਟੀ ਛੋਟੀ ਪਿਆਲੀਆਂ ਦੇ ਵਿੱਚ ਪੀ ਲੈਂਦੇ ਨੇ ਲੋਕ। ਕੀ ਲੱਗਦਾਗਾ? ਅਸੀਂ ਪ੍ਰਭੂ ਭੋਜ ਕਰਦੇ ਹਾਂ। ਅਸੀਂ ਕੀ ਕਰਦੇ ਹਾਂ? ਅਸੀਂ ਤਾਂ ਸਾਰਾ ਬਣੀ ਕਰਦੇ ਹਾਂ। ਇਨਸਾਨ ਨੂੰ ਡਰ ਲੱਗਦਾਗਾ, ਫਲਾਣੇ ਬੰਦੇ ਦੀ ਬਿਮਾਰੀ ਹੈ, ਫਲਾਣੇ ਬੰਦੇ ਦਾ ਰੋਗ ਹੈ, ਫਲਾਣੇ ਬੰਦੇ ਦੀ ਸਮੱਸਿਆ ਆ ਗਈ, ਉਸ ਦਾ ਰੋਗ, ਉਸ ਦੀ ਬਿਮਾਰੀ ਕਿਤੇ ਮੈਨੂੰ ਨਾ ਲੱਗ ਜਾਏ। ਇਨਸਾਨ ਦੇ ਜੀਵਨ ਦੇ ਵਿੱਚ ਕੀ ਹੈ? ਉਹਦਾ ਡਰ ਬਣਿਆ ਹੋਇਆਗਾ। ਹੁਣ ਜਿਹੜਾ ਇਨਸਾਨ ਡਰ ਰੱਖਦਾ ਹੈਗਾ, ਕੀ ਇਨਸਾਨ ਸਵਰਗ ਵਿੱਚ ਜਾ ਸਕਦਾ ਹੈਗਾ? ਜਿਹੜਾ ਇਨਸਾਨ ਬਿਮਾਰੀ ਤੋਂ ਡਰ ਗਿਆ ਇੱਥੇ, ਜਿਹੜਾ ਇਨਸਾਨ ਕਿਸੇ ਪਾਸਟਰ ਤੋਂ ਡਰਦਾ ਹੈਗਾ, ਜਿਹੜਾ ਇਨਸਾਨ ਕਿਸੇ ਕਲੀਸਿਆ ਤੋਂ ਡਰਦਾ ਹੈਗਾ, ਜਿਹੜਾ ਇਨਸਾਨ ਕਿਸੇ ਸਮਾਜ ਤੋਂ ਡਰਦਾ ਹੈਗਾ, ਕੀ ਉਹ ਇਨਸਾਨ ਸਵਰਗ ਵਿੱਚ ਜਾ ਸਕਦਾ ਹੈਗਾ? ਕਿਉਂਕਿ ਇੱਕ ਵਾਰ ਕੀ ਹੋਇਆ ਕਿ ਪ੍ਰਭੂ ਯਿਸੂ ਮਸੀਹ ਸੀ, ਉਸਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਤੁਸੀਂ ਕਿਸ਼ਤੀ ਦੇ ਉੱਪਰ ਨਿਕਲ ਚੱਲੋ, ਅੱਜ ਮੈਂ ਤੁਹਾਡੇ ਲਈ ਬਾਅਦ 'ਚ ਆ ਜਾਵਾਂਗਾ। ਲੇਕਿਨ ਕੁਝ ਸਮਾਂ ਹੋਇਆ ਤਾਂ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਦੇ ਪਿੱਛੇ ਚਲੇ ਗਏ। ਹੁਣ ਦੇਖੋ, ਯਿਸੂ ਮਸੀਹ ਕਿਹਦੇ ਉੱਪਰ ਸੀਗੇ? ਉਹ ਤਾਂ ਪਾਣੀ ਦੇ ਉੱਪਰ ਚੱਲ ਰਹੇ ਨੇ, ਔਰ ਚੇਲੇ ਉਹ ਤਾਂ ਕੁਝ ਸਮਾਂ ਪਹਿਲਾਂ ਕਿਸ਼ਤੀ ਉੱਪਰ ਜਾ ਚੁੱਕੇ ਨੇ। ਹੁਣ ਕਿਸ਼ਤੀ ਕੀ ਹੈ? ਕਿਸ਼ਤੀ ਤਾਂ ਬਹੁਤ ਦੂਰ ਜਾ ਚੁੱਕੀ ਹੈ। ਲੇਕਿਨ ਪ੍ਰਭੂ ਯਿਸੂ ਮਸੀਹ ਉਹ ਤਾਂ ਪੈਦਲ ਨੇ। ਹੁਣ ਪੈਦਲ ਦੇਖੋ ਕਿੰਨੀ ਸਪੀਡ ਨਾਲ ਜਾ ਰਹੇ ਨੇ ਪ੍ਰਭੂ ਯਿਸੂ ਮਸੀਹ, ਔਰ ਕਿਹਦੇ ਉੱਪਰ? ਪਾਣੀ ਦੇ ਉੱਪਰ ਚੱਲ ਰਹੇ ਨੇ, ਬਹੁਤ ਸਪੀਡ ਨਾਲ ਚੱਲ ਰਹੇ ਨੇ। ਔਰ ਚੇਲਿਆਂ ਨੇ ਦੇਖਿਆ, ਇਹ ਕੌਣ ਹੈ? ਇਹ ਕੌਣ ਹੈ? ਉਹ ਡਰ ਗਏ ਵੀ ਸ਼ਾਇਦ ਭੂਤ ਨਾ ਗਾ। ਲੇਕਿਨ ਜਦ ਪ੍ਰਭੂ ਯਿਸੂ ਮਸੀਹ ਥੋੜਾ ਨੇੜੇ ਆਏ ਤਾਂ ਪ੍ਰਭੂ ਯਿਸੂ ਮਸੀਹ ਨੇ ਦੇਖਿਆ ਵੀ ਤਾਂ ਡਰ ਰਹੇ ਨੇ, ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ, ਤੁਸੀਂ ਨਾ ਡਰੋ, ਮੈਂ ਆ। ਤਾਂ ਜਦ ਚੇਲਿਆਂ ਨੇ ਗੱਲ ਸੁਣੀ ਤਾਂ ਉਹਨਾਂ ਨੂੰ ਥੋੜਾ ਹੌਸਲਾ ਹੋ ਗਿਆ ਵੀ ਤਾਂ ਪ੍ਰਭੂ ਯਿਸੂ ਮਸੀਹ ਹੈ। ਤਾਂ ਉਸ ਤੋਂ ਬਾਅਦ ਕੀ ਹੋਇਆ? ਹਾਲੇਲੂਇਆ, ਹਾਲੇਲੂਇਆ। ਉਸ ਤੋਂ ਬਾਅਦ ਕੀ ਹੋਇਆ ਕਿ ਪਤਰਸ ਨੇ ਦੇਖਿਆ, ਇਹ ਤਾਂ ਪ੍ਰਭੂ ਯਿਸੂ ਮਸੀਹ ਆ। ਪ੍ਰਭੂ ਯਿਸੂ ਮਸੀਹ ਨੂੰ ਪਤਰਸ ਨੇ ਕਿਹਾ, ਪ੍ਰਭੂ ਜੀ ਜੇ ਤੁਸੀਂ ਹੋ ਤਾਂ ਮੈਨੂੰ ਆਗਿਆ ਦਿਓ ਕਿ ਮੈਂ ਤੁਹਾਡੇ ਕੋਲ ਆਵਾਂ। ਤਾਂ ਪ੍ਰਭੂ ਯਿਸੂ ਮਸੀਹ ਨੇ ਦੇਖਿਆ, ਬਹੁਤ ਜ਼ਿਆਦਾ ਵਿਸ਼ਵਾਸ ਦਿਖਾ ਰਿਹਾ ਮੈਨੂੰ, ਤਾਂ ਕੀ ਕਿਹਾ? ਆ ਜਾ। ਪਤਰਸ ਨੇ ਉਸ ਕਿਸ਼ਤੀ ਵਿੱਚੋਂ ਛਾਲ ਮਾਰੀ ਔਰ ਪਾਣੀ ਦੇ ਉੱਪਰ ਚੱਲਣਾ ਸ਼ੁਰੂ ਕੀਤਾ। ਹੁਣ ਦੇਖੋ, ਹਵਾ ਚੱਲ ਰਹੀ ਹੈ, ਲਹਿਰਾਂ ਉੱਠ ਰਹੀਆਂ ਨੇ, ਲੇਕਿਨ ਪਤਰਸ ਦਾ ਜੋ ਧਿਆਨ ਹੈ ਉਹ ਤਾਂ ਪ੍ਰਭੂ ਯਿਸੂ ਮਸੀਹ ਵੱਲ ਬਣਿਆ ਹੋਇਆਗਾ। ਪਤਰਸ ਪਾਸ ਆ ਰਿਹਾ ਉਹਦੇ, ਪ੍ਰਭੂ ਯਿਸੂ ਮਸੀਹ ਨੇੜੇ ਆ ਰਹੇ ਨੇ, ਪਤਰਸ ਵੀ ਨੇੜੇ ਜਾ ਰਿਹਾ ਉਹਦੇ ਪ੍ਰਭੂ ਯਿਸੂ ਮਸੀਹ ਦੇ। ਹੁਣ ਚੱਲਦੇ ਜਾ ਰਹੇ ਨੇ, ਚੱਲਦੇ ਜਾ ਰਹੇ ਨੇ। ਜਦ ਬਹੁਤ ਨੇੜੇ ਜਾ ਚੁੱਕਿਆ ਉਹ ਪਤਰਸ ਪ੍ਰਭੂ ਯਿਸੂ ਮਸੀਹ ਦੇ, ਔਰ ਹੋਇਆ ਕਿ ਪਤਰਸ ਨੇ ਮਨ ਦੇ ਵਿੱਚ ਕੁਝ ਵੀ ਆਇਆ, ਹੋ ਸਕਦਾ ਹੈ ਪਤਰਸ ਨੇ ਅੱਗੇ ਪਿੱਛੇ ਦੇਖਣਾ ਸ਼ੁਰੂ ਕੀਤਾ ਔਰ ਤੁਰੰਤ ਡੁੱਬਣਾ ਸ਼ੁਰੂ ਹੋ ਗਿਆ, ਤੁਰੰਤ ਡੁੱਬਣਾ ਸ਼ੁਰੂ ਹੋ ਗਿਆ। ਔਰ ਦੇਖਿਆ ਵੀ ਮੈਂ ਤਾਂ ਡੁੱਬ ਚੱਲਿਆ। ਉਸਨੇ ਆਵਾਜ਼ ਮਾਰੀ, ਪ੍ਰਭੂ ਮੈਨੂੰ ਬਚਾ ਲੈ। ਤਾਂ ਲਿਖਿਆ ਬਾਈਬਲ ਦੇ ਵਿੱਚ ਕਿ ਪ੍ਰਭੂ ਨੇ ਆਪਣਾ ਹੱਥ ਵਧਾਇਆ ਔਰ ਪਤਰਸ ਨੂੰ ਉੱਪਰ ਖਿੱਚ ਲਿਆ। ਔਰ ਕੀ ਲਿਖਿਆ ਪ੍ਰਭੂ ਯਿਸੂ ਮਸੀਹ ਨੇ? ਕਿ ਇਹ ਥੋੜੀ ਪ੍ਰਤੀਤ ਵਾਲਿਆ, ਔਰ ਘੱਟ ਵਿਸ਼ਵਾਸ ਵਾਲਿਆ।
ਘੱਟ ਵਿਸ਼ਵਾਸ ਕਦੋਂ ਹੋਇਆ ਕਿ ਜਦੋਂ ਉਹਦੇ ਅੰਦਰ ਡਰ ਆ ਗਿਆ। ਡਰ ਆ ਗਿਆ, ਇਹਦਾ ਮਤਲਬ ਜੋ ਇਨਸਾਨ ਡਰ ਰੱਖਦਾ ਗਾ, ਪਰਮੇਸ਼ਵਰ ਦੇ ਪਿੱਛੇ ਚੱਲਦਾ ਹੋਇਆ, ਜੋ ਇਨਸਾਨ ਆਗਿਆਕਾਰੀ ਕਰਦਾ ਹੋਇਆ ਡਰਦਾ ਗਾ, ਤਾਂ ਉਸ ਨੂੰ ਪਰਮੇਸ਼ਵਰ ਕੀ ਕਹਿੰਦੇ ਨੇ? ਡਰਾਕਲ ਹੈ, ਇਹ ਤਾਂ ਡਰਪੋਕ ਹੈ। ਇਹ ਕੀ ਹੈ? ਇਨਸਾਨ ਕੀ ਹੈ? ਇਹ ਤਾਂ ਡਰਪੋਕ ਹੈ। ਪ੍ਰਭੂ ਯਿਸੂ ਮਸੀਹ ਨੇ ਉਸ ਟਾਈਮ ਉਸਨੂੰ ਬਚਾ ਤਾਂ ਲਿਆ, ਲੇਕਿਨ ਉਸ ਨੂੰ ਨਾਲ ਲੈ ਗਿਆ। ਔਰ ਉਸ ਤੋਂ ਬਾਅਦ ਦੇਖੋ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲੇ ਨੂੰ ਇਹ ਗੱਲ ਨਹੀਂ ਕਹੀ। ਦੇਖਿਆ ਪਤਰਸ ਕਿੱਡਾ ਵੱਡਾ ਵਿਸ਼ਵਾਸ ਕਰਕੇ ਆਇਆ ਸੀਗਾ, ਲੇਕਿਨ ਇਹ ਡੁੱਬਣ ਲੱਗ ਗਿਆ ਉੱਥੇ। ਪ੍ਰਭੂ ਯਿਸੂ ਮਸੀਹ ਨੇ ਕੁਝ ਵੀ ਨਹੀਂ ਕਿਹਾ, ਪਰ ਚੁੱਪਚਾਪ ਉਹ ਤਾਂ ਬੈਠ ਗਏ ਉਹਦੇ ਵਿੱਚ। ਕਹਿਣ ਦਾ ਮਤਲਬ ਕਿ ਯਿਸੂ ਮਸੀਹ ਦੇ ਪਿੱਛੇ ਚੱਲਣਾ, ਯਿਸੂ ਮਸੀਹ ਦੇ ਪਿੱਛੇ ਚੱਲਣਾ ਉਹ ਕੋਈ ਐਰੇ ਗੈਰੇ ਇਨਸਾਨ ਦਾ ਕੰਮ ਨਹੀਂ ਹੈ। ਪਤਰਸ ਚੱਲਿਆ ਯਿਸੂ ਮਸੀਹ ਦੇ ਪਿੱਛੇ। ਉਸ ਤੋਂ ਬਾਅਦ ਦੇਖੋ ਜਦ ਪਤਰਸ ਨੇ ਪਵਿੱਤਰ ਆਤਮਾ ਪਾ ਲਿਆਗਾ, ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਆਪਣੀ ਜਾਨ ਤੱਕ ਦੇਤੀ ਉਹਨੇ। ਕਹਿਣ ਦਾ ਮਤਲਬ ਕਿ ਅੱਜ ਇਨਸਾਨ ਛੋਟੀ ਛੋਟੀਆਂ ਗੱਲਾਂ ਦੇ ਵਿੱਚ ਕੀ ਹੈ? ਡਰ ਜਾਂਦਾ ਗਾ। ਕਿਹੜੀ ਗੱਲ ਤੋਂ? ਪ੍ਰਭੂ ਯਿਸੂ ਮਸੀਹ ਦਾ ਮਾਂਸ ਖਾਵਾਂ, ਪ੍ਰਭੂ ਯਿਸੂ ਮਸੀਹ ਦਾ ਲਹੂ ਪੀਵਾਂ, ਤਾਂ ਸਹੀ ਦੇ ਵਿੱਚ ਇਨਸਾਨ ਨੂੰ ਡਰ ਲੱਗਦਾ ਗਾ। ਅਗਰ ਇੱਕ ਪਿਆਲੇ ਵਿੱਚ ਗਏ, ਇੱਕ ਪਿਆਲੇ ਦੇ ਵਿੱਚੋਂ ਪੀਣ ਲੱਗ ਗਏ, ਤਾਂ ਝੂਠਾ ਨਹੀਂ ਪੀ ਸਕਦੇ ਕਿਸੇ ਦਾ। ਜਿਹਦਾ ਝੂਠਾ ਪੀਵਾਂਗਾ ਨਾ ਜਾਣੇ ਕੈਸਾ ਇਨਸਾਨ ਆ ਉਹ, ਨਾ ਜਾਣੇ ਕੈਸਾ ਰੋਗ ਹੈ ਉਹਨੂੰ, ਨਾ ਜਾਣੇ ਕੈਸੀ ਬਿਮਾਰੀ ਹੈ ਉਹਨੂੰ। ਇਨਸਾਨ ਦੇ ਅੰਦਰ ਕੀ ਹੈ? ਡਰ ਹੈ। ਔਰ ਸਭ ਤੋਂ ਵੱਡੀ ਗੱਲ ਡਰ ਕਿਹਦੇ ਅੰਦਰ ਹੈ? ਡਰ ਇੱਕ ਸੇਵਕ ਦੇ ਅੰਦਰ ਹੈ, ਇੱਕ ਉਸ ਪਾਸਟਰ ਦੇ ਅੰਦਰ ਹੈ ਕਿ ਜਿਹੜਾ ਐਸੀ ਸਿੱਖਿਆ ਲੋਕਾਂ ਨੂੰ ਸਿਖਾਉਂਦਾ ਗਾ, ਜਿਹੜਾ ਐਸਾ ਲੋਕਾਂ ਨੂੰ ਸਿਖਾਉਂਦਾ ਗਾ। ਡਰ ਤਾਂ ਉਹਦੇ ਅੰਦਰ ਵੀ ਹੈ। ਉਹਦੇ ਅੰਦਰ ਕਿਹੜੀ ਚੀਜ਼ ਦਾ ਡਰ ਹੈ? ਕਿ ਸੰਗਤ ਦੇ ਲੋਕ ਕਿਤੇ ਭੱਜ ਨਾ ਜਾਣ, ਇਹ ਕਲੀਸਿਆ ਦੇ ਲੋਕ ਕਦੇ ਮੈਨੂੰ ਛੱਡ ਕੇ ਨਾ ਚਲੇ ਜਾਣ। ਇਸ ਕਰਕੇ ਜੋ ਸੱਚਾਈ ਦਾ ਵਚਨ ਹੈ ਉਹ ਉਹਨਾਂ ਲੋਕਾਂ ਨੂੰ ਸਿਖਾਉਂਦਾ ਹੀ ਨਹੀਂ। ਔਰ ਜਦੋਂ ਉਹਨਾਂ ਨੂੰ ਸਿਖਾਉਂਦਾ ਹੀ ਨਹੀਂ ਤਾਂ ਫਿਰ ਖੁਦ ਵੀ ਕੀ ਕਰ ਰਿਹਾ ਉਹਦਾ ਖੁਦ ਵੀ ਨਹੀਂ ਲਾਗੂ ਕਰਦਾ। ਇਸ ਕਰਕੇ ਇਨਸਾਨ ਡਰਦਾ ਹੋਇਆ ਛੋਟੀ ਛੋਟੀ ਪਿਆਲੀਆਂ ਵੀ ਇਸਤੇਮਾਲ ਕਰਦਾ ਗਾ। ਇਸ ਕਰਕੇ ਡਰਦਾ ਹੋਇਆ ਇਨਸਾਨ ਕੀ ਕਰਦਾ ਗਾ? ਇੱਕ ਤੋਂ ਜ਼ਿਆਦਾ ਪਿਆਲੀਆਂ ਦਾ ਇਸਤੇਮਾਲ ਕਰਦਾ ਗਾ। ਕਿਉਂ? ਕਿਉਂਕਿ ਸੰਗਤ ਦੇ ਲੋਕ ਨਾ ਭੱਜ ਜਾਣ। ਸੰਗਤ ਦੇ ਲੋਕ ਕਹਿੰਦੇ ਹੋਣਗੇ ਪਾਸਟਰ ਜੀ ਅਸੀਂ ਕਿਸੇ ਦਾ ਝੂਠਾ ਨਹੀਂ ਪੀਣਾ। ਕਿਉਂ? ਕੀ ਪਤਾ ਪਾਸਟਰ ਜੀ ਉਹ ਕੈਸਾ ਗਾ, ਕੀ ਪਤਾ ਕੋਈ ਬੁਰਸ਼ ਕਰਦਾ ਕਿ ਨਹੀਂ ਕਰਦਾ, ਕੀ ਪਤਾ ਕੋਈ ਇਨਸਾਨ ਨੂੰ ਕੋਈ ਕੈਸੀ ਬਿਮਾਰੀ ਹੈ। ਹੋ ਸਕਦਾ ਕਿਸੇ ਨੂੰ ਟੀਬੀ ਹੋਵੇ, ਹੋ ਸਕਦਾ ਕਿਸੇ ਨੂੰ ਕੋਈ ਟਾਈਫਾਇਡ ਹੋਵੇ, ਜਾਂ ਹੋ ਸਕਦਾ ਕੋਈ ਭਿਆਨਕ ਬਿਮਾਰੀ ਹੋਵੇ, ਔਰ ਉਹਦਾ ਝੂਠਾ ਖਾਣ ਦੇ ਨਾਲ, ਉਹਦਾ ਝੂਠਾ ਪੀਣ ਦੇ ਨਾਲ ਹੋ ਸਕਦਾ ਉਹ ਬਿਮਾਰੀ ਸਾਡੇ ਅੰਦਰ ਆ ਜਾਏ। ਤਾਂ ਪਾਸਟਰ ਵੀ ਫਿਰ ਕਿਵੇਂ ਸੋਚਦਾ ਗਾ ਵੀ ਹੋ ਸਕਦਾ ਭਾਈ ਤੁਹਾਡੀ ਗੱਲ ਨਾ ਮੰਨੀ ਮੈਂ, ਤੁਸੀਂ ਮੈਨੂੰ ਛੱਡ ਕੇ ਭੱਜ ਜਾਓ, ਪਰ ਤੁਹਾਡਾ 2-4 ਹੋਰ ਭੱਜ ਜਾਣ, ਮੈਨੂੰ ਤਾਂ ਘਾਟਾ ਪੈ ਜਾਊਗਾ। ਇਸ ਕਰਕੇ ਪਾਸਟਰ ਕਹਿੰਦਾ ਠੀਕ ਹੈ ਮੈਂ ਤੁਹਾਡੀ ਗੱਲ ਮੰਨ ਲੈਂਦੇ ਆਪਾਂ ਕੀ ਕਰਦੇ ਹਾਂ? ਛੋਟੀ ਛੋਟੀ ਪਿਆਲੀਆਂ ਕਰ ਲੈਂਦੇ ਹਾਂ। ਔਰ ਜਿਹਦੇ ਕਰਕੇ ਇਨਸਾਨ ਕੀ ਹੈ? ਛੋਟੀ ਛੋਟੀ ਪਿਆਲਿਆਂ ਵਿੱਚ ਚਲਾ ਜਾਂਦਾ ਗਾ। ਕਿਉਂ? ਕਿਉਂਕਿ ਜੀਵਨ ਦੇ ਵਿੱਚ ਡਰ ਹੈ। ਔਰ ਬਾਈਬਲ ਦੇ ਵਿੱਚ ਲਿਖਿਆ ਗਾ, ਪ੍ਰਕਾਸ਼ ਜੀ ਦੀ ਪੋਥੀ 21 ਦੇ ਹੋਏ ਪਰ ਡਰਾਕਲਾ ਬੇਪਰਕੀਤਿਆਂ ਕਿਨੌਰਿਆਂ, ਪ੍ਰਕਾਸ਼ ਦੀ ਪੋਥੀ 21 ਦੇ ਉਹਦਾ 8 ਵਚਨ। ਪਰ ਡਰਾਕਲਾ, ਹਾਂ ਕੀ ਲਿਖਿਆ ਬਾਈਬਲ ਦੇ ਵਿੱਚ? ਪਰ ਡਰਾਕਲਾਂ ਦਾ। ਹੁਣ ਡਰਾਕਲ ਕਿਹੜੇ ਨੇ? ਜਿਹੜੇ ਡਰ ਜਾਂਦੇ ਨੇ। ਕੀ ਹੈ ਡਰਾਕਲ? ਮਤਲਬ ਡਰਪੋਕ ਲੋਕ। ਡਰਪੋਕ ਲੋਕਾਂ ਦੀ ਗੱਲ ਕਰਦਾ ਪਰਮੇਸ਼ਵਰ ਦਾ ਵਚਨ। ਪੜ੍ਹੋ ਪੂਰਾ ਵਚਨ। ਪਰ ਡਰਾਕਲਾ, ਹਾਂ। ਬੇਪਰਕੀਤਿਆਂ, ਹਾਂ। ਕਿਨੌਰਿਆਂ, ਮੂਮੀਆਂ, ਹਰਾਮਕਾਰ, ਜਾਦੂਗਰਾਂ, ਮੂਰਤੀ ਪੂਜਦਾ ਅਤੇ ਸਾਰਿਆਂ ਝੂਠਿਆਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ। ਇਹ ਦੂਈ ਮੌਤ ਹੈ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਪਰਮੇਸ਼ਵਰ ਦਾ ਵਚਨ ਕੀ ਦੱਸਦਾ ਹੈਗਾ? ਕਿ ਪਰ ਡਰਾਕਲਾਂ ਦਾ। ਡਰਾਕਲ ਮਤਲਬ ਕੌਣ? ਕੋਈ ਸਾਨੂੰ ਮਾਰਨ ਆ ਗਿਆ, ਅਸੀਂ ਡਰ ਕੇ ਅੰਦਰ ਵੜ ਗਏ, ਉਹਦੇ ਕੋਈ ਗੱਲ ਨਹੀਂ। ਪਰਮੇਸ਼ਵਰ ਕਹਿੰਦਾ ਵੀ ਜਦ ਮੇਰੇ ਵਚਨ ਦੀ ਆਗਿਆ ਕਰਨ ਦੀ ਗੱਲ ਆਉਂਦੀ ਹੈ, ਜਦੋਂ ਇਨਸਾਨ ਡਰਦਾ ਹੈਗਾ। ਹਾਲੇਲੂਇਆ, ਹਾਲੇਲੂਇਆ। ਜਦੋਂ ਇਨਸਾਨ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਕਰਨ ਲਈ ਡਰਦਾ ਹੈਗਾ, ਕੀ ਬਪਤਿਸਮਾ ਲਵਾਂ, ਪਾਪਾਂ ਦੀ ਮਾਫੀ ਲੈ ਲਈ, ਫਿਰ ਮੈਨੂੰ ਸਮਾਜ ਛੱਡਣਾ ਪੈ ਜੂ, ਫਿਰ ਮੈਨੂੰ ਬਰਾਦਰੀ ਛੱਡਣੀ ਪੈ ਜੂ, ਫਿਰ ਮੈਨੂੰ ਰੀਤੀ ਰਿਵਾਜ ਛੱਡਣੇ ਪੈ ਜਾਣਗੇ, ਫਿਰ ਮੈਨੂੰ ਸਭ ਕੁਝ ਛੱਡਣਾ ਪੈ ਜਾਊਗਾ, ਫਿਰ ਮੇਰੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਵੀ ਹੈ, ਮੈਂ ਉੱਥੇ ਵੀ ਜਾਣਾਗਾ, ਫਿਰ ਉੱਥੇ ਪੈਗ ਸ਼ੱਕ ਵੀ ਲਾਉਣਾਗਾ, ਫਿਰ ਮੇਰਾ ਹੋਰ ਕੰਮ ਵੀ ਹੈ, ਮੈਨੂੰ ਤਾਂ ਉਹ ਵੀ ਛੱਡਣਾ ਪਊਗਾ। ਹਲੇ ਮੈਂ ਕੀ ਕਰਦਾ? ਹਲੇ ਮੈਂ ਰੁਕ ਜਾਣਾਗਾ ਥੋੜਾ ਟਾਈਮ, ਫਿਰ ਥੋੜਾ ਟਾਈਮ ਰੁਕ ਜਾਣਾਗਾ। ਉਹ ਕੀ ਹੈ? ਉਹ ਤਾਂ ਡਰਾਕਲ ਹੈ। ਉਹ ਤਾਂ ਡਰ ਗਿਆ। ਕਿੱਥੋਂ? ਪਰਮੇਸ਼ਵਰ ਦੀ ਆਗਿਆਕਾਰੀ ਕਰਨ ਲੱਗਿਆ। ਮਤਲਬ ਉਹ ਮਰਦ ਦਾ ਕੰਮ ਨਹੀਂ ਹੈ। ਪ੍ਰਭੂ ਭੋਜ ਹੁਣ ਲਵਾਂ, ਕੋਈ ਗੱਲ ਨਹੀਂ, ਥੋੜਾ ਟਾਈਮ ਬਾਅਦ ਚ ਲੈ ਲਾਂਗੇ। ਹਲੇ ਕਿਹੜਾ ਪ੍ਰਭੂ ਯਿਸੂ ਮਸੀਹ ਆ ਰਿਹਾ ਗਾ, ਫਿਰ ਲੈ ਲਿਆ ਕਰਾਂਗੇ ਪ੍ਰਭੂ ਭੋਜ। ਅਗਰ ਪ੍ਰਭੂ ਭੋਜ ਲੈ ਲਿਆ, ਕਿਤੇ ਗਲਤੀ ਨਾ ਹੋ ਜਾਏ, ਅਗਰ ਕਿਤੇ ਪਾਪ ਹੀ ਨਾ ਹੋ ਜਾਏ, ਉਹ ਕੀ ਹੈ? ਇਨਸਾਨ ਡਰਦਾ ਗਾ। ਇਹਦਾ ਮਤਲਬ ਕੀ? ਇਨਸਾਨ ਦੇ ਅੰਦਰ ਕੀ ਹੈ? ਉਹਦਾ ਡਰ ਹੈ। ਡਰ ਮਤਲਬ ਕੀ? ਘੱਟ ਵਿਸ਼ਵਾਸ। ਇਹਦਾ ਮਤਲਬ ਜਿਹੜਾ ਇਨਸਾਨ ਘੱਟ ਵਿਸ਼ਵਾਸ ਕਰਦਾ ਹੈਗਾ, ਜਿਹੜਾ ਆਗਿਆਕਾਰੀ ਨਹੀਂ ਕਰ ਰਿਹਾ, ਤਾਂ ਉਹਦਾ ਹਿੱਸਾ ਕਿੱਥੇ ਹੈ? ਕਿਹੜੀ ਝੀਲ ਦੇ ਵਿੱਚ? ਅੱਗ ਦੀ ਝੀਲ ਦੇ ਵਿੱਚ।
ਇਹ ਕੀ ਹੈ? ਇਹ ਤਾਂ ਦੂਜੀ ਮੌਤ ਹੈ। ਮਤਲਬ ਅੱਗ ਦੀ ਝੀਲ ਨੂੰ ਪ੍ਰਭੂ ਯਿਸੂ ਮਸੀਹ ਦੂਜੀ ਮੌਤ ਕਹਿੰਦੇ ਨੇ। ਹਾਲੇਲੂਇਆ, ਹਾਲੇਲੂਇਆ। ਮਤਲਬ ਕਿ ਕੋਈ ਵੀ ਇਨਸਾਨ, ਚਾਹੇ ਉਹ ਬਾਈਬਲ ਪੜ੍ਹਦਾਗਾ, ਚਾਹੇ ਉਹ ਬੰਦਗੀ ਵਿੱਚ ਜਾਂਦਾਗਾ, ਲੇਕਿਨ ਜਦ ਆਗਿਆਕਾਰੀ ਕਰਨ ਦੀ ਵਾਰੀ ਆਉਂਦੀ ਹੈ, ਜਦ ਆਗਿਆਕਾਰੀ ਕਰਨੀ ਹੈ, ਅਗਰ ਉਦੋਂ ਇਨਸਾਨ ਡਰਦਾਗਾ ਤਾਂ ਪਰਮੇਸ਼ਵਰ ਉਸ ਇਨਸਾਨ ਨੂੰ ਕੀ ਕਹਿੰਦੇ ਨੇ? ਉਹ ਤਾਂ ਡਰਪੋਕ ਹੈ, ਉਹ ਤਾਂ ਡਰਪੋਕ ਹੈ। ਅਬਰਾਹਮ ਦੇਖੋ, ਉਸਨੇ ਆਗਿਆਕਾਰੀ ਕਰਨੀ ਸੀਗੀ ਲੇਕਿਨ ਉਹ ਡਰਿਆ ਨਹੀਂ। ਉਹ ਤਾਂ ਪੂਰੀ ਖੁਸ਼ੀ ਦੇ ਨਾਲ ਬੜਾ ਸਾਜਰੇ ਉੱਠਿਆ। ਕਾਹਦੇ ਲਈ? ਕਿ ਮੈਂ ਤਾਂ ਆਪਣੇ ਬੇਟੇ ਨੂੰ ਬਲੀ ਕਰਨਾਗਾ। ਦੇਖੋ ਅਬਰਾਹਮ ਅੱਜ ਕੀ ਹੈ? ਉਹ ਤਾਂ ਵਿਸ਼ਵਾਸੀਆਂ ਦਾ ਬਾਪ ਹੈ। ਚਾਹੇ ਕਿੰਨੇ ਹੀ ਲੋਕ ਜਿੱਡਾ ਵੱਡਾ ਮਰਜ਼ੀ ਵਿਸ਼ਵਾਸ ਕਰਨ, ਲੇਕਿਨ ਅਬਰਾਹਮ ਦੇ ਵਿਸ਼ਵਾਸ ਵਰਗਾ ਉਹ ਤਾਂ ਕਿਸੇ ਦਾ ਵਿਸ਼ਵਾਸ ਵੀ ਨਹੀਂ। ਮੂਸਾ ਦੇਖੋ, ਜਿਹਨੇ ਲਾਲ ਸਮੁੰਦਰ ਦੇ 2 ਹਿੱਸੇ ਕਰਤੇ। ਏਲੀਆ ਦੇਖੋ, ਜੋ ਜਿੰਦਾ ਪਰਮੇਸ਼ਵਰ ਦੇ ਕੋਲ ਚਲਾ ਗਿਆ। ਹਨੂਕ ਦੇਖੋ, ਜੋ ਜਿੰਦਾ ਪਰਮੇਸ਼ਵਰ ਦੇ ਕੋਲ ਚਲਾ ਗਿਆ। ਅਲੀਸ਼ਾ ਦੇਖੋ, ਜਿਹਦੇ ਕੋਲ ਆਪਣੇ ਉਸਤਾਦ ਦਾ, ਆਪਣੇ ਗੁਰੂ ਦਾ ਡਬਲ ਸਾਮਰਥ ਸੀਗਾ। ਸੰਤ ਪੌਲਸ ਦੇਖੋ, ਸੰਤ ਪਤਰਸ ਦੇਖੋ। ਪਤਰਸ ਨੂੰ ਕੀ ਕਿਹਾ ਸੀਗਾ ਪ੍ਰਭੂ ਯਿਸੂ ਮਸੀਹ ਨੇ? ਕਿ ਪਤਰਸ ਤੇਰੇ ਉੱਤੇ ਮੈਂ ਮੇਰੀ ਕਲੀਸਿਆ ਬਣਾਵਾਂਗਾ। ਅਗਰ ਇਹ ਸਾਰੇ ਲੋਕ, ਦਾਨੀਏਲ ਦੇਖੋ, ਅਗਰ ਇਹ ਸਾਰੇ ਲੋਕ ਅਬਰਾਹਮ ਦੇ ਸਾਹਮਣੇ ਖੜੇ ਹੋ ਜਾਣ ਔਰ ਪਤਰਸ ਕਹੇ ਅਬਰਾਹਮ ਦੇਖ, ਪ੍ਰਭੂ ਯਿਸੂ ਮਸੀਹ ਨੇ ਮੈਨੂੰ ਕਿਹਾ ਸੀਗਾ ਕਿ ਮੇਰੇ ਉੱਪਰ ਕਲੀਸਿਆ ਬਣਾਏਗਾ, ਤਾਂ ਅਬਰਾਹਮ ਕੀ ਕਹੇਗਾ? ਪਤਰਸ ਵਿਸ਼ਵਾਸ ਵਿੱਚ ਮੈਂ ਤੇਰਾ ਬਾਪ ਹਾਂ। ਮੂਸਾ ਕਹੇ ਅਬਰਾਹਮ ਦੇਖ, ਮੈਂ ਲਾਲ ਸਮੁੰਦਰ ਦੇ 2 ਹਿੱਸੇ ਕੀਤੇ ਨੇ, ਤੇ ਅਬਰਾਹਮ ਕੀ ਕਹੇਗਾ? ਮੂਸਾ ਮੈਂ ਵਿਸ਼ਵਾਸ ਦੇ ਵਿੱਚ ਤੇਰਾ ਬਾਪ ਹਾਂ। ਮਤਲਬ ਕੋਈ ਵੀ ਇਨਸਾਨ ਅਗਰ ਅਬਰਾਹਮ ਦੇ ਸਾਹਮਣੇ ਜਾ ਕੇ ਖੜਾ ਹੋ ਕੇ ਕਹਿ ਦੇਵੇ ਕਿ ਮੈਂ ਐਸਾ ਕੀਤਾ, ਮੈਂ ਵੈਸਾ ਕੀਤਾਗਾ, ਇੰਨਾ ਕੁਝ ਕੀਤਾਗਾ, ਤਾਂ ਅਬਰਾਹਮ ਕੀ ਕਹੇਗਾ? ਮੈਂ ਤੁਹਾਡਾ ਸਾਰਿਆਂ ਦਾ ਵਿਸ਼ਵਾਸ ਵਿੱਚ ਬਾਪ ਹਾਂ। ਮਤਲਬ ਇੱਕ ਮਰਦ ਜੋ ਪਰਮੇਸ਼ਵਰ ਆਪਣੇ ਦਾਸ ਅਬਰਾਹਮ ਦੀ ਗੱਲ ਕਰਦੇ ਨੇ। ਮਤਲਬ ਜੋ ਵੀ ਇਨਸਾਨ ਪਰਮੇਸ਼ਵਰ ਦੇ ਪਿੱਛੇ ਚੱਲਦਾਗਾ ਸੱਚਾਈ ਦੇ ਨਾਲ, ਆਤਮਾ ਦੇ ਨਾਲ, ਉਹ ਕੀ ਹੈ? ਉਹ ਮਰਦ। ਮਤਲਬ ਉਹ ਕੀ ਹੈ? ਉਹ ਤਾਂ ਪਰਮੇਸ਼ਵਰ ਦਾ ਮਰਦ ਹੈ। ਅੱਜ ਆਪਾਂ ਜੋ ਵਚਨ ਪੜ੍ਹਿਆ ਬਾਈਬਲ ਦੇ ਵਿੱਚ, ਤੇ ਕੀ ਰਿਹਾ? ਪੜੋ ਲੂਕਾ 21 ਅਧਿਆਇ ਉਹਦਾ 1 ਤੋਂ ਲੈ ਕੇ 4 ਤੱਕ। ਉਸਨੇ ਅੱਖੀਆਂ ਚੁੱਕ ਹਾਂ, ਕੇ ਸ਼ਾਂਤੀ ਨਾਲ ਇੱਥੇ ਦੇਖੋ, ਪੜੋ ਜੀ। ਉਸਨੇ ਅੱਖੀਆਂ ਚੁੱਕ ਕੇ ਧਨਵਾਨਾਂ ਨੂੰ ਆਪਣੇ ਚੰਦੇ ਖਜ਼ਾਨੇ ਵਿੱਚ ਪਾਉਂਦਿਆਂ ਦਿੱਤਾ। ਹੁਣ ਦੇਖੋ, ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਇੱਥੇ ਕੀ ਹੋਇਆ ਕਿ ਪ੍ਰਭੂ ਯਿਸੂ ਮਸੀਹ ਇੱਕ ਜਗ੍ਹਾ ਬੈਠੇ ਸੀਗੇ ਔਰ ਪ੍ਰਭੂ ਯਿਸੂ ਨੇ ਜਦ ਆਪਣੀ ਨਜ਼ਰਾਂ ਚੁੱਕ ਕੇ ਦੇਖਿਆ ਤਾਂ ਉੱਥੇ ਬਹੁਤ ਸਾਰੇ ਧਨੀ ਲੋਕ ਸੀਗੇ। ਬਹੁਤ ਸਾਰੇ ਧਨੀ ਲੋਕ, ਮਤਲਬ ਬਹੁਤ ਧਨਵਾਨ, ਬਹੁਤ ਪੈਸੇ ਵਾਲੇ ਲੋਕ। ਤਾਂ ਫਿਰ ਉਹਨਾਂ ਲੋਕਾਂ ਨੇ ਕੀ ਕਰਿਆ ਕਿ ਆਪਣਾ ਜੋ ਹਿੱਸਾ ਸੀਗਾ, ਜੋ ਕਮਾਈ ਦਾ ਹਿੱਸਾ ਜੀ ਜਾਂ ਜੋ ਚੰਦਾ ਸੀਗਾ, ਉਹ ਕਿੱਥੇ ਪਾ ਰਹੇ ਸੀਗੇ? ਉਹ ਤਾਂ ਕਿਸੇ ਭਾਂਡੇ ਵਿੱਚ ਪਾ ਰਹੇ ਸੀ ਜਾਂ ਕਿਸੇ ਖਜ਼ਾਨੇ ਵਿੱਚ ਪਾ ਰਹੇ ਸੀਗੇ। ਫਿਰ ਅਰ ਉਸਨੇ ਇੱਕ ਕੰਗਾਲ ਵਿਧਵਾ ਨੂੰ 2 ਦਮੜੀਆਂ ਉੱਥੇ ਪਾਉਂਦਿਆਂ ਵੇਖਿਆ ਤਾਂ ਉਸ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ ਭਾਈ ਇਸ ਕੰਗਾਲ ਵਿਧਵਾ ਨੇ ਉਹਨਾਂ ਸਾਰਿਆਂ ਨਾਲੋਂ ਬਹੁਤਾ ਪਾ ਦਿੱਤਾ ਹੈ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਹੁਣ ਦੇਖੋ ਇੱਥੇ ਕੀ ਹੋਇਆ। ਪ੍ਰਭੂ ਯਿਸੂ ਮਸੀਹ ਜਗ੍ਹਾ ਬੈਠੇ ਨੇ ਔਰ ਉੱਥੇ ਜੋ ਬਹੁਤ ਸਾਰੇ ਧਨੀ ਲੋਕ ਨੇ, ਬਹੁਤ ਸਾਰੇ ਪੈਸੇ ਵਾਲੇ ਲੋਕ ਨੇ, ਉਹ ਵੀ ਉੱਥੇ ਨੇ। ਹੁਣ ਉਹ ਲੋਕ ਕੀ ਕਰ ਰਹੇ ਨੇ? ਉਹਦਾ ਲੋਕ ਪੈਸਾ ਪਾ ਰਹੇ ਨੇ, ਉਹ ਲੋਕ ਪੈਸਾ ਪਾ ਰਹੇ ਨੇ ਔਰ ਇੱਕ ਦੂਜੇ ਤੋਂ ਜ਼ਿਆਦਾ ਪੈਸਾ ਪਾ ਰਹੇ ਨੇ। ਲੇਕਿਨ ਜਦ ਪ੍ਰਭੂ ਯਿਸੂ ਮਸੀਹ ਨੇ ਦੇਖਿਆ ਪੈਸਾ ਪਾ ਰਹੇ ਨੇ, ਉੱਥੇ ਕੀ ਸੀਗੀ? ਇੱਕ ਔਰਤ ਸੀ। ਔਰਤ ਕਿਹੜੀ ਸੀਗੀ? ਜਿਹੜੀ ਵਿਧਵਾ ਸੀ। ਹੁਣ ਆਪਾਂ ਉਹਦੀ ਉਮਰ ਨਹੀਂ ਕਹਿ ਸਕਦੇ ਕਿ ਉਹ ਉਮਰ ਕਿੰਨੀ ਸੀ ਉਹਦੀ। ਹੋ ਸਕਦਾ 70 ਸਾਲ, ਹੋ ਸਕਦਾ 75 ਸਾਲ, ਹੋ ਸਕਦਾ 50 ਸਾਲ। ਲੇਕਿਨ ਇੰਨਾ ਪਤਾ ਸੀਗਾ ਕਿ ਉਹਦੇ ਸਿਰ ਦੇ ਉੱਪਰ ਉਹਦਾ ਸਵਾਮੀ ਨਹੀਂ ਸੀਗਾ, ਉਹਦਾ ਪਤੀ ਨਹੀਂ ਸੀਗਾ। ਲੇਕਿਨ ਹੁਣ ਦੇਖਿਆ ਜਾਵੇ ਉਹਦੇ ਕੋਲ ਕੀ ਸੀਗਾ? ਸਿਰਫ ਔਰ ਸਿਰਫ 2 ਦਮੜੀਆਂ। ਔਰ ਉਸਨੇ ਕੀ ਕੀਤਾ? ਉਹ ਦੋਨੋਂ ਦਮੜੀਆਂ ਉਸ ਖਜ਼ਾਨੇ ਵਿੱਚ ਪਾਤੀਆਂ। ਔਰ ਪ੍ਰਭੂ ਯਿਸੂ ਮਸੀਹ ਨੇ ਜਦ ਉਸਨੂੰ ਦੇਖਿਆ ਤਾਂ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਕਿ ਮੈਂ ਤੁਹਾਨੂੰ ਸੱਚ ਕਹਿਣਾਗਾ ਕਿ ਇਸ ਵਿਧਵਾ ਨੇ ਉਹਨਾਂ ਸਾਰਿਆਂ ਨਾਲੋਂ ਵੱਧ ਪੈਸਾ ਪਾਇਆਗਾ। ਤਾਂ ਫਿਰ ਕੀ ਹੋਇਆ? ਕਿਉਂ ਜੋ ਉਹਨਾਂ ਸਭਨਾਂ ਨੇ ਆਪਣੇ ਵਾਪਰ ਮਾਲ ਵਿੱਚੋਂ ਕੁਝ ਦਾਨ ਪਾਇਆ, ਪਰ ਇਹਨੇ ਆਪਣੀ ਥੋੜ ਵਿੱਚੋਂ ਸਾਰੀ ਪੂੰਜੀ ਜੋ ਇਹਦੀ ਸੀ ਪਾ ਦਿੱਤੀ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਹੁਣ ਜੋ ਧਨੀਆ ਇਨਸਾਨ ਹੈ, ਜੋ ਪੈਸੇ ਵਾਲਾ ਇਨਸਾਨ ਹੈ, ਜੋ ਅਮੀਰ ਆਦਮੀ ਹੈ, ਉਹ ਕੀ ਕਰੇਗਾ? ਉਹ ਕਿੰਨਾ ਪੈਸਾ ਪਾਏਗਾ? ਉਹ ਤਾਂ ਜ਼ਿਆਦਾ ਪੈਸਾ ਪਾਏਗਾ ਨਾ। ਜਦੋਂ ਜ਼ਿਆਦਾ ਪੈਸਾ, ਉਹ ਤਾਂ ਜ਼ਿਆਦਾ ਪੈਸਾ ਹੀ ਪਊਗਾ ਨਾ। ਹਾਲੇਲੂਇਆ। ਅਗਰ ਕੋਈ ਇਨਸਾਨ ਹੈ, ਉਹਦੇ ਲਵੇ ਮੰਨ ਕੇ ਚਲੋ
5 ਲੱਖ ਰੁਪਇਆ ਗਾ, ਅਗਰ ਉਹ ਕਿਸੇ ਬੰਦਗੀ ਵਿੱਚ ਬੈਠਾ ਹੋਵੇ, ਔਰ ਖਾਸ ਕਰਕੇ ਯਿਸੂ ਮਸੀਹ ਉਸ ਬੰਦਗੀ ਵਿੱਚ ਬੈਠੇ ਹੋਣ, ਤਾਂ ਉਹ ਕਿੰਨਾ ਪਾਊਗਾ? ਉਹ ਤਾਂ 500 ਪਾਊਗਾ, 1000 ਪਾਊਗਾ, 2000 ਪਾਊਗਾ, ਇੰਨਾ ਹੋ ਸਕਦਾ ਹੈਗਾ, ਕਿਉਂਕਿ ਉਹਦੇ ਤਾਂ ਪਹਿਲਾਂ ਹੀ 5 ਲੱਖ ਰੁਪਇਆ ਗਾ। ਲੇਕਿਨ ਜਦ ਉਹਨਾਂ ਨੇ ਇੰਨਾ ਪੈਸਾ ਪਾਇਆ ਔਰ ਪ੍ਰਭੂ ਯਿਸੂ ਮਸੀਹ ਨੇ ਦੇਖਿਆ, ਪ੍ਰਭੂ ਯਿਸੂ ਮਸੀਹ ਤੋਂ ਕੁਝ ਨਹੀਂ ਬੋਲੇ। ਲੇਕਿਨ ਜਦ ਉੱਥੇ ਇੱਕ ਔਰਤ ਆਈ ਵਿਧਵਾ, ਉਹਨੇ ਕਿੰਨਾ ਪਾਇਆ? ਉਹਨੇ 2 ਦਮੜੀਆਂ ਪਾਈਆਂ। ਔਰ ਪ੍ਰਭੂ ਯਿਸੂ ਮਸੀਹ ਨਾਲ ਕੀ ਕਹਿੰਦਾ ਕਿ ਇਸ ਔਰਤ ਨੇ ਜ਼ਿਆਦਾ ਪਾਇਆ ਗਾ। ਜਦ ਕਿ ਉਹ ਤਾਂ ਨਹੀਂ, ਲੋਕ ਕੈਸੇ ਹੋਣਗੇ? ਉਹ ਤਾਂ ਇੱਕ ਦੂਜੇ ਤੋਂ ਵੱਧ ਕੇ ਪਾਉਂਦੇ ਹੋਣਗੇ। ਅਗਰ ਕਿਸੇ ਨੇ 5 ਪਾਇਆ ਤਾਂ ਦੂਜਾ 10 ਪਾਊਗਾ, ਅਗਰ ਕਿਸੇ ਨੇ 10 ਪਾਇਆ ਤਾਂ ਤੀਜਾ 50 ਪਾਊਗਾ, ਇੱਕ 100 ਪਾਊਗਾ, ਇਸ ਤਰ੍ਹਾਂ ਪਾਇਆ ਹੋਊਗਾ। ਲੇਕਿਨ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਕਿ ਇਸ ਔਰਤ ਨੇ ਸਭ ਤੋਂ ਜ਼ਿਆਦਾ ਪੈਸਾ ਪਾਇਆਗਾ। ਉਹਦਾ ਕਾਰਨ ਕੀ ਸੀਗਾ? ਇੱਕ ਵਾਰ ਫਿਰ ਪੜੋ 4। ਕਿਉਂ ਜੋ ਉਹਨਾਂ ਸਭਨਾਂ ਨੇ ਆਪਣੇ ਵਾਪਰ ਮਾਲ ਤੋਂ ਕੁਝ ਦਾਨ ਪਾਇਆ। ਦੇਖੋ ਉਹਨਾਂ ਲਵੇ ਬਹੁਤ ਹੈ। ਧਨੀ ਲੋਕਾਂ ਨੇ ਕੀ ਹੈ? ਧਨੀਆਂ ਕੋਲ ਤਾਂ ਬਹੁਤ ਲੋਕ ਪੈਸਾ, ਮਤਲਬ ਪੈਸਾ ਇਹਨਾਂ ਲਵੇ। ਜਿਹੜੇ ਮਤਲਬ ਧਨਵਾਨ ਲੋਕ ਸੀਗੇ, ਜਿਹੜੇ ਧਨੀ ਲੋਕ ਸੀਗੇ, ਉਹਨਾਂ ਲਵੇ ਤਾਂ ਬਹੁਤ ਸੀਗਾ। ਉਹਦੇ ਵਿੱਚੋਂ ਕੀ ਕਰਿਆ ਉਹਨਾਂ ਨੇ? ਉਹਨਾਂ ਨੇ ਦਾਨ ਕੁਝ ਪਾਇਆ ਉਹਦੇ ਵਿੱਚੋਂ, ਮਤਲਬ ਕੁਝ ਪਾਇਆਗਾ, ਬਾਕੀ ਤਾਂ ਆਪਣੇ ਕੋਲ ਰੱਖ ਲਿਆ। ਇਹਦਾ ਮਤਲਬ ਅਗਰ ਕਿਸੇ ਕੋਲ ਉਸ ਟਾਈਮ 50,000 ਰੁਪਇਆ ਸੀਗਾ, 50,000 ਦੇ ਵਿੱਚੋਂ ਜੇ ਕਿਸੇ ਨੇ 2,000 ਪਾਤਾ ਤਾਂ ਕਿੰਨਾ ਰੱਖਿਆ ਉਹਨੇ ਆਪਣੇ ਕੋਲ? 48,000 ਰੱਖ ਲਿਆ। ਮਤਲਬ ਕੁਛ ਤਾਂ ਰੱਖਿਆ। ਅਗਰ ਕੁਛ ਪਾਇਆਗਾ, ਬਾਕੀ ਤਾਂ ਰੱਖ ਲਿਆ ਉਹਨੇ। ਅਗਰ ਉਹਨੇ ਕੁਛ ਪਾਇਆਗਾ ਤਾਂ ਬਾਕੀ ਤਾਂ ਸਾਰਾ ਆਪਣੇ ਕੋਲ ਰੱਖ ਲਿਆ ਉਹਨੇ। ਮਤਲਬ ਕੀ ਕਿ ਪਰਮੇਸ਼ਵਰ ਨੂੰ ਕਿਉਂ ਦਿੰਦੇ ਨੇ? ਪਰਮੇਸ਼ਵਰ ਨੂੰ ਕੁਛ ਦਿੰਦੇ ਨੇ, ਪਰਮੇਸ਼ਵਰ ਨੂੰ ਥੋੜਾ ਦਿੰਦੇ ਨੇ ਤੇ ਬਹੁਤਾ ਆਪਣੇ ਕੋਲ ਰੱਖਦੇ ਨੇ। ਅੱਜ ਵੀ ਤਾਂ ਇਸ ਤਰ੍ਹਾਂ ਹੀ ਹੁੰਦਾ ਹੈਗਾ। ਅੱਜ ਆਪਾਂ ਵੀ ਤਾਂ ਇਸ ਤਰ੍ਹਾਂ ਹੀ ਕਰਦੇ ਹਾਂ। ਹਾਲੇਲੂਇਆ, ਆਪਾਂ ਨਹੀਂ ਇਸ ਤਰ੍ਹਾਂ ਕਰਦੇ। ਅੱਜ ਸਾਰੇ ਲੋਕ ਇਸ ਤਰ੍ਹਾਂ ਹੀ ਕਰਦੇ ਨੇ। ਕੀ ਕਰਦੇ ਨੇ? ਥੋੜਾ ਪਰਮੇਸ਼ਵਰ ਨੂੰ ਦਿੰਦੇ ਨੇ ਤੇ ਬਹੁਤਾ ਰੱਖ ਲੈਂਦੇ ਨੇ। ਹਾਲੇਲੂਇਆ। ਲੇਕਿਨ ਉਸ ਵਿਧਵਾ ਨੇ ਕੀ ਕੀਤਾ? ਉਹਦੇ ਕੋਲ ਕਿੰਨੀਆਂ ਸੀਗੀਆਂ? 2 ਦਮੜੀਆਂ ਸੀਗੀਆਂ। ਅੱਛਾ 2 ਦਮੜੀਆਂ ਸੀਗੀਆਂ ਤਾਂ ਉਸਨੇ ਕੀ ਕੀਤਾ? 2 ਹੀ ਪਾਤੀਆਂ। ਕੋਲ ਕੀ ਰੱਖਿਆ ਉਹਨੇ? ਉਹਦੇ ਕੋਲ ਤਾਂ ਕੁਛ ਵੀ ਨਹੀਂ ਸੀਗਾ। ਉਹਦੇ ਕੋਲ ਤਾਂ ਕੁਛ ਵੀ ਨਹੀਂ ਸੀਗਾ। ਔਰ ਜਦ ਕੁਛ ਵੀ ਨਹੀਂ ਸੀਗਾ ਤਾਂ ਜਦ ਇਹ ਗੱਲ ਪ੍ਰਭੂ ਯਿਸੂ ਮਸੀਹ ਨੇ ਦੇਖੀ, ਔਰ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਕਿ ਇਸ ਵਿਧਵਾ ਨੇ ਸਭ ਤੋਂ ਜ਼ਿਆਦਾ ਪਾਇਆਗਾ, ਸਭ ਤੋਂ ਜ਼ਿਆਦਾ ਪਾਇਆਗਾ। ਕਿਉਂ ਪਾਇਆਗਾ? ਕਿਉਂਕਿ ਦੂਜਿਆਂ ਨੇ ਤਾਂ ਆਪਣੇ ਵਾਸਤੇ ਬਹੁਤਾ ਰੱਖਿਆਗਾ, ਆਪਣੇ ਲਈ ਤਾਂ ਬਹੁਤਾ ਰੱਖ ਲਿਆ, ਕੁਛ ਪਰਮੇਸ਼ਵਰ ਲਈ ਦਿੱਤਾਗਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਹਾਂ, ਦੂਜਿਆਂ ਨੇ ਕੀ ਕੀਤਾਗਾ? ਆਪਣੇ ਲਈ ਬਹੁਤਾ ਰੱਖਿਆਗਾ, ਲੇਕਿਨ ਪਰਮੇਸ਼ਵਰ ਲਈ ਉਹ ਤਾਂ ਬਹੁਤ ਥੋੜਾ ਦਿੱਤਾਗਾ। ਲੇਕਿਨ ਇਸ ਵਿਧਵਾ ਨੇ ਕੀ ਕੀਤਾਗਾ? ਇਸਨੇ ਤਾਂ ਜਿੰਨਾ ਸੀਗਾ ਲਵੇ ਉਹ ਸਾਰਾ ਦਿੱਤਾ ਇਹਨੇ। ਹੁਣ ਮੇਰੀ ਗੱਲ ਸੁਣੋ, ਇਹ ਕਿਹਦਾ ਕੰਮ ਹੈ? ਇਹ ਵੀ ਤਾਂ ਇੱਕ ਸਹੀ ਵਿੱਚ ਮਰਦ ਦਾ ਕੰਮ ਹੈ। ਮਰਦ ਦਾ ਕਿਹਦਾ? ਕਿ ਜਿਹੜਾ ਇਨਸਾਨ ਪਰਮੇਸ਼ਵਰ ਦੀ ਆਗਿਆਕਾਰੀ ਕਰੇ, ਜਿਹੜਾ ਇਨਸਾਨ ਪਰਮੇਸ਼ਵਰ ਦੇ ਪਿੱਛੇ ਚੱਲੇ, ਇਹ ਤਾਂ ਉਹੀ ਕੰਮ ਕਰ ਸਕਦਾ ਹੈਗਾ। ਹਾਲੇਲੂਇਆ, ਹਾਲੇਲੂਇਆ। ਹੁਣ ਦੇਖੋ ਇੱਥੇ ਕੌਣ ਸੀਗੀ? ਔਰਤ। ਔਰ ਔਰਤ ਵੀ ਕੈਸੀ? ਕਿ ਵਿਧਵਾ, ਜਿਹਦੇ ਕੋਲ ਕੋਈ ਆਸ ਹੀ ਨਹੀਂ। ਹੁਣ ਉਹ ਲੋਕ ਕੈਸੇ ਸੀਗੇ? ਉਹਨਾਂ ਦਾ ਤਾਂ ਬਹੁਤ ਪੈਸਾ ਸੀਗਾ, ਬਹੁਤ ਰੁਪਇਆ ਸੀਗਾ, ਧਨੀ ਲੋਕ ਸੀਗੇ, ਧਨਵਾਨ ਲੋਕ ਸੀਗੇ। ਲੇਕਿਨ ਹੋਇਆ ਕੀ? ਬਹੁਤਾ ਕੋਲ, ਥੋੜਾ ਪਰਮੇਸ਼ਵਰ ਨੂੰ। ਇਸ ਔਰਤ ਨੇ ਕੀ ਕੀਤਾ? ਸਾਰਾ ਹੀ ਪਰਮੇਸ਼ਵਰ ਨੂੰ ਦਿੱਤਾ। ਮੇਰਾ ਜੋ ਹੋਊਗਾ ਦੇਖੀ ਜਾਊਗਾ, ਮੇਰਾ ਜੋ ਹੋਊਗਾ ਦੇਖੀ ਜਾਊਗਾ। ਹੁਣ ਸਹੀ ਦੇ ਵਿੱਚ ਇਹ ਕੰਮ ਕਰਨਾ ਕਿਹਦੇ ਹੱਥ ਵਿੱਚ ਹੈ? ਉਹ ਤਾਂ ਮਰਦ ਹੀ ਕਰ ਸਕਦਾ ਹੈਗਾ, ਉਹ ਤਾਂ ਮਰਦ ਹੀ ਕਰ ਸਕਦਾ ਹੈਗਾ। ਲੇਕਿਨ ਅੱਜ ਕੀ ਹੈ? ਇਨਸਾਨ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਦਾ ਜ਼ਰੂਰ ਹੈ, ਲੇਕਿਨ ਆਪਣੀ ਮਰਜ਼ੀ ਲੈ ਕੇ ਚੱਲਦਾ ਹੈਗਾ, ਆਪਣੇ ਤਰੀਕੇ ਨਾਲ ਚੱਲਦਾ ਹੈਗਾ। ਅੱਜ ਇਨਸਾਨ ਦੇ ਕੋਲ ਅਗਰ ਜੀਵਨ ਹੈ ਤਾਂ ਉਹਦੇ ਵਿੱਚ ਕੀ ਕਰਦਾ ਹੈਗਾ? ਥੋੜਾ ਜੀਵਨ ਪਰਮੇਸ਼ਵਰ ਨੂੰ ਦਊਗਾ ਤੇ ਬਾਕੀ ਜੀਵਨ ਆਪਣੇ ਕੰਮਾਂ ਲਈ ਰੱਖ ਲੈਂਦਾ ਹੈਗਾ। ਅਗਰ ਪਰਮੇਸ਼ਵਰ ਨੇ 24 ਘੰਟੇ ਦਿੱਤੇ ਇਨਸਾਨ ਨੂੰ, ਉਹਦੇ ਵਿੱਚ ਕਿੰਨਾ ਟਾਈਮ? 2 ਘੰਟੇ 24 ਮਿੰਟ ਇਨਸਾਨ ਆਪਣੇ ਲਈ ਰੱਖਦਾ ਹੈਗਾ ਤੇ ਬਾਕੀ 22 ਘੰਟੇ 36 ਮਿੰਟ ਉਹ ਪਰਮੇਸ਼ਵਰ ਲਈ ਰੱਖਦਾ ਹੈਗਾ। ਏਦਾਂ ਹੀ? ਏਦਾਂ ਨਹੀਂ ਹੈ? ਬਸ ਗਲਤ ਕਹਿ ਗਿਆ ਕੁਛ? ਮਤਲਬ 2.5 ਘੰਟੇ ਪਰਮੇਸ਼ਵਰ ਆਪਣੇ ਲਈ ਰੱਖਦਾ ਹੈਗਾ, ਇਨਸਾਨ 2.5 ਘੰਟੇ ਆਪਣੇ ਲਈ ਰੱਖਦਾ ਹੈਗਾ ਤੇ 22 ਘੰਟੇ ਪਰਮੇਸ਼ਵਰ ਨੂੰ ਦਿੰਦਾ ਹੈਗਾ। ਫਿਰ ਇਹਦਾ ਮਤਲਬ 2.5 ਘੰਟੇ ਵੀ ਨਹੀਂ ਇਨਸਾਨ ਪਰਮੇਸ਼ਵਰ ਨੂੰ ਦੇ ਰਿਹਾ ਜੋ ਪਰਮੇਸ਼ਵਰ ਦਾ ਬਣਦਾ ਹੈਗਾ। ਹੁਣ ਜਿਹੜਾ ਇਨਸਾਨ ਇਹ ਕੰਮ ਕਰਦਾ ਹੈਗਾ, ਜਿਹੜਾ ਪਰਮੇਸ਼ਵਰ ਨੂੰ ਦਸਵੰਧ ਦਿੰਦਾ ਨਹੀਂ ਸਰੀਰ ਦਾ, ਕੀ ਇਸ ਨੂੰ ਮਰਦ ਕਹਾਂਗੇ? ਉਹ ਕੀ ਹੈ? ਉਹ ਤਾਂ ਡਰਪੋਕ ਹੈ, ਉਹ ਤਾਂ ਡਰਾਕਲ ਹੈ, ਉਹ ਤਾਂ ਡਰਦਾ ਹੈਗਾ। ਉਹ ਕੀ ਹੈ? ਉਹ ਤਾਂ ਡਰਪੋਕ ਹੈ, ਉਹ ਤਾਂ ਡਰਾਕਲ ਹੈ। ਔਰ ਬਾਈਬਲ ਵਿੱਚ ਕੀ ਲਿਖਿਆ? ਇੱਕ ਵਾਰ ਫਿਰ ਪੜੋ, ਪ੍ਰਕਾਸ਼ ਦੀ ਪੋਥੀ 21:8 ਪਰ ਡਰਾਕਲਾ, ਬੇਪਰਦੀਤਿਆਂ, ਘਿਨਾਉਣਿਆਂ, ਖੂਨੀਆਂ,
ਹਰਾਮਕਾਰਾਂ, ਜਾਦੂਗਰਾਂ, ਮੂਰਤੀ ਪੂਜਕਾਂ ਅਤੇ ਸਾਰਿਆਂ ਝੂਠਿਆਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ। ਇਹ ਦੂਈ ਮੌਤ ਹੈ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਪਰਮੇਸ਼ਵਰ ਦਾ ਵਚਨ ਕੀ ਦੱਸਦਾ ਗਾ? ਪਰ ਡਰਾਕਲਾਂ ਦਾ ਮਤਲਬ ਜਿਹੜਾ ਡਰਦੇ ਨੇ ਉਹਨਾਂ ਦਾ ਕੀ ਹੈ ਹਿੱਸਾ? ਕਿੱਥੇ ਹੈ? ਉਹ ਨਰਕ ਦੀ ਅੱਗ ਵਿੱਚ ਹੈ, ਉਹ ਝੀਲ ਦੇ ਵਿੱਚ ਹੈ, ਜਿਹੜੀ ਕੀ ਹੈ ਦੂਈ ਮੌਤ ਹੈ। ਹੁਣ ਦੇਖੋ, ਉਹ ਵਿਧਵਾ ਡਰੀ, ਵਿਧਵਾ ਦੇ ਮਨ 'ਚ ਡਰ ਆਇਆ, ਲੇਕਿਨ ਉਸਨੇ ਕੀ ਕੀਤਾ? ਉਸਨੇ ਪਰਮੇਸ਼ਵਰ ਦੇ ਪਿੱਛੇ ਚੱਲ ਕੇ ਦਿਖਾਇਆ ਕਿ ਚਾਹੇ ਮੇਰੇ ਲਈ ਦੋ ਦਮੜੀਆਂ ਨੇ, ਲੇਕਿਨ ਉਸਨੇ ਕਰਿਆ ਕਿ ਉਹੀ ਪਰਮੇਸ਼ਵਰ ਨੂੰ ਅਰਪਣ ਕਰਤਾ। ਲੇਕਿਨ ਅੱਜ ਦੇ ਇਨਸਾਨ ਦੇ ਕੋਲ ਬਹੁਤ ਕੁਛ ਹੈ ਅੱਜ ਦੇ ਇਨਸਾਨ ਦੇ ਕੋਲ, ਲੇਕਿਨ ਸਹੀ ਦੇ ਵਿੱਚੋਂ ਕੀ ਕਰਦਾ ਗਾ? ਬਹੁਤ ਦੇ ਵਿੱਚੋਂ ਥੋੜਾ ਪਰਮੇਸ਼ਵਰ ਨੂੰ ਦਿੰਦਾ ਗਾ, ਔਰ ਬਹੁਤਾ ਆਪਣੇ ਕੋਲ ਰੱਖਦਾ ਗਾ। ਅੱਜ ਦੇਖੋ, ਸਮਾਂ ਜ਼ਿਆਦਾਤਰ ਕਿਹਨੂੰ ਦਿੰਦਾ ਇਨਸਾਨ? ਮੋਬਾਈਲ ਨੂੰ, ਟੀਵੀ ਨੂੰ, ਰਿਸ਼ਤੇਦਾਰਾਂ ਨੂੰ, ਜਾਂ ਗੱਲਾਂ ਬਾਤਾਂ ਦੇ ਵਿੱਚ ਬਹੁਤਾ ਸਮਾਂ ਇਨਸਾਨ ਆਪਣੇ ਲਈ ਰੱਖਦਾ ਗਾ। ਤੇ ਜਦੋਂ ਬੰਦਗੀ ਵਿੱਚ ਬੈਠਣਾ ਹੋਵੇ ਫਿਰ ਨੀਂਦ ਆਈ ਜਾਂਦੀ ਹੈ। ਉਧਰ ਦੋ ਰੋਟੀਆਂ ਵੱਧ ਖਾਧੀਆਂ ਹੁੰਦੀਆਂ ਨੇ, ਫਿਰ ਉਧਰੋਂ ਇਨਸਾਨ ਨੂੰ ਨੀਂਦ ਵੀ ਆਉਂਦੀ ਹੈ। ਫਿਰ ਜੇ ਕਹਿੰਦੇ ਹਾਲੇਲੂਇਆ, ਫਿਰ ਕਹਿੰਦਾ ਮੈਂ ਕਿਹੜਾ ਸੌਂਦਾ, ਹੈਨਾ? ਫਿਰ ਉਹ ਸੌਂਦਾ ਵੀ ਨਹੀਂ। ਐਤਵਾਰ ਹਫ਼ਤੇ ਵਿੱਚ ਇੱਕ ਐਤਵਾਰ ਕਿੰਨੇ ਘੰਟੇ ਬੰਦਗੀ ਚੱਲਣੀ ਹੈ? 3 ਘੰਟੇ ਬੰਦਗੀ ਚੱਲਦੀ ਹੈ। ਜੇ 5 ਮਿੰਟ ਜ਼ਿਆਦਾ ਪ੍ਰਚਾਰ ਲੰਬਾ ਹੋ ਜਾਏ, ਫਿਰ ਉਹ ਕਹਿੰਦੇ ਨੇ ਲੈ ਪਾਸਟਰ ਸਾਹਿਬ ਬੜਾ ਲੰਬਾ ਲੱਗ ਗਿਆ ਪ੍ਰਚਾਰ ਅੱਜ। ਫਿਰ ਪਾਸਟਰ ਸਾਹਿਬ ਨੇ ਕੱਢੀ ਜਾਂਦੇ ਨੇ, ਪਾਸਟਰ ਸਾਹਿਬ ਇੰਨਾ ਲੰਮਾ, ਤੁਸੀਂ ਤਾਂ ਵਿਹਲੇ ਹੋ, ਸਾਨੂੰ ਕੰਮ ਕਰੇ ਜਾ ਕੇ। ਇਹਦਾ ਮਤਲਬ ਕਿ ਜੋ ਇਨਸਾਨ ਹੈ ਉਹ ਡਰਦਾ, ਹਲੇ ਵੀ ਡਰਦਾ ਗਾ। ਕਿਹਦੇ ਕੋਲੋਂ? ਪਰਮੇਸ਼ਵਰ ਦੀ ਆਗਿਆਕਾਰੀ ਕਰਨ ਤੋਂ। ਇਨਸਾਨ ਡਰਦਾ ਗਾ ਪ੍ਰਭੂ ਯਿਸੂ ਮਸੀਹ ਦਾ ਲਹੂ ਪੀਣ ਤੋਂ। ਇਨਸਾਨ ਡਰਦਾ ਗਾ ਪ੍ਰਭੂ ਯਿਸੂ ਮਸੀਹ ਦਾ ਮਾंस ਖਾਣ ਤੋਂ। ਇਨਸਾਨ ਡਰਦਾ ਗਾ ਸੱਚਾ ਬਪਤਿਸਮਾ ਲੈਣ ਤੋਂ। ਜਦ ਇਹ ਇਨਸਾਨ ਦੇ ਜੀਵਨ ਦੇ ਵਿੱਚ ਡਰ ਹੈ, ਜਦ ਇਨਸਾਨ ਦੇ ਜੀਵਨ ਦੇ ਵਿੱਚ ਹੀ ਮਤਲਬ ਇਹ ਡਰਾਕਲ ਪੁਰਾਗਾ, ਤਾਂ ਉਹ ਇਨਸਾਨ ਸਵਰਗ ਵਿੱਚ ਕਿੱਥੇ ਜਾਊਗਾ? ਆਪਣੇ ਜੀਵਨ ਦੇ ਵਿੱਚੋਂ ਡਰ ਕੱਢੋ। ਅਗਰ ਯਿਸੂ ਮਸੀਹ ਦੇ ਪਿੱਛੇ ਚੱਲਣਾ ਗਾ ਤਾਂ ਆਪਣਾ ਇਨਕਾਰ ਕਰੋ। ਅਗਰ ਯਿਸੂ ਮਸੀਹ ਦੇ ਪਿੱਛੇ ਚੱਲਣਾ ਗਾ ਤਾਂ ਆਪਣੀ ਸਲੀਬ ਚੁੱਕੋ, ਫਿਰ ਯਿਸੂ ਮਸੀਹ ਦੇ ਪਿੱਛੇ ਚੱਲੋ। ਅਗਰ ਯਿਸੂ ਮਸੀਹ ਦਾ ਇਨਕਾਰ ਕਰਦੇ ਹੋ, ਆਪਣੇ ਕੰਮਾਂ ਨੂੰ ਪਹਿਲ ਦਿੰਦੇ ਹੋ, ਤਾਂ ਪ੍ਰਭੂ ਯਿਸੂ ਮਸੀਹ ਤੁਹਾਨੂੰ ਨਹੀਂ ਕਹਿੰਦੇ ਕਿ ਤੁਸੀਂ ਮੇਰੇ ਪਿੱਛੇ ਆਓ, ਲੇਕਿਨ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਵੀ ਅਗਰ ਮੇਰੇ ਪਿੱਛੇ ਆਉਣਾ ਗਾ ਤਾਂ ਆਪਣਾ ਇਨਕਾਰ ਕਰੋ। ਅਗਰ ਯਿਸੂ ਮਸੀਹ ਦੇ ਪਿੱਛੇ ਜਾਣਾ ਗਾ ਤਾਂ ਆਪਣਾ ਇਨਕਾਰ ਕਰੋ, ਫਿਰ ਮਰਦ ਬਣ ਸਕਦੇ ਹੋ, ਫਿਰ ਯਿਸੂ ਮਸੀਹ ਦੇ ਪਿੱਛੇ ਚੱਲ ਸਕਦੇ ਹੋ। ਫਿਰ ਜੀਵਨ ਦੇ ਵਿੱਚ ਡਰਪੋਕ ਬਣਾ ਜੋ ਉਹ ਬਾਹਰ ਜਾ ਸਕਦਾ ਗਾ। ਨਹੀਂ ਤਾਂ ਡਰਪੋਕ ਹੈ ਜੋ ਡਰਾਕਲ ਹੈ, ਉਹ ਕਦੇ ਵੀ ਸਵਰਗ ਵਿੱਚ ਨਹੀਂ ਜਾ ਸਕਦਾ। ਇਸ ਲਈ ਆਪਣੇ ਜੀਵਨ ਦੇ ਵਿੱਚ ਨਿਗਾਹ ਮਾਰ ਕੇ ਦੇਖੋ, ਆਪਣੇ ਜੀਵਨ ਦੇ ਵਿੱਚ ਝਾਕ ਕੇ ਦੇਖੋ ਕਿ ਕੋਈ ਐਸੀ ਗੱਲ, ਕੋਈ ਐਸਾ ਜੀਵਨ ਦੇ ਵਿੱਚ ਕੰਮ ਜਿਸ ਦੇ ਕਰਕੇ ਪਰਮੇਸ਼ਵਰ ਨਾਰਾਜ਼ ਨੇ, ਜਿਸ ਦੇ ਕਰਕੇ ਪਰਮੇਸ਼ਵਰ ਤੁਹਾਨੂੰ ਮਨਾ ਕਰਦੇ ਨੇ ਕਿ ਤੂੰ ਮੇਰੇ ਪਿੱਛੇ ਨਹੀਂ ਚੱਲ ਸਕਦਾ। ਅਗਰ ਐਸੀ ਕੋਈ ਵੀ ਗੱਲ ਹੈ ਜੀਵਨ ਦੇ ਵਿੱਚ, ਤਾਂ ਉਸ ਨੂੰ ਆਪਣੇ ਜੀਵਨ ਦੇ ਵਿੱਚੋਂ ਬਾਹਰ ਕੱਢੋ, ਔਰ ਫਿਰ ਆਪਣੇ ਆਪ ਦਾ ਇਨਕਾਰ ਕਰੋ, ਫਿਰ ਆਪਣੀ ਸਲੀਬ ਚੁੱਕੋ, ਫਿਰ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲੋ। ਅਗਰ ਤੁਸੀਂ ਆਪਣੀ ਇੱਛਾ ਲੈ ਕੇ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲੋਗੇ ਤਾਂ ਤੁਹਾਡੇ ਜੀਵਨ ਦੇ ਵਿੱਚ ਡਰ ਬਣਿਆ ਰਹੇਗਾ। ਮੇਰਾ ਸਮਾਜ, ਮੇਰੀ ਬਰਾਦਰੀ, ਮੇਰੀ ਪਤਨੀ, ਮੇਰੇ ਬੱਚੇ, ਮੇਰਾ ਪਤੀ, ਮੇਰੀ ਰਿਸ਼ਤੇਦਾਰੀ, ਮੇਰੀ ਬਰਾਦਰੀ, ਮੇਰਾ ਪਰਿਵਾਰ, ਫਿਰ ਇਹ ਡਰ ਬਣਿਆ ਰਹੇਗਾ। ਇਸ ਲਈ ਜਦ ਇਹ ਡਰ ਰੱਖੋਗੇ ਤਾਂ ਫਿਰ ਸਵਰਗ ਵਿੱਚ ਨਹੀਂ ਜਾ ਸਕਦੇ। ਅਗਰ ਸਵਰਗ ਵਿੱਚ ਜਾਣਾਗਾ ਤਾਂ ਇਹ ਜੋ ਡਰਪੋਕਪੁਣਾ ਗਾ, ਜੋ ਡਰਾਕਲਪੁਣਾ ਗਾ, ਇਸ ਨੂੰ ਆਪਣੇ ਜੀਵਨ ਦੇ ਵਿੱਚੋਂ ਦੂਰ ਕਰੋ। ਪਰਮੇਸ਼ਵਰ ਇਸ ਵਚਨ ਨਾਲ ਤੁਹਾਨੂੰ ਸਭ ਨੂੰ ਆਸ਼ੀਸ਼ ਦੇਣ। ਆਓ ਆਪਾਂ ਸਾਰੇ ਆਪਣੀਆਂ ਅੱਖਾਂ ਬੰਦ ਕਰੀਏ, ਆਪਣੇ ਸਿਰਾਂ ਨੂੰ ਝੁਕਾਉਂਦੇ ਹਾਂ। ਔਰ ਕੋਈ ਵੀ ਜਨ ਆਪਣੀ ਅੱਖ ਨਹੀਂ ਖੋਲੇਗਾ, ਕਿਉਂਕਿ ਉਸ ਪਰਮੇਸ਼ਵਰ ਦੀ ਹਜ਼ੂਰੀ ਉਹ ਸਾਡੇ ਵਿਚਕਾਰ ਹੈ। ਔਰ ਉਹ ਪਰਮੇਸ਼ਵਰ ਹੁਣ ਵੀ ਸਾਡੇ ਨਾਲ ਗੱਲਬਾਤ ਕਰ ਰਹੇ ਨੇ। ਔਰ ਸਿਰਫ ਆਪਣੇ ਆਪ ਨੂੰ ਜਾਂਚਣ ਦੀ ਲੋੜ ਹੈ, ਆਪਣੇ ਆਪ ਨੂੰ ਦੇਖਣ ਦੀ ਲੋੜ ਹੈ। ਆਪਣੇ ਆਪ ਨੂੰ ਸਵਾਲ ਕਰੋ ਕਿ ਮੈਂ ਪਰਮੇਸ਼ਵਰ ਦੀ ਆਗਿਆਕਾਰੀ ਕਰ ਰਿਹਾ ਗਾ? ਕਿ ਮੈਂ ਪਰਮੇਸ਼ਵਰ ਦੀ ਆਗਿਆਕਾਰੀ ਕਰਦਾ ਹੋਇਆ ਕਿਤੇ ਡਰ ਨਹੀਂ ਰਿਹਾ? ਕੋਈ ਐਸੀ ਗੱਲ ਕਿ ਮੈਂ ਸੱਚਾ ਬਪਤਿਸਮਾ ਲੈ ਚੁੱਕਿਆ ਗਾ, ਪਵਿੱਤਰ ਆਤਮਾ ਨੂੰ ਪਾ ਚੁੱਕਿਆ ਗਾ, ਮੈਂ ਇੱਕੋ ਰੋਟੀ ਇੱਕੋ ਪਿਆਲੇ ਦੇ ਵਿੱਚ ਸਾਂਝੀ ਹੋ ਰਿਹਾ ਗਾ, ਅਗਰ ਇਹ ਸਭ ਕੁਝ ਕਰ ਰਿਹਾ ਗਾ ਮੈਂ, ਔਰ ਪ੍ਰਭੂ ਯਿਸੂ ਮਸੀਹ ਦੀ ਆਗਿਆਕਾਰੀ ਕਰ ਰਿਹਾ ਮੈਂ, ਤਾਂ ਬਹੁਤ ਹੀ ਚੰਗੀ ਗੱਲ ਹੈ। ਅਗਰ ਜੀਵਨ ਦੇ ਵਿੱਚ ਡਰ ਹੈ, ਉਹ ਕਿਸੇ ਵੀ ਤਰ੍ਹਾਂ ਦਾ ਡਰ ਹੋ ਸਕਦਾ ਗਾ,
ਕਿਸੇ ਵੀ ਤਰ੍ਹਾਂ ਦਾ ਡਰ ਮਤਲਬ ਕਿ ਪਰਮੇਸ਼ਵਰ ਦੀ ਆਗਿਆਕਾਰੀ ਕਰਨ ਤੋਂ। ਅਗਰ ਮੈਂ ਇਸ ਤਰ੍ਹਾਂ ਕਰਿਆ, ਪ੍ਰਭੂ ਯਿਸੂ ਮਸੀਹ ਦੀ ਗੱਲ ਮੰਨੀ, ਤਾਂ ਲੋਕ ਮੇਰੇ ਬਾਰੇ ਕੀ ਸੋਚਣਗੇ? ਅਗਰ ਮੈਂ ਇਸ ਤਰ੍ਹਾਂ ਕਰਿਆ ਤਾਂ ਲੋਕ ਮੈਨੂੰ ਕੀ ਕਹਿਣਗੇ? ਅਗਰ ਐਸੀਆਂ ਗੱਲਾਂ ਦੇ ਵਿੱਚ ਪਰਮੇਸ਼ਵਰ ਦੀ ਆਗਿਆਕਾਰੀ ਕਰਦੇ ਕਰਦੇ ਦੇ ਵਿੱਚ ਮਨ ਦੇ ਵਿੱਚ ਡਰ ਆ ਰਿਹਾਗਾ, ਤਾਂ ਪਰਮੇਸ਼ਵਰ ਕਹਿੰਦਾ ਐਸੇ ਡਰਾਕਲਾਂ ਨੂੰ ਸਵਾਗਤ ਵਿੱਚ ਜਗ੍ਹਾ ਨਹੀਂ ਮਿਲਣੀ। ਉਹ ਡਰਾਕਲ ਲੋਕਾਂ ਨੂੰ ਪਰਮੇਸ਼ਵਰ ਸਵਰਗ ਵਿੱਚ ਕਦੇ ਵੀ ਜਗ੍ਹਾ ਨਹੀਂ ਦੇਣਗੇ। ਲੇਕਿਨ ਉਹਨਾਂ ਦਾ ਹਿੱਸਾ ਕਿੱਥੇ ਹੈ? ਉਹ ਅੱਗ ਦੀ ਝੀਲ ਦੇ ਵਿੱਚ ਹੈ, ਜਿਹਨੂੰ ਦੂਈ ਮੌਤ ਕਹਿੰਦੇ ਨੇ। ਆਪਾਂ ਡਰਪੋਕ ਨਾ ਬਣੀਏ, ਆਪਾਂ ਡਰਾਕਲ ਨਾ ਬਣੀਏ, ਆਪਾਂ ਪਰਮੇਸ਼ਵਰ ਦੀ ਆਗਿਆਕਾਰੀ ਕਰੀਏ ਔਰ ਇੱਕ ਮਰਦ ਬਣਦੇ ਹੋਏ ਉਸ ਪਰਮੇਸ਼ਵਰ ਦੇ ਵਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰੀਏ। ਇਹ ਵਚਨ ਸਮਝ ਸਕੀਏ, ਇਸ ਨੂੰ ਮੰਨ ਸਕੀਏ, ਇਸ ਦੇ ਅਨੁਸਾਰ ਜੀਵਨ ਜੀ ਸਕੀਏ। ਪਰਮੇਸ਼ਵਰ ਸਾਨੂੰ ਸਭ ਨੂੰ ਇਸ ਵਚਨ ਦੀ ਆਸੀਸ ਨਾਲ ਭਰ ਦੇਣਾ। ਥੈਂਕ ਯੂ ਲੋਰਡ।